का खालसा वाहिगुरू जी की फतेह। समूह सिख ਸਰੋਤੇ यूके ਦੇ ਸਾਰੇ ਯੂਰਪ ਦੇਸ਼ ਭਰ ਵਿੱਚ ਬੈਠੀਆਂ ਸਾਰੀਆਂ ਸੰਗਤਾਂ ਨੂੰ ਅਸੀਂ ਅੱਜ ਫਿਰ ਲੈ ਕੇ ਆ ਰਹੇ ਹਾਂ ਤੁਹਾਡੇ ਜਾਣੇ ਪਛਾਣੇ ਵਕੀਲ ਭਾਈ ਬਲਵਿੰਦਰਜੀਤ ਸਿੰਘ ਜੀ ਟੁਰਨਾ, ਜੋ ਇੰਡੀਅਨ ਲਾਅ ਦੇ ਮਾਹਿਰ ਹਨ। ਉਹ ਅੱਜ ਫਿਰ ਤੁਹਾਡੇ ਨਾਲ NRI ਭਰਾਵਾਂ ਦੇ ਮਸਲਿਆਂ 'ਤੇ ਨਵੇਂ ਜੋ ਮੁਸ਼ਕਲਾਂ ਆ ਰਹੀਆਂ ਹਨ ਉਹਨਾਂ ਬਾਰੇ ਜਾਣਕਾਰੀ ਦੇਵਾਂਗੇ। ਸੋ ਸਿੱਖ ਚੈਨਲ ਵੱਲੋਂ ਬਲਵਿੰਦਰਜੀਤ ਸਿੰਘ ਜੀ ਟੁਰਨਾ ਨੂੰ ਅਸੀਂ ਜੀ ਆਇਆਂ ਕਹਿੰਦੇ ਹਨ, ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਸਭ ਤੋਂ ਪਹਿਲਾਂ ਦਾਸ ਆਪ ਜੀਆਂ ਨੂੰ ਬੇਨਤੀ ਰੂਪ ਦੇ ਵਿੱਚ ਦੱਸਣਾ ਚਾਹੁੰਦਾ ਹੈ, ਕਿਉਂਕਿ ਆਪਾਂ ਦੇਖ ਰਹੇ ਹਾਂ ਪੰਜਾਬ ਪਿਛਲੇ 1 ਮਹੀਨੇ ਤੋਂ ਲਗਾਤਾਰ ਜੋ ਰੈਲੀਆਂ ਅਤੇ ਪ੍ਰਚਾਰ ਕੀਤਾ ਜਾ ਰਿਹਾ ਸੀ, ਆਪੋ ਆਪਣੀਆਂ ਪਾਰਟੀਆਂ ਦੇ ਤੌਰ 'ਤੇ ਮੈਨੂਫੈਸਟੋ ਦੱਸੇ ਜਾ ਰਹੇ ਸੀ, ਉਹੀ ਮੁੜ ਰਿਪੀਟ ਗੱਲਾਂ ਹੋ ਰਹੀਆਂ ਸੀ। ਅੱਜ ਉਸ ਦਾ ਇੰਡੀਅਨ ਟਾਈਮ ਦੇ ਹਿਸਾਬ ਦੇ ਨਾਲ 5 ਵਜੇ ਜੋ ਉੱਥੋਂ ਦਾ ਚੋਣ ਪ੍ਰਚਾਰ ਦਾ ਜਿਹੜਾ ਸਿਲਸਿਲਾ ਸੀ ਉਹ ਬਿਲਕੁਲ ਸਰਕਾਰ ਵੱਲੋਂ ਬੰਦ ਕੀਤਾ ਗਿਆ। ਸੋ ਜਿਹੜਾ ਬੋਰਡ ਬਣਿਆ ਸੀ ਉਸਨੇ 5 ਵਜੇ ਤੋਂ ਬਾਅਦ ਇਹ ਚੇਤਾਵਨੀ ਦੇ ਦਿੱਤੀ ਹੈ, ਕੋਈ ਵੀ 5-4 ਬੰਦੇ ਕੋਈ ਰੈਲੀ ਜਾਂ ਕੋਈ ਕਿਸੇ ਵੀ ਪਿੰਡ ਵਿੱਚ ਪ੍ਰਚਾਰ ਨਹੀਂ ਕਰ ਸਕਦੇ। ਸੋ ਹੁਣ ਫੈਸਲਾ ਹੈ ਸਾਡੇ ਆਪਣੇ ਹੱਥ ਵਿੱਚ ਵੋਟਰਾਂ ਦੇ। ਸੋ ਆਪਾਂ ਦੱਸਣਾ ਹੈ ਵੋਟਰਾਂ ਨੂੰ ਆਪੋ ਆਪਣੇ ਤੌਰ 'ਤੇ ਜਿੱਥੇ ਤੁਹਾਨੂੰ ਚੰਗਾ ਲੱਗਦਾ ਹੈ ਕਿਵੇਂ ਵੋਟ ਪਾਉਣੀ ਹੈ, ਕਿਉਂਕਿ ਆਉਣ ਵਾਲੇ ਕਿਸਮਤ ਜਿਹੜੀ ਹੈ 5 ਸਾਲ ਦੀ, ਉਹ 4 ਸਾਲ ਦੀ, ਉਹ ਆਪਣੇ ਹੱਥ ਵਿੱਚ ਹੈ। ਸੋ ਇਹ ਤੁਸੀਂ ਆਪ ਸੋਚ ਕੇ ਆਪੋ ਆਪਣੇ ਹਿਸਾਬ ਦੇ ਨਾਲ, ਜਿਵੇਂ ਜਿਹੜੇ ਵੀ ਜਾ ਵੀ ਰਹੇ ਹਨ ਵੋਟਾਂ ਵਾਸਤੇ ਜਾਂ ਪਿੱਛੇ ਹਨ, ਤੁਸੀਂ ਆਪ ਇਹਦੇ ਬਾਰੇ ਵਿਚਾਰ ਕਰਕੇ ਜਿੱਥੇ ਚੰਗਾ ਲੱਗਦਾ ਹੈ ਵੋਟ ਪਾਉਣੀ ਹੈ। ਸੋ ਮੈਂ ਟੁਰਨਾ ਜੀ ਨੂੰ ਅੱਜ ਬੇਨਤੀ ਕਰੂੰਗਾ, ਕਿਉਂਕਿ ਅੱਜ ਆਪ ਜੀ ਇੰਡੀਆ 'ਚੋਂ ਵੀ ਜਾ ਕੇ ਆਏ ਹੋ, ਉੱਥੇ ਦੇ ਵੀ ਹਾਲਾਤ ਦੇਖੇ ਸੀ। ਸੋ ਜਿਹੜੇ ਆਪਾਂ ਨੂੰ ਮੁਸ਼ਕਲਾਂ ਆ ਰਹੀਆਂ ਹਨ ਪੰਜਾਬ ਤੋਂ ਬਾਹਰ ਰਹਿੰਦਿਆਂ ਨੂੰ, ਸਾਰੇ ਵੀਰਾਂ ਭੈਣਾਂ ਨੂੰ, ਉਹ ਦਿਨ ਪਰ ਦਿਨ ਵੱਧਦੀਆਂ ਜਾ ਰਹੀਆਂ ਹਨ, ਟੁਰਨਾ ਜੀ ਘਟ ਨਹੀਂ ਰਹੀਆਂ ਹਨ। ਸੋ ਜਿਵੇਂ ਕਿ ਹੁਣੇ ਹੀ ਅੱਜ ਦੀ ਡੇਟ ਵਿੱਚ ਆਪਾਂ ਦੇਖੀਏ ਤਾਂ ਸਾਨੂੰ ਕਾਫੀ ਫੋਨ ਆ ਰਹੇ ਹਨ NRI ਭਰਾਵਾਂ ਦੇ, ਉਹਨਾਂ ਨੂੰ ਬਹੁਤ ਜ਼ਿਆਦੀਆਂ ਪ੍ਰੋਬਲਮਾਂ ਆ ਰਹੀਆਂ ਹਨ। ਤੁਹਾਨੂੰ ਅਸੀਂ ਪੁੱਛਣਾ ਚਾਹੁੰਦੇ ਹਾਂ ਸਿੱਖ ਚੈਨਲ ਦੇ ਰਾਹੀਂ ਵੀ ਜਿਹੜੇ ਜ਼ਿਆਦਾ ਕੇਸ ਆ ਅੱਜ ਕੱਲ੍ਹ ਕਿਹੜੇ ਆ ਰਹੇ ਹਨ, ਕਿਉਂਕਿ NRI ਭਰਾਵਾਂ ਦੀਆਂ ਮੁਸ਼ਕਲਾਂ ਦਿਨ ਪਰ ਦਿਨ ਵੱਧ ਰਹੀਆਂ ਹਨ। ਤੁਸੀਂ ਮਾੜੀ ਜਿਹੀਆਂ ਸਾਰੇ ਭਰਾਵਾਂ ਤਾਈਂ ਹਾਈਲਾਈਟ ਕਰੋ ਕਿਹੜੀਆਂ ਪ੍ਰੋਬਲਮਾਂ ਜ਼ਿਆਦੀਆਂ ਆਪਾਂ ਨੂੰ ਪੇਸ਼ ਆ ਰਹੀਆਂ ਹਨ। ਹਾਂਜੀ ਸੰਤ ਸਾਹਿਬ, ਬਹੁਤ ਹੀ ਵਧੀਆ ਸਵਾਲ ਤੁਸੀਂ ਕੀਤਾ ਹੈਗਾ। ਰੋਜ਼ ਜੇ ਮੈਂ ਆਪਣੇ ਆਫਿਸ ਵਿੱਚ ਜਿੱਦਣ ਵੀ ਹੋਵਾਂ, ਮੇਰੇ ਕੋਲ ਮਤਲਬ 20-25 ਕਲਾਇੰਟ ਜਿਹੜੇ ਆਉਂਦੇ ਆ, ਜਿਨ੍ਹਾਂ ਦੇ ਵਿੱਚ ਸਾਰਿਆਂ ਦੇ ਜਿਹੜੇ ਕੇਸ ਹੁੰਦੇ ਆ, ਜੇ ਆਪਾਂ ਦੇਖੀਏ ਉਹ ਸੈਪਰੇਟ ਹੁੰਦੇ ਆ। ਔਰ ਜਿਹੜੇ ਮੋਸਟਲੀ ਕੇਸਿਸ ਹੈਗੇ ਆ ਉਹ ਹੈਗੇ ਆ ਜਿਹੜੇ ਅਸੀਂ ਐਗਰੀਮੈਂਟ ਨੂੰ ਸੈਲ ਕਰਦੇ ਹਾਂ ਇੰਡੀਆ ਦੇ ਵਿੱਚ, ਜਿਹੜੀਆਂ ਅਸੀਂ ਪਾਵਰ ਆਫ ਅਟਾਰਨੀਆਂ ਕਰਦੇ ਹਾਂ, ਕੈਂਸਲ ਨਹੀਂ ਕਰਾਉਂਦੇ ਜਾਂ ਅਸੀਂ ਚੇਤਾ ਭੁੱਲ ਜਾਂਦੇ, ਜਿਹੜਾ ਉਹਨਾਂ ਦਾ ਮੈਸੇਜ ਹੁੰਦਾ ਹੈਗਾ। ਉਹ ਤੋਂ ਅੱਗੇ ਜਿਹੜੀਆਂ ਸਾਂਝੀਆਂ ਜ਼ਮੀਨਾਂ ਹੈਗੀਆਂ ਉਹਨੂੰ ਅਸੀਂ ਤਕਸੀਮ ਨਹੀਂ ਕਰਾਉਂਦੇ ਇਨ ਟਾਈਮ, ਉਹਦੇ ਵੀ ਝਗੜੇ ਪੈ ਜਾਂਦੇ ਆ। ਅਤੇ ਇਸ ਤੋਂ ਅੱਗੇ ਹੈਗਾ ਵੀ ਅਸੀਂ ਜ਼ਮੀਨਾਂ ਖਰੀਦ ਲੈਂਦੇ ਹਾਂ, ਪਰ ਪ੍ਰੋਪਰਟੀਆਂ ਲੈ ਲੈਂਦੇ ਹਾਂ, ਪਰ ਰਜਿਸਟਰੀ ਕਰਾ ਲੈਂਦੇ, ਪਰ ਉਹਦਾ ਇੰਤਕਾਲ ਨਹੀਂ ਕਰਾਉਂਦੇ ਆਪਣੇ ਨਾਂ 'ਤੇ। ਇਹ ਜਿਹੜੇ ਜ਼ਿਆਦਾ ਮਸਲੇ ਹੈਗੇ ਆ। ਔਰ ਜੇ ਇਹਦੇ 'ਚ ਹੁਣ ਆਪਾਂ ਐਗਰੀਮੈਂਟ ਟੂ ਸੈਲ ਦੀ ਗੱਲ ਕਰ ਲਈਏ, ਜਿਹੜੇ ਸਾਡੇ ਭੈਣ ਭਰਾ ਇੱਥੋਂ ਜਾਂਦੇ ਹੈਗੇ ਆ, ਇੱਕ ਤਾਂ ਇਹਨਾਂ ਨੂੰ ਉੱਥੋਂ ਦਾ ਸਿਸਟਮ ਨਹੀਂ ਪਤਾ ਹੈਗਾ ਵੀ ਕਿੱਦਾਂ ਹੈਗਾ। ਮੋਸਟਲੀ ਅਸੀਂ ਡਿਪੈਂਡ ਉੱਥੇ ਜਾ ਕੇ ਦੂਸਰਿਆਂ 'ਤੇ ਹੋ ਜਾਂਦੇ, ਆਪਣੇ ਭੈਣ ਭਰਾਵਾਂ 'ਤੇ ਹੋ ਜਾਂਦੇ, ਯਾਰਾਂ ਦੋਸਤਾਂ ਦੇ ਹੈਗੇ, ਔਰ ਸਾਨੂੰ ਉਹਨਾਂ ਦਾ ਵਿਸ਼ਵਾਸ ਵੀ ਕਰਨਾ ਪੈਂਦਾ, ਉਹ ਤੋਂ ਬਿਨਾਂ ਸਾਡਾ ਸਰ ਵੀ ਨਹੀਂ ਸਕਦਾ ਹੈਗਾ। ਔਰ ਸਮ ਟਾਈਮ ਕੀ ਹੁੰਦਾ ਹੈਗਾ, ਅਸੀਂ ਜਿਹੜੇ ਉੱਥੇ ਪ੍ਰੋਪਰਟੀ ਡੀਲਰ ਆ, ਜਿਹੜੇ ਇਹੀ ਕੰਮ ਕਰਦੇ ਪ੍ਰੋਪਰਟੀ ਦਾ, ਉਹਨਾਂ ਦੇ ਵੀ ਅਸੀਂ ਕਹਿਣ ਲੱਗ ਜਾਂਦੇ ਹੈਗੇ ਆ, ਜਾਂ ਉਹਨਾਂ ਦੇ ਕਹਿਣ 'ਤੇ ਅਸੀਂ ਜਿਹੜੇ ਆ ਬਿਆਨੇ ਕਰ ਲੈਂਦੇ ਹਾਂ। ਪਰ ਉਹ ਜਿਹੜੇ ਬੰਦੇ ਹੈਗੇ ਆ ਉਹ ਰੋਜ਼ ਦਾ ਉਹਨਾਂ ਦਾ ਇਹ ਕੰਮ ਹੈਗਾ, ਇਹਦੇ ਵਿੱਚ ਵੀ ਬਹੁਤ ਲੂਪਹੋਲ ਹੈਗੇ। ਔਰ ਮੇਰੇ ਕੋਲ ਇੱਦਾਂ ਦੇ ਕੇਸ ਆ ਗਏ ਹੈਗੇ ਆ ਵੀ ਜਿਹਦੇ ਵਿੱਚ ਜਿਹੜੇ ਉੱਥੇ ਪ੍ਰੋਪਰਟੀ ਡੀਲਰ ਉਹ 10 ਲੱਖ ਰੁਪਈਆ ਲਾ ਕੇ ਉਹਦਾ 2 ਕਰੋੜ ਵੀ ਉੱਥੋਂ ਕਮਾ ਲੈਂਦੇ ਆ। ਹੁਣ ਤੁਸੀਂ ਪੁੱਛੋਗੇ ਇਹ ਕਿੱਦਾਂ ਹੁੰਦਾ ਹੈਗਾ, ਕਿ ਉਹਨਾਂ ਬਿਆਨਾ ਆਪਣੇ ਬੰਦੇ ਨਾਲ ਕਰ ਲਿਆ ਹੈਗਾ। ਔਰ ਸਾਡੇ ਜਿਹੜੇ ਇੱਥੋਂ ਭੈਣ ਭਰਾ ਜਾਂਦੇ ਆ, ਇਹਨਾਂ ਨੂੰ ਪੂਰੀ ਸੂਝ ਨਹੀਂ, ਵਕੀਲ ਦੀ ਸਲਾਹ ਨਹੀਂ ਲੈਂਦੇ ਹੈਗੇ। ਇਹਨਾਂ ਨੇ ਇੰਡੀਆ ਦਾ ਐਡਰੈਸ ਪਾਤਾ, ਆਪਣਾ ਇੰਗਲੈਂਡ ਦਾ ਐਡਰੈਸ ਦਿੱਤਾ ਹੀ ਨਹੀਂ। ਠੀਕ ਹੈ ਜੀ, ਅਸੀਂ 1 ਕਰੋੜ ਦੀ ਪ੍ਰੋਪਰਟੀ ਵੇਚੀ ਆ, ਅਸੀਂ 10 ਲੱਖ ਰੁਪਈਆ ਲੈ ਲਿਆ, ਅਸੀਂ ਉਹਦੇ ਵਿੱਚ 1 ਮਹੀਨੇ ਦੀ ਮਿਆਦ ਪਾਤੀ ਜੀ, ਆਹ ਪੈਸੇ ਸਾਨੂੰ 1 ਮਹੀਨੇ ਨੂੰ ਦੇਵੇਗਾ। ਠੀਕ ਹੈ, ਉਸ ਪਾਰਟੀ ਦੇ ਕੋਲ ਸਾਡਾ ਇੰਗਲੈਂਡ ਦਾ ਜਾਂ ਕੈਨੇਡਾ ਦਾ ਕਿਸੇ ਦਾ ਵੀ ਐਡਰੈਸ ਹੈ ਨਹੀਂ, ਸਿਰਫ ਇੰਡੀਆ ਦਾ ਐਡਰੈਸ ਹੈਗਾ। ਠੀਕ ਹੈ, ਉਹ ਤਸੀਲੇ ਗਏ ਨਹੀਂ, ਉਹਨਾਂ ਨੂੰ ਵੀ ਪਤਾ ਵੀ ਬੰਦਾ ਇੱਥੇ ਹੈ ਨਹੀਂ, ਪਰ ਉਹਨਾਂ ਉੱਥੇ ਜਾ ਕੇ ਹਾਜ਼ਰੀ ਲਵਾ ਲਈ ਜੀ, ਅਤੇ ਨਾਲ ਹੀ ਕਹਿਤਾ ਜੀ ਅਸੀਂ ਪੈਸੇ ਦੇਣ ਨੂੰ ਤਿਆਰ ਹਾਂ, ਦੂਜੀ ਪਾਰਟੀ ਆਈ ਨਹੀਂ ਹੈਗੀ। ਕਈ ਵਾਰੀ ਸਾਡੇ NRI ਭੈਣ ਭਰਾ ਬਿਆਨਾ ਪੜ੍ਹਦੇ ਹੀ ਨਹੀਂ ਹੈਗੇ, ਵੈਸੇ ਇੱਕ ਦੂਜੇ ਤੋਂ ਉੱਦਾਂ ਹੀ ਫੇਥ ਕਰ ਲੈਂਦੇ ਹੈਗੇ ਆ। ਸਾਡੀ ਸੂਝ-ਬੂਝ ਇਹ ਹੋਣੀ ਚਾਹੀਦੀ ਹੈ, ਜੇ ਅਸੀਂ ਬਿਆਨਾ ਕਰਦੇ ਸਾਨੂੰ ਆਪਣਾ ਇੰਡੀਆ ਦਾ ਐਡਰੈਸ ਵੀ, ਸਾਨੂੰ ਬਾਹਰਲਾ ਐਡਰੈਸ ਵੀ ਦੇਣਾ ਚਾਹੀਦਾ ਹੈਗਾ, ਤਾਂ ਕਿ ਉੱਥੇ ਕੱਲ੍ਹ ਨੂੰ ਉਹਨੂੰ ਕਹਿਣ ਦੀ ਗੁੰਜਾਇਸ਼ ਨਾ ਰਹੇ ਵੀ ਸਾਡੇ ਕੋਲ ਇਹਦਾ ਕੋਈ ਕੰਟਰੈਕਟ ਐਡਰੈਸ ਹੈ ਨਹੀਂ ਸੀ। ਔਰ ਜਦੋਂ ਇੱਦਾਂ ਹੁੰਦਾ ਜੀ ਕੇਸ ਕੋਰਟ ਵਿੱਚ ਚੱਲਦਾ,
ਤੇ ਉਹ ਕਈ ਵਾਰੀ ਸਾਲ, 1.5 ਸਾਲ, 2 ਸਾਲ ਲੱਗ ਜਾਂਦੇ ਆ। ਜੋ ਪ੍ਰਾਪਰਟੀ ਜਿਹੜੀ ਅਸੀਂ 1 ਕਰੋੜ ਦੀ ਵੇਚੀ ਸੀ, 10 ਲੱਖ ਬਿਆਨਾ ਲਿਆ, ਉਹਦੀ ਪ੍ਰਾਈਸ ਵੱਧ ਕੇ ਕਈ ਵਾਰੀ 2 ਕਰੋੜ 2.5 ਕਰੋੜ ਹੋ ਜਾਂਦੀ ਆ। ਤੇ ਉਹ ਜਿਹੜੀ ਪਾਰਟੀ ਆ ਉਹਨੇ 10 ਲੱਖ ਬਿਆਨਾ ਸਾਨੂੰ ਦਿੱਤਾ, ਪਰ ਉਹੀ ਪ੍ਰਾਪਰਟੀ ਉਹਨੇ ਸਾਲ 2 ਸਾਲ ਬਾਅਦ ਡਬਲ ਪ੍ਰਾਈਸ ਤੇ ਵੇਚ ਲਈ। ਠੀਕ ਹੈ ਜੀ, ਉਹ 10 ਲੱਖ ਵਿੱਚ ਉਹ ਪ੍ਰਾਪਰਟੀ ਉਹਨੇ ਆਪਣੇ ਲਈ ਗਾਹਾਂ ਵੇਚ ਦਿੱਤੀ ਆ। ਠੀਕ ਹੈ, ਉਹ 10 ਲੱਖ ਲਾ ਕੇ ਵੀ ਕਈ ਵਾਰੀ ਕਰੋੜ ਰੁਪਈਆ ਕੱਢ ਜਾਂਦੇ ਹੈਗੇ ਆ। ਔਰ ਇਸ ਕਰਕੇ ਜਿਹੜੇ ਸਾਡੇ ਭੈਣ ਭਰਾ ਇੱਥੋਂ ਜਾਂਦੇ ਹੈਗੇ, NRI ਭੈਣਾਂ ਵੀਰ ਜਾਂਦੇ ਆ, ਉਹਨਾਂ ਨੂੰ ਬਹੁਤ ਸੋਚ ਕੇ ਸਮਝ ਕੇ ਔਰ ਇਹ ਜਿਹੜੇ ਕੰਮ ਆ ਬੜੀ ਸਮਝਦਾਰੀ ਦੇ ਨਾਲ ਕਰਨੇ ਚਾਹੀਦੇ ਹੈਗੇ ਆ। ਔਰ ਮੈਂ ਹਰ ਪ੍ਰੋਗਰਾਮ ਵਿੱਚ ਕਹਿਣਾ ਹੁੰਦਾ ਕਿ ਜੇ ਅਸੀਂ ਥੋੜ੍ਹੇ ਬਹੁਤੇ ਪੈਸੇ ਖਰਚ ਕੇ ਉੱਥੋਂ ਕਿਸੇ ਐਕਸਪਰਟ ਦੀ ਜਾਂ ਵਕੀਲ ਦੀ ਓਪੀਨੀਅਨ ਲੈ ਲਈਏ, ਉਹਦੀ ਰਾਏ ਲੈ ਲਈਏ ਵੀ ਆ ਬਿਆਨਾ ਠੀਕ ਹੈਗਾ, ਮੈਨੂੰ ਕੋਈ ਹੋਰ ਟਰਮ ਐਂਡ ਕੰਡੀਸ਼ਨ ਤਾਂ ਨਹੀਂ ਰੱਖਣੀ ਪੈਂਦੀ। ਔਰ ਕਈ ਵਾਰੀ ਕੀ ਹੁੰਦਾ, ਬਿਆਨੇ ਦੀ ਅਸਲ ਕਾਪੀ ਉਹੀ ਰੱਖ ਲੈਂਦੇ ਜਦ ਕਿ ਸਾਨੂੰ ਚਾਹੀਦੀ ਆ। ਔਰ ਕਾਪੀਆਂ 2 ਤਿਆਰ ਕਰਨੀਆਂ ਚਾਹੀਦੀਆਂ, ਆਪਣੀ ਕਾਪੀ ਤੁਹਾਡੇ ਕੋਲ ਹੋਣੀ ਚਾਹੀਦੀ ਆ, ਉਹਦੇ ਤੁਸੀਂ ਆਪਣੇ ਵਿਟਨੈਸ ਪਾਓ। ਔਰ ਮੋਸਟਲੀ ਉਹ ਵਿਟਨੈਸ ਵੀ ਦੇਖੋ, ਬਿਆਨਾ ਵੀ ਬਾਜੀ ਉਹਨਾਂ ਰੱਖ ਲਿਆ ਆਪਣੇ ਕੋਲ, ਵਿਟਨੈਸ ਵੀ ਉਹਨਾਂ ਦੇ ਹੈਗੇ ਆ। ਔਰ ਸਾਡੇ ਹੱਥ ਕੀ ਰਹਿ ਗਿਆ? ਕੁਛ ਵੀ ਨਹੀਂ, ਜਿਹੜਾ 10 ਲੱਖ ਰੁਪਈਆ ਅਸੀਂ ਲੈ ਕੇ ਆ ਗਏ ਆ। ਔਰ ਉਹ ਬਿਆਨੇ ਦੀ ਜਦੋਂ ਸਾਈਨ ਹੋਇਆ, ਉਹ ਸਾਨੂੰ ਕਾਫੀ ਖਰਾਬ ਕਰ ਸਕਦੇ ਹੈਗੇ ਆ। ਇਸ ਕਰਕੇ ਜਿਹੜੇ ਇਹ ਬਿਆਨੇ ਆ ਸਾਨੂੰ ਬੜੀ ਸੂਝ ਬੂਝ ਦੇ ਨਾਲ ਕਰਨੇ ਚਾਹੀਦੇ ਹੈਗੇ ਆ। ਮੈਂ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਹਾਂ, ਕਿਉਂਕਿ ਬਲਵਿੰਦਰਜੀਤ ਸਿੰਘ ਜੀ ਟੋਰਨਾ ਇੰਡੀਅਨ ਲਾਅ ਦੇ ਮਾਹਰ ਵਕੀਲ, ਜੋ ਇੱਥੇ ਦਾ ਇਹਨਾਂ ਦਾ ਪਤਾ ਹੈ, ਜੋ ਇੰਗਲੈਂਡ ਵਿੱਚ ਜਿੱਥੇ ਪ੍ਰੈਕਟਿਸ ਆਫਿਸ ਇਹਨਾਂ ਦਾ ਹੈ, ਉਹ ਹੈ 19 ਹਾਈ ਸਟਰੀਟ, ਵੈਸਟ ਬ੍ਰਾਮਿਚ। ਇਸ ਦਾ ਪੋਸਟ ਕੋਡ ਆਪ ਜੀ ਨੋਟ ਕਰੋ, B70 6PJ। ਇਸੇ ਤਰ੍ਹਾਂ ਇਹਨਾਂ ਦਾ ਕਾਂਟਰੈਕਟ ਨੰਬਰ ਜਿਹੜਾ ਦਫ਼ਤਰ ਦਾ ਹੈ ਜੀ, ਉਹ ਲੈਂਡਲਾਈਨ, ਉਹ ਹੈ 0121 553 5833। ਆਪ ਜੀ ਨੋਟ ਕਰੋ। ਇਹਨਾਂ ਦਾ ਮੋਬਾਈਲ ਟੈਲੀਫੋਨ 078 773 28062। ਸੋ ਇਹਨਾਂ ਨੰਬਰਾਂ 'ਤੇ ਤੁਸੀਂ ਟੋਰਨਾ ਸਾਹਿਬ ਜੀ ਨੂੰ ਕਿਸੇ ਵੀ ਵੇਲੇ ਦਫ਼ਤਰ ਦੇ ਟਾਈਮ 'ਤੇ ਅਤੇ ਤੁਸੀਂ ਆਫ ਦਾ ਜਿਹੜਾ ਟਾਈਮ ਹੈ ਦਫ਼ਤਰ ਦਾ, ਉਹਦੇ 'ਤੇ ਵੀ ਤੁਸੀਂ ਕੰਟਰੈਕਟ ਕਰ ਸਕਦੇ ਹੋ। ਪਰ ਨਾਲ ਦੀ ਨਾਲ ਆਪ ਜੀ ਨੂੰ ਬੇਨਤੀ ਕਰਾਂਗਾ, ਕਿਉਂਕਿ ਜਿਹੜੇ ਵੀ ਕੋਈ ਵੀ ਇਹੋ ਜਿਹੇ ਮਸਲੇ ਹਨ, ਜਿਵੇਂ ਟੋਰਨਾ ਜੀ ਨੇ ਹੁਣੇ ਦੱਸਿਆ ਹੈ ਕਿ ਕਰੋੜ ਦੀ ਪ੍ਰਾਪਰਟੀ 10 ਲੱਖ ਲੈ ਕੇ ਵਾਪਸ ਆ ਗਏ, ਉਹੀ ਕਰੋੜ ਦੀ ਪ੍ਰਾਪਰਟੀ ਜਿਹੜੀ ਹੈ ਉਹ 6 ਮਹੀਨੇ ਸਾਲ ਤੱਕ 2 ਕਰੋੜ 1.5 ਕਰੋੜ ਜਾਂ ਕਿਸੇ ਵੀ ਰਕਮ ਦੀ ਬਣ ਸਕਦੀ ਹੈ। ਤੇ ਉਹਨਾਂ ਨੇ ਪੈਸੇ ਦਿੱਤੇ ਨਹੀਂ, ਉਹਨਾਂ ਨੇ 2 ਕਰੋੜ ਵੱਟ ਕੇ ਆਪ ਹੀ ਜੇਬ 'ਚ ਪਾ ਕੇ ਤੇ ਬਾਕੀ ਦੇ ਪੈਸੇ ਹੌਲੀ ਹੌਲੀ ਘੜੀਸ ਕੇ ਦਿੱਤੇ। ਸੋ ਟੋਰਨਾ ਜੀ, ਇਹ ਦੱਸੋ ਤੁਸੀਂ ਵੀ ਇਹਨਾਂ ਦਾ ਹੱਲ ਕੀ ਹੈ? ਫਿਰ ਕੀ ਹੋਣਾ ਚਾਹੀਦਾ? ਹੱਲ ਹੈਗਾ ਅਵੇਅਰਨੈਸ ਜੀ, ਜਾਗਰਤੀ। ਸਾਨੂੰ ਦੇਖੋ, ਜੇ ਅਸੀਂ ਜ਼ਮੀਨ ਵੇਚਣੀ ਹੈ, ਮੈਂ ਸਾਰਿਆਂ ਨੂੰ ਕਹਿੰਦਾ ਹੁੰਦਾ, ਤੁਸੀਂ ਜਿਹੜੇ ਮਰਜ਼ੀ ਵਕੀਲ ਦੀ ਸਲਾਹ ਲਓ, ਸਾਡੀ ਮੈਂ ਨਹੀਂ ਕਹਿੰਦਾ ਵੀ ਸਾਡੀ ਸਲਾਹ ਲਓ, ਪਰ ਸਾਡਾ ਇਹ ਹੈਗਾ ਅਸੀਂ ਜਿਹੜੀ ਸਲਾਹ ਦਿੰਦੇ ਹੈਗੇ ਬਿਲਕੁਲ ਸਹੀ ਦਿੰਦੇ ਹਾਂ, ਕੋਈ ਗੱਪ ਨਹੀਂ ਮਾਰਦੇ, ਸੱਚਾਈ ਦੇ ਬਿਲਕੁਲ ਨਾਲ ਲੈ ਕੇ ਅਸੀਂ ਚੱਲਦੇ ਹੈਗੇ ਹਾਂ। ਠੀਕ ਹੈ। ਔਰ ਮੈਂ ਪਹਿਲਾਂ ਇਹ ਕਹਿੰਦਾ ਹੁੰਦਾ, ਆਪਣੀ ਪ੍ਰਾਪਰਟੀ ਤੁਸੀਂ ਆਪ ਜਾ ਕੇ ਵੇਚੋ। ਕਿਸੇ ਦਿਨ ਜੋ ਤੁਸੀਂ ਆਪਣੇ ਲਈ ਕਰ ਲੈਣਾ, ਹੋ ਸਕਦਾ ਦੂਜਾ ਉਹ ਤੁਹਾਡੇ ਲਈ ਨਾ ਕਰੇ। ਠੀਕ ਹੈ। ਬੈਸਟ ਹੈ ਜੀ, ਤੁਸੀਂ ਇੱਥੋਂ ਪਲਾਨ ਕਰਕੇ ਜਾਓ, ਉੱਥੇ ਜਾ ਕੇ ਦੇਖੋ ਕੀ ਪ੍ਰਾਈਸ ਹੈਗੀ ਆ, ਏਰੀਏ ਦੀ ਪ੍ਰਾਈਸ ਦੇਖੋ, ਆਪਣਾ ਪੂਰਾ ਧਿਆਨ ਉਸੇ ਕੰਮ ਲਈ ਲਾਓ ਜਿਹੜੇ ਕੰਮ ਤੁਸੀਂ ਜਾ ਰਹੇ ਆ, ਬਾਕੀ ਕੰਮਾਂ ਨੂੰ ਛੱਡ ਲਓ। ਕਈ ਵਾਰੀ ਕੀ ਹੁੰਦਾ, ਅਸੀਂ ਇੱਥੋਂ ਇੰਪੋਰਟੈਂਟ ਕੰਮ ਹੈ ਜੀ, ਅਸੀਂ ਆ ਪਲਾਟ ਆਪਣਾ ਵੇਚਣ ਚੱਲੇ, ਜ਼ਮੀਨ ਹੈ 10 ਖੇਤ ਵੇਚਣ ਚੱਲੇ, ਪਰ ਉੱਥੇ ਜਾ ਕੇ ਹੋਰ ਬਹੁਤ ਕੰਮ ਨਿਕਲ ਆਉਂਦੇ ਆ, ਦੁੱਖ ਸੁੱਖ ਹੁੰਦਾ, ਕੋਈ ਵਿਆਹ ਸ਼ਾਦੀਆਂ, ਸਾਡਾ ਜਿਹੜਾ ਜ਼ਿਆਦਾ ਟਾਈਮ ਅਸੀਂ ਉੱਧਰ ਹੈ। ਔਰ ਜਦੋਂ ਆਉਣ ਲੱਗਦੇ ਆ, ਫਿਰ ਸਾਨੂੰ ਚੇਤਾ ਆਉਂਦਾ ਵੀ ਅਸੀਂ ਤਾਂ ਮੇਨ ਕੰਮ ਆਏ ਸੀ, ਔਰ ਅਸੀਂ ਉਹ ਜਿਹੜਾ ਕਾਹਲੀ 'ਚ ਕੰਮ ਕਰਦੇ ਆ, ਉਹਦੇ ਸਾਡਾ ਜ਼ਿਆਦਾ ਨੁਕਸਾਨ ਹੁੰਦਾ। ਔਰ ਕਾਹਲੀ 'ਚ ਕਦੀ ਵੀ ਕੋਈ ਜਿਹੜਾ ਕੰਮ ਅਸੀਂ ਕਰਦੇ ਆ, ਉਹਦਾ ਜਿਹੜਾ ਰਿਜ਼ਲਟ ਆ ਸਾਡੇ ਲਈ ਗੁੱਡ ਨਹੀਂ ਆਉਂਦਾ। ਜਿਹੜਾ ਤੁਸੀਂ ਕੰਮ ਕਰਨਾ, ਉਹਨੂੰ ਸੋਚ ਸੂਝ ਬੂਝ ਦੇ ਨਾਲ ਕਰੋ। ਔਰ ਹੋ ਸਕੇ ਵਕੀਲ ਦੀ ਓਪੀਨੀਅਨ ਜ਼ਰੂਰ ਲਵੋ, ਆਪਣਾ ਮਾਈਂਡ ਅਪਲਾਈ ਕਰੋ, ਤੇ ਜਿੱਥੇ ਵੀ ਸਾਈਨ ਕਰਨੇ ਆ ਪੜ੍ਹ ਕੇ ਪਹਿਲਾਂ ਪੂਰੀਆਂ ਉਹਦੀਆਂ ਸਾਰੀਆਂ ਸ਼ਰਤਾਂ ਪੜ੍ਹੋ। ਜੇ ਕੋਈ ਤੁਹਾਨੂੰ ਸ਼ਰਤ ਉਹਦੇ ਵਿੱਚ ਨਹੀਂ ਮਨਜ਼ੂਰ ਹੈਗੀ, ਉਹ ਜੋ ਤੁਸੀਂ ਚਾਹੁੰਦੇ ਉਹਦੇ ਵਿੱਚ ਲਿਖੋ। ਔਰ ਵਿਟਨੈਸ ਆਪਣੇ ਜ਼ਰੂਰ ਪਾਓ, ਔਰ ਉਹਦੀਆਂ ਜਿਹੜਾ ਐਗਰੀਮੈਂਟ ਕਰਨਾ ਹੈਗੀਆਂ, ਉਹਦੀਆਂ 2 ਕਾਪੀਆਂ ਬਣਾਓ, ਇੱਕ ਦੂਜੀ ਕਾਪੀ ਕੋ ਦੂਜੀ ਪਾਰਟੀ ਕੋ ਬੇਸ਼ੱਕ ਤੁਸੀਂ ਲੈ ਕੇ ਆਓ, ਦੂਜੀ ਪਾਰਟੀ ਨੂੰ ਫੋਟੋ ਕਾਪੀ ਦਿਓ, ਕਿਉਂਕਿ ਐਗਰੀਮੈਂਟ ਤਾਂ ਸਾਡੇ ਨਾਲ ਜੇ ਉਹਨੂੰ ਲੋੜ ਹੈ ਤਾਂ 2 ਕਾਪੀਆਂ ਹੋਣੀਆਂ ਚਾਹੀਦੀਆਂ। ਤੇ ਜੇ ਸਾਡਾ ਕੰਮ ਜਿਹੜਾ ਸੋਲਿਡ ਹੋਏਗਾ, ਫਿਰ ਸਾਨੂੰ ਇਹਦੀ ਪ੍ਰੋਬਲਮ ਜਿਹੜੀ ਆ ਘੱਟ ਆਉਣੀ ਚਾਹੀਦੀ ਆ। ਔਰ ਉਹਦੇ ਨਾਲ ਜਿਹੜੀਆਂ ਅਸੀਂ ਡੇਟਾ ਪਾਈਆਂ ਹੈਗੀਆਂ, ਉਹਦੇ ਤੇ ਅਸੀਂ ਨਹੀਂ ਤਾਂ ਸਾਨੂੰ ਕਿਸੇ ਨੂੰ ਸਪੈਸ਼ਲ ਅਥਾਰਟੀ ਆਪਣੇ ਬਿਹਾਫ ਤੇ ਐਕਟ ਕਰਨ ਦੀ ਦੇ ਸਕਦੇ ਹੈਗੇ ਆ, ਜਿਹੜਾ ਸਾਡੇ ਬਿਹਾਫ ਤੇ ਐਕਟ ਕਰੇ। ਨਹੀਂ ਤੇ ਜੋ ਡੇਟ ਪਾਈ ਆ, ਸਾਨੂੰ ਉਸ ਡੇਟ ਤੇ ਉੱਥੇ ਜਾ ਕੇ ਹਾਜ਼ਰੀ ਲਵਾਉਣੀ ਜ਼ਰੂਰੀ ਹੁੰਦੀ ਆ, ਤਾਂ ਕਿ ਅਸੀਂ ਪੈਸੇ ਲਈਏ। ਨਹੀਂ ਤਾਂ ਅਸੀਂ ਇਹ ਦੱਸ ਸਕੀਏ ਵੀ ਅਸੀਂ ਵੀ ਉਦੋਂ ਹਾਜ਼ਰ ਸੀ, ਔਰ ਦੂਜੀ ਪਾਰਟੀ ਨੂੰ ਕੋਰਟ ਵਿੱਚ ਜਾ ਕੇ ਸਟੇ ਲੈਣ ਦਾ ਕੋਈ ਮੌਕਾ ਨਾ ਮਿਲੇ, ਨਾ ਦਿੱਤਾ ਜਾਵੇ। ਸੋ ਧੰਨਵਾਦ ਤੁਹਾਡਾ ਇਹ ਦੱਸਣ ਦਾ। ਨਾਲ ਦੀ ਨਾਲ ਅਸੀਂ ਸਰੋਤਿਆਂ ਨੂੰ ਫੇਰ ਦੱਸਣਾ ਚਾਹੁੰਦੇ ਹਾਂ, ਕਿਉਂਕਿ ਅਸੀਂ ਟੈਲੀਫੋਨ ਦੀਆਂ ਲਾਈਨਾਂ ਖੋਲ ਚੁੱਕੇ ਹਾਂ। ਅਗਰ ਕਿਸੇ ਵੀ ਵੀਰ ਜਾਂ ਭੈਣ ਨੇ ਕੋਈ ਵੀ ਕਿਸੇ ਤਰ੍ਹਾਂ ਦਾ ਟੋਰਨਾ ਸਾਹਿਬ ਨੂੰ, ਵਕੀਲ ਸਾਹਿਬ ਨੂੰ, ਤੁਸੀਂ ਕੋਈ ਇੰਡੀਅਨ ਲਾਅ ਦਾ ਕੋਈ ਸਵਾਲ ਪੁੱਛਣਾ ਚਾਹੋ, ਤੁਸੀਂ ਟੈਲੀਫੋਨ ਰਾਹੀਂ ਇਹ ਤੁਹਾਡੇ ਸਿੱਧਾ ਜਿਹੜਾ ਜਵਾਬ ਹੈ ਆਨਲਾਈਨ ਦਿੱਤਾ ਜਾ ਸਕਦਾ ਹੈ। ਸੋ ਆਪ ਜੀ ਕੋਸ਼ਿਸ਼ ਕਰਿਆ ਕਰੋ, ਜਿਹੜਾ ਸਵਾਲ ਹੈ ਉਸ ਨੂੰ ਸੰਕੋਚ ਨਾਲ ਕੀਤਾ ਜਾਵੇ, ਤਾਂ ਕਿ ਆਪਾਂ ਥੋੜ੍ਹੇ ਸਵਾਲਾਂ ਦਾ ਜਵਾਬ ਸਾਰਿਆਂ ਨੂੰ ਹੀ ਮਿਲਦਾ ਰਹੇ। ਸੋ ਧੰਨਵਾਦ ਟੋਰਨਾ ਜੀ। ਪਰ ਨਾਲ ਦੀ ਨਾਲ ਟੋਰਨਾ ਜੀ, ਕਈ ਵਾਰੀ ਕੀ ਹੁੰਦਾ, ਇੱਥੇ ਸਾਡੇ ਭੈਣ ਭਰਾ ਜਿਹੜੇ ਆ,
ਉਹ ਜ਼ਮੀਨ ਜਾਂ ਪ੍ਰਾਪਰਟੀ ਜਾਂ ਕੋਈ ਚੀਜ਼ਾਂ ਕੁਛ ਨਾ ਕੁਛ ਇਨਵੈਸਟਮੈਂਟ ਕਰਕੇ ਨਾ ਆਪਣੀ ਚੀਜ਼ ਜਿਹੜੀ ਹੈ ਆਪਣੇ ਭਰਾ ਜਾਂ ਕਿਸੇ ਖਾਸ ਰਿਸ਼ਤੇਦਾਰ ਦੇ ਨਾਂ ਲਵਾਏ ਹੁੰਦੇ ਜੀ। ਪੈਸਾ ਵੀ ਸਾਰਾ ਇੱਕ ਨੰਬਰ ਭੇਜਦਾ ਵਿੱਚ ਭੇਜਿਆ ਹੁੰਦਾ। ਜੀ ਜੀ ਜੀ। ਪਰ ਹੁੰਦਾ ਇਹ ਕੀ ਵੀ ਜਦੋਂ ਉਹ ਕੁਛ ਜਮ੍ਹਾਂ ਪਾ ਕੇ ਜਾਂਦਾ ਤੇ ਉਹਦਾ ਜਿਹੜਾ ਉਹ ਮਾਲਕ ਬਣਿਆ ਹੁੰਦਾ, ਜਿਹਨੂੰ ਪੈਸੇ ਦੇ ਕੇ ਬਣਾਇਆ ਗਿਆ ਹੁੰਦਾ, ਜੀ, ਤੇ ਉਹ ਉਸ ਵੀਰ NRI ਭਰਾ ਦੇ ਜਾਂ ਭੈਣ ਦੇ ਉਹ ਕੋਈ ਲੜ ਫੱਲਾ ਨਹੀਂ ਫੜਾਉਂਦਾ। ਹੁਣ ਉਹਦਾ ਹੱਲ ਕੀ ਹੈ ਕੀਤਾ ਜਾ ਸਕਦਾ? ਹਸਨ ਸਾਹਿਬ, ਜਿੱਦਾਂ ਆਪਾਂ ਪਹਿਲਾਂ ਵੀ ਪ੍ਰੋਗਰਾਮਾਂ 'ਚ ਆਪਾਂ ਆਮ ਅਵੇਅਰਨੈਸ ਆਪਣੇ ਭੈਣ ਭਰਾਵਾਂ ਨੂੰ ਦਿੰਦੇ ਹੁੰਦੇ ਆ ਕਿ ਜਦੋਂ ਪਹਿਲਾਂ ਭੈਣ ਭਰਾ ਇੱਥੇ ਆਏ ਸੀ ਉਹਨਾਂ ਪੈਸੇ ਇਸ ਹਿਸਾਬ ਨਾਲ ਭੇਜੇ ਵੀ ਸਾਡੇ ਪਰਿਵਾਰ ਦੀ ਪ੍ਰਾਪਰਟੀ ਬਣਦੀ, ਉਹਨਾਂ ਕਦੀ ਇਹ ਸੋਚਿਆ ਹੀ ਨਹੀਂ ਵੀ ਸਾਡੀ ਬਣਦੀ ਜਾਂ ਮੇਰੇ ਨਾਲ ਲੱਗਾ ਕਿ ਨਹੀਂ ਲੱਗਾ ਹੈਗਾ। ਔਰ ਇਸੇ ਮਾਣ ਨਾਲ ਮੇਰੇ ਕੋਲ ਆਉਂਦੇ ਭੈਣ ਭਰਾ, ਉਹ ਕਹਿੰਦੀ ਯਾ ਮੈਂ ਇੰਨੇ ਪੈਸੇ ਭੇਜੇ ਸੀਗੇ, ਅਸੀਂ ਆਹ 20 ਕਿੱਲੇ ਲਏ ਸੀਗੇ, ਅਸੀਂ 3 ਭਰਾਵਾਂ ਜੀ, ਦੂਜੇ ਭਰਾਵਾਂ ਨੇ ਕਈ ਵਾਰੀ ਤੇ ਹੁੰਦਾ ਵੀ ਇੱਥੋਂ ਵਾਲੇ ਦੇ ਨਾਂ ਹੀ ਨਹੀਂ ਲਵਾਏ, ਜਾਂ ਕਈ ਵਾਰੀ ਹੁੰਦਾ 3 ਭਰਾਵਾਂ ਨੇ ਨਾਂ ਲਵਾ ਲਏ, ਸਾਰੇ ਪੈਸੇ ਮੈਂ ਦਿੱਤੇ ਹੈਗੇ ਆ ਔਰ 1 ਨੰਬਰ ਦਾ ਪੈਸਾ ਹੈਗਾ। ਪਰ ਇਹਨਾਂ ਗੱਲਾਂ ਨੂੰ ਜਿੱਦਾਂ ਹੁਣ 20 ਸਾਲ ਹੋ ਗਏ, ਠੀਕ ਹੈ, ਹੁਣ ਜੇ ਆਪਾਂ ਕਾਨੂੰਨੀ ਵਿਸ਼ੇ ਤੇ ਦੇਖੀਏ ਤਾਂ ਪਹਿਲਾਂ ਤਾਂ ਇਹ ਸੀਗਾ, ਪਹਿਲਾਂ ਬਨਾਮੀ ਟ੍ਰਾਂਜੈਕਸ਼ਨ ਸੀਗਾ, ਤੁਸੀਂ ਕਿਸੇ ਦੇ ਨਾਂ ਤੇ ਪ੍ਰਾਪਰਟੀ ਲੈ ਸਕਦੇ ਸੀ ਔਰ ਤੁਸੀਂ ਕੱਲ੍ਹ ਨੂੰ ਕਲੇਮ ਕਰ ਸਕਦੇ ਵੀ ਆ ਦੇਖੋ ਮੈਂ ਪੈਸੇ ਭੇਜੇ ਸੀਗੇ, ਮੈਂ ਇੱਥੇ ਨਹੀਂ ਸੀਗਾ, ਇਹਨੇ ਪ੍ਰਾਪਰਟੀ ਆਪਣੇ ਨਾਂ ਤੇ ਲਵਾਤੀ ਪਰ ਪ੍ਰਾਪਰਟੀ ਦਾ ਹੱਕਦਾਰ ਮੈਂ ਆ। ਠੀਕ ਹੈ, ਉਸ ਵੇਲੇ ਕਾਨੂੰਨ ਸੀਗਾ, ਮੰਨੀ ਜਾਂਦੀ ਸੀਗੀ। ਫਿਰ ਬਨਾਮੀ ਟ੍ਰਾਂਜੈਕਸ਼ਨ ਪ੍ਰੋਹਿਬਿਸ਼ਨ ਐਕਟ 1988 ਦੇ ਵਿੱਚ ਗੌਰਮੈਂਟ ਨੇ ਪਾਸ ਕਰ ਦਿੱਤਾ ਵੀ ਤੁਸੀਂ ਕਿਸੇ ਦੇ ਨਾਂ ਤੇ ਪ੍ਰਾਪਰਟੀ ਨਹੀਂ ਲੈ ਸਕਦੇ, ਜਿਹੜੀ ਪ੍ਰਾਪਰਟੀ ਆ ਤੁਸੀਂ ਆਪਣੇ ਹੀ ਨਾਂ ਤੇ ਲਵੋਗੇ। ਮਤਲਬ ਜਦੋਂ ਇਹਦਾ ਪ੍ਰੋਹਿਬਿਟ ਕਰ ਦਿੱਤਾ ਵੀ ਤੁਸੀਂ ਪ੍ਰਾਪਰਟੀ ਨਹੀਂ ਲੈ ਸਕਦੇ ਤੇ ਇਹ ਜਿਹੜਾ ਕਾਨੂੰਨ ਬਣ ਗਿਆ। ਠੀਕ ਹੈ, ਆਪਣੇ ਕੋਲ ਟੋਨਾ ਸਾਹਿਬ ਜੀ ਇੱਕ ਕੋਲ ਆ, ਆਪਾਂ ਕੋਲ ਪਹਿਲਾਂ ਲੈ ਲਈਏ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਵਕੀਲ ਸਾਹਿਬ ਨਾਲ ਗੱਲ ਕਰਨੀ ਚਾਹੁੰਦਾ। ਕੌਣ ਬੋਲਦਾ ਜੀ? ਆਪ ਕਰੋ ਗੱਲ। ਮੈਂ ਹਰਮਿੰਦਰ ਜੰਗੂ ਬੋਲਦਾ ਜੀ, ਲੰਡਨ ਤੋਂ। ਜੀ ਭਾਜੀ, ਤੁਸੀਂ ਆਪਣਾ ਸਵਾਲ ਪੁੱਛ ਸਕਦੇ ਜੀ। ਵਕੀਲ ਸਾਹਿਬ, ਮੇਰਾ ਇੱਕ ਟੈਕਸ ਦਾ ਕੇਸ ਹੈ, ਬਹੁਤ ਪੁਰਾਣਾ, ਇੰਡੀਆ 'ਚ। ਟੈਕਸ ਦਾ ਜੀ? ਹਾਂਜੀ ਹਾਂਜੀ। ਮੈਨੂੰ PO ਡਿਕਲੇਅਰ ਕੀਤਾ ਆ ਉਹਨਾਂ ਨੇ ਉੱਥੇ। ਹਾਂਜੀ। ਤੇ ਉਹਦੇ ਬਾਰੇ ਮੈਂ ਕਈਆਂ ਆਪਣੇ ਇਨਕਮ ਟੈਕਸ ਵਾਲਿਆਂ ਨੂੰ, ਹੋਰ ਆਪਣੇ ਇਨਕਮ ਟੈਕਸ ਬੋਰਡ ਆਫ ਡਾਇਰੈਕਟਰਸ ਨੂੰ, ਫਾਈਨੈਂਸ ਮਿਨਿਸਟਰ ਨੂੰ ਵੀ ਸਾਰਿਆਂ ਨੂੰ ਚਿੱਠੀਆਂ ਲਿਖੀਆਂ, ਕੋਈ ਜਵਾਬ ਨਹੀਂ ਦੇ ਰਿਹਾ। ਭਾਜੀ ਜਿੱਥੋਂ ਤੇ ਮੈਨੂੰ ਨੌਲੇਜ ਹੈ ਇਹ ਕ੍ਰਿਮੀਨਲ ਅਫੈਂਸ 'ਚ ਨਹੀਂ ਆਉਂਦਾ ਹੈਗਾ, ਇਹ ਤਾਂ ਜਿਹੜੀ ਆ ਸਿਵਲ ਹੈਗਾ, ਇਹਦੇ 'ਚ PO ਦਾ ਕੋਈ ਗੱਲ ਬਣਦੀ ਨਹੀਂ ਗੀ। ਜਾਂ ਤੁਸੀਂ ਮੈਨੂੰ ਸਾਰਾ ਆਪਣਾ ਕੇਸ ਹੈ ਨਾ ਆਫ ਦੀ ਏਅਰ ਮੈਨੂੰ ਸਮਝਾ ਸਕਦੇ ਆ, ਕਿਉਂਕਿ ਜਿਹੜਾ PO ਕਰਦੇ ਉਹ ਕ੍ਰਿਮੀਨਲ ਜੇ ਅਫੈਂਸ ਹੋਵੇ ਤਾਂ ਵਾ, ਇਹਦੇ ਵਿੱਚ ਤੇ ਜਿਹੜੀ ਪੈਨਲਟੀ ਹੈ ਉਹ ਵੱਧਦੀ ਜਾਂਦੀ ਹੁੰਦੀ ਭਾਜੀ, ਜਿੱਥੋਂ ਤੇ ਮੈਂ ਸਮਝ ਸਕਦਾ ਹੈਗਾ। ਜੇ ਵੈਸੇ ਦੇਖੀਏ ਤੇ ਜਿਹੜਾ ਇਨਕਮ ਟੈਕਸ ਤੇ ਮੈਂ ਪ੍ਰੈਕਟਿਸ ਨਹੀਂ ਕਰਦਾ ਹੈਗਾ, ਠੀਕ ਹੈ, ਮੈਨੂੰ ਕ੍ਰਿਮੀਨਲ ਲਾਅ ਦਾ ਸਾਰਾ ਪਤਾ ਹੈਗਾ। ਤੇ ਜਿਹੜੇ PO ਹੈਗੇ ਆ ਮੋਸਟਲੀ ਕ੍ਰਿਮੀਨਲ ਕੇਸਾਂ ਦੇ ਵਿੱਚ ਕੀਤੇ ਜਾਂਦੇ ਹੈਗੇ ਆ, ਔਰ ਜਿਹੜੇ ਇਹ ਟੈਕਸ ਆ ਉਹਦੇ ਵਿੱਚ ਜਿਹੜਾ ਆਪਣੇ ਤੇ ਕੋਈ ਪੈਨਲਟੀ ਲੱਗਦੀ ਆ, ਉਹ ਪੈਨਲਟੀ ਲੱਗ ਸਕਦੀ ਆ, ਵੱਧ ਸਕਦੀ ਆ। ਔਰ ਜਿੱਥੋਂ ਦੇ ਮੈਂ ਸਮਝ ਸਕਦਾ ਹੈਗਾ ਵੀ ਜਿਹੜੀ ਗੌਰਮੈਂਟ ਆ ਜਾਂ ਜਿਹੜਾ ਦਾ ਡਿਪਾਰਟਮੈਂਟ ਆ, ਉਹ ਜਿਹੜੀ ਤੁਹਾਡੀ ਪ੍ਰਾਪਰਟੀ ਆ ਜਿਹਦੇ ਤੇ ਟੈਕਸ ਲੱਗਾ ਹੈਗਾ, ਤੁਹਾਡੀ ਪ੍ਰਾਪਰਟੀ ਨੂੰ ਜ਼ਬਤ ਕਰ ਸਕਦੇ, ਤੁਹਾਨੂੰ PO ਜਿੱਥੋਂ ਦੇ ਮੈਂ ਸਮਝ ਸਕਦਾ ਨਹੀਂ ਕਰ ਸਕਦਾ। ਹੋਇਆ ਇਸ ਤਰ੍ਹਾਂ ਸੀਗਾ ਜੀ। ਤੇ ਮੈਂ ਆਪਣੇ ਪੁਰਾਣੀ 86 ਦੀ ਗੱਲ ਹੈ ਜੀ ਇਹ। ਜੀ 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 ਜੀ। ਮੈਂ ਉੱਥੇ ਆਪਣੀ ਐਫੀਡੇਵਿਟ ਮੈਂ 3 ਮਹੀਨੇ ਤੋਂ ਜ਼ਿਆਦਾ ਰਹਿ ਕੇ ਆਇਆ ਸੀ ਇੰਡੀਆ ਜੀ। ਉਦੋਂ ਆਪਾਂ ਲੈਣਾ ਉਹਦਾ ਇਨਕਮ ਟੈਕਸ ਕਲੀਅਰੈਂਸ ਸਰਟੀਫਿਕੇਟ ਲੈਣਾ ਪੈਂਦਾ ਜੀ। ਵਾਪਸ ਆਉਣੇ, ਹਾਂਜੀ, ਲੈਣਾ ਪੈਂਦਾ ਸੀ। ਤੇ ਉਹ ਮੈਂ ਉੱਥੇ ਗਿਆ, ਸਾਨੂੰ ਏਰੀਆ ਫਗਵਾੜਾ ਲੱਗਦਾ ਹੈਗਾ ਜੀ। ਤੇ ਉਹਨਾਂ ਨੇ ਇੱਕ ਵਕੀਲ ਕੋ ਗਿਆ, ਉਹ ਕਹਿੰਦਾ ਪਹਿਲਾਂ ਮੈਂ ਰੱਖ ਲਿਆ ਉਹਨੇ, ਤਾਂ ਮਗਰੋਂ ਕਹਿੰਦਾ ਤੇਰੇ ਪੈਸੇ ਨਹੀਂ ਲੱਗਣੇ। ਮੈਂ ਕਿਹਾ 150 ਰੁਪਇਆ ਲੱਗਦਾ, ਤੂੰ 1200 ਮੰਗਦਾ ਜੀ 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 ਜੀ। ਤੇ ਮੈਂ ਉਹਨੂੰ ਕਿਹਾ, ਮੈਂ ਕਹਿੰਦਾ ਮੇਰੇ ਪੇਪਰ ਵਾਪਸ ਦੇ ਦੇ ਤੇ ਮੈਂ ਜਾਂ ਆਪਣੇ ਦੂਜੇ ਵਕੀਲ ਕੋ ਜਾਣਾ ਨਾ ਜੀ। ਜਾਂ ਦੂਜੇ ਵਕੀਲ ਕੋ ਗਿਆ ਤਾਂ ਉੱਥੇ ਉਹ ਕਹਿੰਦਾ ਕੋਈ ਗੱਲ ਨਹੀਂ, 100 ਰੁਪਇਆ ਲੱਗੂਗਾ ਤੇਰਾ, ਮੈਂ ਬਣਾ ਦੇਣਾ ਜੀ ਜੀ। ਤੇ ਉਹਨੇ ਲਿਖ ਦਿੱਤਾ, ਐਫੀਡੇਵਿਟ ਦਿੱਤਾ, ਜੇ ਮੈਂ ਇੱਥੇ ਕੁਛ ਮੈਂ ਆਪਣੇ ਪੇਰੈਂਟਸ ਕੋਲ ਰਿਹਾ ਤੇ ਮੈਂ ਕੁਛ ਨਹੀਂ ਲਿਆ, ਕੁਛ ਨਹੀਂ ਦਿੱਤਾ, ਤੇ ਐਫੀਡੇਵਿਟ ਬਣਾ ਕੇ ਦੇ ਦਿੱਤਾ। ਠੀਕ ਹੈ ਜੀ। ਤੇ ਉਹ ਜਦੋਂ ਜਿਹੜਾ ਪਹਿਲਾ ਵਕੀਲ ਸੀ ਉਹਦੀ ਵਾਰੀ ਉੱਥੇ ਪਹਿਲਾਂ ਆ ਗਈ ਇਨਕਮ ITO ਕੋ ਜੀ, ਉਹ ਉਹਦੇ ਕੰਨ 'ਚ ਫੂਕ ਮਾਰਿਆ ਵੀ ਇਹਦੇ ਕੋਲ FDR ਹੈਗੀਆਂ ਤੇ ਆਪਾਂ ਦੂਜਾ, ਮੈਂ ਕਿਉਂਕਿ ਮੈਂ ਉਹਨੂੰ ਦੱਸ ਚੁੱਕਾ ਸਾਰੀ ਗੱਲ ਪਹਿਲਾਂ ਜੀ 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 ਜੀ। ਤੇ ਉਹਨੇ ਉਹ ITO ਨੇ ਮੇਰਾ ਉੱਥੇ ਜਿਹੜਾ ਸੀਗਾ ਆਪਣੀ FDR ਜਿਹੜੀ ਸੀ ਉਹ ਰੱਖ ਲਈ ਉਹਨੇ ਜੀ, ਤੇ ਮੇਰਾ ਪਾਸਪੋਰਟ ਰੱਖ ਲਿਆ ਜੀ। ਤੇ ਉਹਨੇ ਫਿਰ ਜਦ ਪਾਸਪੋਰਟ ਮੇਰਾ ਰੱਖਿਆ ਤੇ ਉਹ ਮੈਨੂੰ ਕਹਿੰਦਾ ਤੂੰ ਜਾ, ਫਿਰ ਬਾਅਦ ਤੈਨੂੰ ਕਰਦੇ ਗੱਲ ਤੇਰੇ ਨਾਲ ਕਰਦੇ, ਤੇਰੇ ਕੋਲ ਤਾਂ ਹੈਗੇ, ਤੂੰ ਐਫੀਡੇਵਿਟ ਦਿੱਤਾ ਆ। ਠੀਕ ਹੈ ਜੀ। ਤੇ ਫਿਰ ਮੈਂ ਉਹ ਕਈ ਦਿਨ ਮੈਂ ਘੁਮਾਉਂਦਾ ਰਿਹਾ, ਫਿਰ ਮੈਂ ਆਪਣੇ ਜਲੰਧਰ ਗਿਆ ਤੇ ਜਲੰਧਰ ਮੈਨੂੰ ਜਿਹੜਾ ਆਪਣਾ ਕਮਿਸ਼ਨਰ ਸੀਗਾ ਉਹਦੇ ਕੋਲ ਮੈਂ ਸਾਰੀ ਆਪਣੀ ਫਰਿਆਦ ਕੀਤੀ ਹੈ ਜੀ। ਤੇ ਉਹਨੇ ਜਦੋਂ ਫਰਿਆਦ ਉਹਨੇ ਸੁਣ ਕੇ ਉਹ ਕਹਿੰਦਾ, ਉਹਨੇ ਇਮੀਡੀਏਟਲੀ ਉਹਨੂੰ ਫੋਨ ਕੀਤਾ ਵੀ ਇਸ ਬੰਦੇ ਦਾ ਪਾਸਪੋਰਟ ਦੇ ਵਾਪਸ ਦੇ, ਤਾਂ ਜਿਹੜੀ ਟਿਕਟ ਹੈ ਐਕਸਪਾਇਰ ਹੋਣ ਵਾਲੀ, ਇਹਨੇ ਜਾਣਾ ਹੈਗਾ ਜੀ 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 ਜੀ। ਪਾਸਪੋਰਟ ਮੈਨੂੰ ਦਵਾਤਾ ਤੇ ਉਹਨੇ ਮੈਂ ਆਪਣੇ ਚਲੋ ਟਿਕਟ ਤਾਂ ਖਰਾਬ ਹੋ ਗਈ ਮੇਰੀ, ਕਿਉਂਕਿ ਟਾਈਮ ਹੋਰ ਨਿਕਾਲਤਾ ਕਰਦੇ ਨਾ ਜੀ ਜੀ ਜੀ। ਮੈਂ ਟਿਕਟ ਹੋਰ ਲੈ ਕੇ ਤਾਂ ਫਿਰ ਇੱਥੇ ਆ ਗਿਆ ਸੀ। ਹਾਂਜੀ।
ਤੇ ਉਹਨਾਂ ਨੇ ਉਸ ਤੋਂ ਬਾਅਦ ਫਿਰ ਆਪਣੇ ਫਗਵਾੜੇ ਵਾਲਿਆਂ ਨੇ ਕੇਸ ਕਰਕੇ ਤੇ ਮੈਨੂੰ ਕਪੂਰਥਲਾ ਕੋਰਟ ਵਿੱਚ ਉਹਨਾਂ ਨੇ ਪੀਓ ਡਿਕਲੇਅਰ ਕਰਵਾਤਾ। ਭਾਈ ਤੁਹਾਡੇ ਕੋਲ ਜਿਹੜਾ ਨਾ ਜਿਹੜੇ ਕੇਸ ਤੁਹਾਨੂੰ ਪੀਓ ਕੀਤਾ ਹੈਗਾ, ਤੁਸੀਂ ਪਲੀਜ਼ ਉਹਦੀ ਕਾਪੀ ਮੈਨੂੰ ਫੈਕਸ ਕਰ ਦਿਓ। ਮੈਂ ਉੱਥੇ ਪੂਰੀ ਸਟੱਡੀ ਕਰਕੇ, ਮੇਰੇ ਜਿਹੜੇ ਉੱਥੇ ਟੀਮ ਵਕੀਲਾਂ ਦੀ ਆ, ਮੈਂ ਉਹਨਾਂ ਨਾਲ ਸਲਾਹ ਕਰਕੇ, ਤੇ ਤੁਸੀਂ ਮੈਨੂੰ ਆਪਣਾ ਟੈਲੀਫੋਨ ਨੰਬਰ ਦੇ ਦਿਓ, ਫੈਕਸ ਨੰਬਰ ਦੇ ਉਹਦੇ ਉੱਤੇ ਲਿਖ ਦਿਓ, ਜਿਹੜਾ ਪੇਪਰ ਫੈਕਸ ਕਰੋਗੇ ਮੈਂ ਤੁਹਾਨੂੰ ਆਫਿਸ 'ਚ ਇਹਦਾ ਰਿਪਲਾਈ ਕਰਾਂਗਾ ਸਾਰਾ ਸਟੱਡੀ ਕਰਕੇ। ਰਵਿੰਦਰ ਸਿੰਘ ਜੀ ਠੀਕ ਆ, ਤੁਸੀਂ ਇਹਨਾਂ ਨੂੰ ਟੈਲੀਫੋਨ ਤੇ ਵੀ ਕੰਟੈਕਟ ਕਰ ਲਓ, ਤੁਸੀਂ ਆਪਦੇ ਡਾਕੂਮੈਂਟ ਭੇਜੋ ਤਾਂ ਕਿ ਪਤਾ ਲੱਗ ਸਕੇ ਵੀ ਕਿਹੜੇ ਕੇਸ 'ਚ ਤੁਹਾਨੂੰ ਧੰਨਵਾਦ ਤੁਹਾਡਾ। ਸਾਡੇ ਕੋਲ ਅਗਲੇ ਕਾਲਰ ਰੈਡੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਈ ਸਾਹਿਬ, ਕੌਣ ਜੀ ਤੇ ਕਿੱਥੋਂ ਬੋਲ ਰਿਹਾ ਜੀ? ਭਾਜੀ ਮੇਰਾ ਨਾਮ ਗੁਰਦੀਪ ਸਿੰਘ ਆ, ਮੈਂ ਕੈਂਟ ਤੋਂ ਬੋਲ। ਠੀਕ ਹੈ ਜੀ, ਕਰੋ ਗੱਲ ਵਕੀਲ ਸਾਹਿਬ ਨਾਲ। ਅੱਛਾ ਭਾਜੀ, ਮੈਂ ਤੁਹਾਡੇ ਕੋਲ ਪੁੱਛਣਾ ਸੀ, ਸਾਡੇ ਉੱਤੇ ਫੈਮਿਲੀ ਦੇ ਵਿੱਚ ਇੱਕ ਸਾਡੀ ਗੱਲ ਹੋਈ ਹੋਗਾ, ਜਿੱਦਾਂ ਸਾਡੇ ਚਾਚਾ ਦੀ ਪ੍ਰਾਪਰਟੀ ਸੀ ਜੀ, ਤੇ ਅਸੀਂ ਉਹਨਾਂ ਨੂੰ ਪੇਮੈਂਟ ਸਾਰੀ ਕੀਤੀ ਹੋਗਾ। ਸਾਡੇ ਬੜੇ ਗੁੱਡ ਰਿਲੇਸ਼ਨ ਆ, ਮੇਰੇ ਡੈਡੀ ਵਾਂਗੂ ਮੈਨੂੰ ਟ੍ਰੀਟ ਕਰਦੇ, ਮੈਂ ਕੀ ਕਰਨਾ ਜੀ। ਤੇ ਚਾਹੁੰਦੇ ਸੀ ਜਿੱਦਾਂ ਉਹਨੂੰ ਜਿਹੜੀ ਪ੍ਰਾਪਰਟੀ ਉਹਨਾਂ ਦੀ ਜਿੱਦਾਂ ਮੇਰੇ ਨਾਂ ਤੇ ਉਹ ਕਰਨੀ ਚਾਹੁੰਦੇ ਆ ਉਹ ਜੀ, ਤੇ ਉਹ ਕਹਿੰਦਾ ਉੱਥੋਂ ਮੈਨੂੰ ਜਿੱਦਾਂ ਬਿੱਲ ਲਿਖ ਕੇ ਦੇ ਸਕਦੇ, ਜਿੱਦਾਂ ਮੈਨੂੰ ਉੱਥੇ ਜਾ ਕੇ ਮੈਨੂੰ ਕਰਾ ਸਕਦੇ ਮੇਰੇ ਨਾਂ ਤੇ, ਸਾਨੂੰ ਪੂਰਾ ਸਿਸਟਮ ਦੇ ਥਰੂ ਜਾਣਾ ਪਊਗਾ? ਨਹੀਂ ਭਾਜੀ, ਉਹ ਕਰਾ ਸਕਦੇ, ਤੁਹਾਨੂੰ ਜਾਣ ਦੀ ਲੋੜ ਨਹੀਂ ਹੈਗੀ। ਜੇ ਪ੍ਰਾਪਰਟੀ ਪੰਜਾਬ ਦੇ ਵਿੱਚ ਆ, ਤੁਹਾਡੇ ਚਾਚਾ ਜੀ ਜਾ ਕੇ ਤੁਹਾਡੇ ਨਾਂ ਤੇ ਟ੍ਰਾਂਸਫਰ ਕਰ ਸਕਦੇ ਆ। ਤੁਹਾਡੇ ਵਿਆਹ ਤੇ ਉੱਥੇ ਕੋਈ ਵੀ ਹਾਜ਼ਰੀ ਲਵਾ ਸਕਦਾ, ਤੁਹਾਡੀ ਹਾਜ਼ਰੀ ਦੀ ਬਿਲਕੁਲ ਲੋੜ ਨਹੀਂ ਹੈਗੀ। ਅੱਛਾ ਜੀ, ਹਾਂ। ਹਾਂਜੀ, ਤਹਿਸੀਲਦਾਰ ਨੂੰ ਜਿਹਦਾ ਖਰਚਾ ਵਗੈਰਾ ਹੁੰਦਾ ਉਹ ਜਿਹਨੇ ਪ੍ਰਾਪਰਟੀ ਖਰੀਦਣੀ ਹੁੰਦੀ ਉਹਦਾ ਹੁੰਦਾ ਜੀ। ਜੇ ਤੁਸੀਂ ਪ੍ਰਾਪਰਟੀ ਖਰੀਦਣੀ ਆ, ਜੋ ਸਟੈਂਪ ਪੇਪਰ ਆ ਉਹ ਤੁਸੀਂ ਖਰੀਦਣੇ, ਉਹ ਤੁਹਾਡਾ ਖਰਚਾ ਹੁੰਦਾ ਜਿਹਨੇ ਖਰੀਦਣੀ ਆ ਜੀ, ਐਜ ਪਰ ਲਾ। ਬਾਕੀ ਤੁਸੀਂ ਜਿੱਦਾਂ ਐਗਰੀਮੈਂਟ ਕੀਤਾ ਹੈਗਾ ਉਹ ਵੀ ਕਰ ਸਕਦੇ, ਪਰ ਜੇ ਜਿਹੜਾ ਆਪਣਾ ਚੱਲਦਾ ਹੈਗਾ ਸਿਸਟਮ ਉਹਦੇ ਹਿਸਾਬ ਨਾਲ ਜਿਹੜਾ ਖਰਚਾ ਹੈਗਾ ਉਹ ਜਿਹੜਾ ਖਰੀਦਦਾ ਉਹੀ ਕਰਦਾ ਜੀ। ਠੀਕ ਹੈ, ਠੀਕ ਹੈ ਗੁਰਦੀਪ ਸਿੰਘ ਜੀ, ਸੋ ਧੰਨਵਾਦ ਤੁਹਾਡਾ। ਫਿਰ ਤੁਸੀਂ ਇਹਨਾਂ ਨਾਲ ਵਕੀਲ ਸਾਹਿਬ ਨਾਲ ਕੰਟੈਕਟ ਕਰ ਲੈ ਰਹੇ ਹੋ, ਲਾਈਨ ਤੇ ਲੱਗੇ ਰਹੋ, ਤੁਸੀਂ ਵਾਚ ਕਰਦੇ ਰਹੋ ਸੈਕ ਚੈਨਲ, ਤੁਹਾਨੂੰ ਨੰਬਰ ਦਿੱਤਾ ਜਾਵੇਗਾ। ਹਾਂਜੀ, ਅਗਲੇ ਕੋਲਰ ਰੈਡੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ ਜੀ, ਕੌਣ ਜੀ ਬੋਲ ਰਿਹਾ ਜੀ, ਕਿੱਥੋਂ ਬੋਲ ਰਿਹਾ? ਹਾਂਜੀ, ਮੈਂ ਸੰਤੋਖ ਸਿੰਘ ਬੋਲ ਰਿਹਾ ਜੀ। ਜੀ ਹਾਂਜੀ, ਮੈਂ ਨਾ ਪੁੱਛਣਾ ਸੀਗਾ ਜੀ, ਮੇਰੇ ਉੱਥੇ ਕਪੂਰਥਲੇ ਸਾਡੀਆਂ ਦੁਕਾਨਾਂ ਹੈਗੀਆਂ 4 ਜੀ, ਤੇ ਉਹ ਮੈਂ ਜਿਹੜਾ ਉੱਥੇ ਪਾਵਰ ਆਫ ਅਟਾਰਨੀ ਹੈਗਾ, ਪਹਿਲਾਂ ਅਸੀਂ ਬੰਦ ਹੀ ਰੱਖੀਆਂ ਹੋਈਆਂ ਸੀ। ਦੋ ਕਹਿੰਦੇ ਵੀ ਤੁਹਾਨੂੰ ਬੰਦ ਰੱਖੀਆਂ ਦੁਕਾਨਾਂ ਤੇ ਤੁਸੀਂ ਕਿਰਾਏ ਤੇ ਕਿਉਂ ਨਹੀਂ ਦੇ ਦਿੰਦੇ? ਮੈਂ ਕਿਹਾ ਵੀ ਅਸੀਂ ਨਹੀਂ ਦੇਣੀਆਂ, ਪਰ ਉਹ ਕਹਿੰਦਾ ਨਹੀਂ, ਆਪਾਂ ਨੂੰ ਕਿਰਾਇਆ ਆ ਜਾਏਗਾ, ਚਲੋ ਦੇ ਦਿਓ ਜੀ। ਉਹਨਾਂ ਆਪਣੇ ਆਪ ਹੀ ਉਹਨੇ ਕੋਈ ਐਗਰੀਮੈਂਟ ਕਰਕੇ ਤੇ ਉਹਨਾਂ ਨੂੰ ਕਿਰਾਏ ਤੇ ਦੇ ਦਿੱਤੀਆਂ ਜੀ। ਤੇ ਹੁਣ 4-5 ਸਾਲ ਬਾਅਦ ਅਸੀਂ ਸੋਚਿਆ ਵੀ ਵੇਚਣ 'ਚ ਸਾਨੂੰ ਬਿਹਤਰੀ ਹੈ, ਅਸੀਂ ਉਹ ਵੇਚਣੀਆਂ ਸੀ। ਅਸੀਂ ਉਹਨੂੰ ਕਿਹਾ ਵੀ ਉਹ ਖਾਲੀ ਕਰਾ ਲਾ, ਵੀ ਅਸੀਂ ਸੇਲ ਕਰਦੇ ਨਹੀਂ ਹੈਗੀਆਂ। ਪਰ ਉਹ ਕਹਿੰਦੇ ਜਿਹੜੇ ਉੱਥੇ ਰਹਿੰਦੇ ਆ, ਜਿਹੜਾ ਕਿਰਾਏ ਤੇ ਜਿਹਨਾਂ ਨੂੰ ਦਿੱਤੀਆਂ, ਉਹ ਕਹਿੰਦੇ ਅਸੀਂ ਖਾਲੀ ਨਹੀਂ ਕਰਨੀਆਂ। ਠੀਕ ਹੈ ਜੀ, ਤੇ ਉਹ ਅਸੀਂ ਕੀ ਕਰ ਸਕਦੇ ਹਾਂ? ਇਹ ਚਾਰੇ ਦੁਕਾਨਾਂ ਆਪਣੀਆਂ ਇੱਕੇ ਥਾਂ ਹੀ ਆ ਜੀ, ਇਕੱਠੀਆਂ ਹੀ ਆ? ਹਾਂਜੀ, ਇੱਕੋ ਜਗ੍ਹਾ ਹੀ ਹੈ, ਇੱਕੋ ਪ੍ਰਾਪਰਟੀ ਹੈ। ਤੇ ਜਿੱਦਾਂ ਇਹ ਤੁਹਾਡੇ ਨਾਂ ਦੀ ਹੈਗੀਆਂ ਜੀ? ਮੇਰੇ ਨਾਂ ਤੇ ਹੈ। ਹਾਂ, ਤੁਸੀਂ ਫਿਰ ਸੈਕਸ਼ਨ 13B ਥੱਲੇ ਜਾ ਸਕਦੇ ਆ, ਦੀ ਪੰਜਾਬ ਅਰਬਨ ਰੈਂਟ ਰਿਸਟ੍ਰਿਕਸ਼ਨ ਐਕਟ, ਜਿਹੜਾ ਉਹਦੀ ਸੈਕਸ਼ਨ 13B ਹੈਗੀ ਆ, ਉਹਦੇ ਥੱਲੇ ਜਿਹੜੇ NRI ਆ ਇਹਨਾਂ ਨੂੰ ਸਪੈਸ਼ਲ ਰਾਈਟ ਹੈਗਾ ਜਿਹੜਾ ਆਪਾਂ ਇਮੀਡੀਏਟ ਪੋਜੈਸ਼ਨ ਲੈ ਸਕਦੇ ਹੈਗੇ ਆ। ਠੀਕ ਹੈ, ਤੇ ਇਹ ਆਪਾਂ ਨੂੰ ਕੋਰਟ ਦੇ ਥਰੂ ਹੀ ਉਹਨਾਂ ਦਾ ਕਬਜ਼ਾ ਲੈਣਾ ਪੈਣਾ ਹੈਗਾ, ਅਦਰਵਾਈਜ਼ ਉਹਨਾਂ ਨੇ ਆਪਾਂ ਨੂੰ ਕਬਜ਼ਾ ਨਹੀਂ ਦੇਣਾ, ਕਿਉਂਕਿ ਉਹ ਲੀਗਲੀ ਵਿੱਚ ਬੈਠੇ ਹੈਗੇ, ਉਹਨਾਂ ਨੇ ਡੀਡਸ ਵਗੈਰਾ ਲਿਖੀਆਂ ਹੋਣੀਆਂ ਹੈਗੀਆਂ, ਤੇ ਥਰੂ ਕੋਰਟ ਤੁਸੀਂ ਕਬਜ਼ਾ ਲੈ ਸਕਦੇ ਹੈਗੇ ਜੀ। ਔਰ ਅਸੀਂ ਤਾਂ ਕੁਝ ਲਿਖ ਕੇ ਨਹੀਂ ਦਿੱਤਾ ਹੈਗਾ ਭਾਜੀ। ਦੇਖੋ, ਇਹੀ ਗੱਲ ਹੈ ਨਾ, ਜਦੋਂ ਮੈਂ ਅਟਾਰਨੀ ਦੀ ਗੱਲ ਕਰਦੇ ਆ, ਅਸੀਂ ਇਹੀ ਕਹਿੰਦੇ ਹੁੰਦੇ ਵੀ ਤੁਸੀਂ ਬਹੁਤ ਅਵੇਅਰ ਇਹਦੇ ਬਾਰੇ ਤੁਹਾਨੂੰ ਹੋਣਾ ਚਾਹੀਦਾ ਹੈਗਾ। ਜੋ ਤੁਹਾਡੇ ਬਿਹਾਫ ਤੇ ਤੁਹਾਡੇ ਅਟਾਰਨੀ ਨੇ ਐਕਟ ਕਰ ਦਿੱਤਾ ਹੈਗਾ, ਜੋ ਉਹਨੇ ਲਿਖ ਦਿੱਤਾ, ਉਹ ਆਪਣੇ ਤੇ ਬਾਈਂਡਿੰਗ ਹੈ, ਉਹ ਆਪਣੇ ਤੇ ਲਾਗੂ ਹੈਗਾ। ਠੀਕ ਹੈ ਜੀ, ਜੇ ਅਟਾਰਨੀ ਦੇ ਨਾਲ ਆਪਣੇ ਰਿਲੇਸ਼ਨ ਪਹਿਲੇ ਵਰਗੇ ਨਹੀਂ, ਆਪਣਾ ਉਹਦੇ ਉੱਤੇ ਪੂਰਾ ਫੇਥ ਨਹੀਂ ਜਿੰਨਾ ਆਪਾਂ ਚਾਹੁੰਦੇ ਆ, ਇਮੀਡੀਏਟ ਤੁਹਾਨੂੰ ਪਾਵਰ ਆਫ ਅਟਾਰਨੀ ਉਹ ਜਿਹੜੀ ਆ ਕੈਂਸਲ ਵੀ ਕਰ ਦੇਣੀ ਚਾਹੀਦੀ ਹੈਗੀ ਆ। ਜੇ ਆਪਣੇ ਨਾਲ ਉਹਨਾਂ ਦਾ ਵਿਹਾਰ ਗੁੱਡ ਹੈਗਾ ਤੇ ਤੁਸੀਂ ਉਹਦੇ ਥਰੂ ਵੀ ਕੇਸ ਪਾ ਸਕਦੇ ਆ, ਪਰ ਐਟ ਦੀ ਟਾਈਮ ਆਫ ਐਵੀਡੈਂਸ ਤੁਹਾਨੂੰ ਜਾਣਾ ਪਏਗਾ, ਇੱਕ ਡੇਟ ਤੇ ਤੁਹਾਨੂੰ ਜਾਣਾ ਪਏਗਾ, ਕਿਉਂਕਿ ਇਹ ਜਿਹੜੀ ਪਰਸਨਲ ਨੈਸੈਸਿਟੀ ਦੀ ਲੋੜ ਹੈਗੀ ਆ, ਕੋਰਟ ਵਿੱਚ ਤੁਸੀਂ ਬਿਆਨ ਦੇ ਸਕਦੇ ਆ ਵੀ ਇਹ ਸ਼ੌਪਾਂ ਸਾਨੂੰ ਚਾਹੀਦੀਆਂ, ਤੁਸੀਂ ਇਹ ਨਹੀਂ ਕਹਿ ਸਕਦੇ ਵੇਚਣ ਲਈ ਅਸੀਂ ਖਾਲੀ ਕਰਾਉਣੀਆਂ। ਉੱਥੇ ਸਾਨੂੰ ਇਹੀ ਸ਼ੋਅ ਕਰਨਾ ਪੈਣਾ ਵੀ ਇਹ ਜਿਹੜੀਆਂ ਸ਼ੌਪਾਂ ਸਾਨੂੰ ਆਪਣੇ ਲਈ ਚਾਹੀਦੀਆਂ ਹੈਗੀਆਂ, ਇਸ ਕਰਕੇ ਖਾਲੀ ਕਰਾਉਣੀਆਂ ਚਾਹੁੰਦੇ ਆ। ਔਰ ਇਹ ਵੀ ਕਾਨੂੰਨ ਹੈ ਨਾਲ ਵੀ 5 ਸਾਲ ਜਦੋਂ ਉਹ ਖਾਲੀ ਹੋ ਜਾਂਦੀ ਆਪਾਂ ਉਹਨਾਂ ਨੂੰ ਵੇਚ ਨਹੀਂ ਸਕਦੇ, 5 ਸਾਲ ਆਪਾਂ ਕਿਰਾਏ ਤੇ ਨਹੀਂ ਦੇ ਸਕਦੇ, ਔਰ 5 ਸਾਲ ਉਹਨਾਂ ਨੂੰ ਗਹਿਣੇ ਨਹੀਂ ਕਰ ਸਕਦੇ, ਸਾਨੂੰ ਆਪਣੇ ਲਈ ਹੀ ਉਹ ਯੂਜ਼ ਕਰਨੀਆਂ ਪੈਣਗੀਆਂ। ਇਹਨਾਂ ਗੱਲਾਂ ਦਾ ਖਿਆਲ ਰੱਖਣਾ ਪੈਣਾ ਤੁਹਾਨੂੰ। ਠੀਕ ਹੈ ਸੰਦੋਖ, ਓਕੇ ਸਰ, ਹੋਰ ਕੋਈ ਸਵਾਲ ਤਾਂ ਨਹੀਂ? ਹਾਂਜੀ ਜੀ, ਹੈਲੋ। ਹਾਂ, ਮੇਰੇ ਖਿਆਲ ਕਾਲ ਡ੍ਰੌਪ ਹੋ ਗਈ ਹੈ, ਅਗਲੇ ਕਾਲਰ ਵੀ ਰੈਡੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਹਾਂਜੀ, ਭਾਈ ਸਾਹਿਬ ਕੌਣ ਬੋਲ ਰਿਹਾ ਜੀ, ਕਿੱਥੋਂ ਬੋਲ ਰਿਹਾ? ਮੈਂ ਨਾਂ ਨਹੀਂ ਦੱਸਣਾ ਚਾਹੁੰਦਾ ਜੀ, ਮੈਂ ਲੰਡਨ ਤੋਂ ਬੋਲ ਰਿਹਾ। ਕੋਈ ਨਹੀਂ ਭਾਜੀ, ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੈਗੇ। ਹਾਂਜੀ, ਮੇਰਾ ਇੱਕ ਬੇਸਿਕ ਦਾ ਸਵਾਲ ਹੈ, ਸਾਰਿਆਂ ਦਾ ਹੀ ਸਵਾਲ ਹੋਣਾ ਜਿਹੜੇ ਬਾਹਰ ਬੈਠੇ NRI ਜੀ। ਸਭ ਤੋਂ ਪਹਿਲੀ ਗੱਲ, ਜੇ ਕੋਈ ਡਿਸਪਿਊਟ ਹੋਵੇ ਕੋਈ ਪ੍ਰਾਪਰਟੀ ਦੀ ਜਾਂ ਨਾ ਹੋਵੇ ਜੀ, ਲੀਗਲ ਪ੍ਰੋਸੀਡਿੰਗ ਵਾਸਤੇ ਸਭ ਤੋਂ ਪਹਿਲਾ ਸਟੈਪ ਕੀ ਹੋਣਾ ਚਾਹੀਦਾ ਜੀ?
ਤੇ ਉਹ ਅਸੀਂ ਇੱਥੇ ਬੈਠੇ ਕਰ ਸਕਦੇ ਹਾਂ ਜਾਂ ਫੋਰ ਐਗਜ਼ਾਮਪਲ ਤੁਸੀਂ ਕਹਿੰਦੇ ਜਿਵੇਂ ਵੀ ਫਰਦਾਂ ਲੈਣੀਆਂ ਚਾਹੀਦੀਆਂ ਉਹ ਆਪਾਂ ਲੈ ਸਕਦੇ ਹਾਂ ਕਿਉਂਕਿ ਜਦੋਂ ਤੱਕ ਸਾਡੇ ਹੱਥ 'ਚ ਲੀਗਲ ਪੋਜੀਸ਼ਨ ਨਹੀਂ ਸਾਨੂੰ ਪਤਾ ਨਹੀਂ ਹੈ ਵੀ ਸਾਡੀ ਪੋਜੀਸ਼ਨ ਕੀ ਹੈ ਪ੍ਰਾਪਰਟੀ 'ਚ ਤਾਂ ਆਪਾਂ ਤੁਹਾਡੇ ਨਾਲ ਅਪਾਇੰਟਮੈਂਟ ਨਹੀਂ ਬਣਾ ਸਕਦੇ ਕੋਈ ਗੱਲ ਨਹੀਂ ਕਰ ਸਕਦੇ। ਦੇਖੋ ਜਿਹੜਾ ਪਹਿਲਾ ਕੰਮ ਹੈ ਜੀ ਪਹਿਲਾਂ ਦੇਖੋ ਜੇ ਪ੍ਰਾਪਰਟੀ ਆ ਸਪੋਜ਼ ਆਪਾਂ ਜ਼ਮੀਨ ਦੀ ਗੱਲ ਕਰ ਲੈਂਦੇ ਹਾਂ ਜਿੰਨਾ ਚਿਰ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਅਸੀਂ ਖਾਨਾ ਮਾਲਕੀ 'ਚ ਕੌਣ ਬੈਠਾ ਸਾਡਾ ਕਿੰਨਾ ਸ਼ੇਅਰ ਆ ਉਹਦੀ ਗਿਰਦਾਵਰੀ ਕਿਹਦੇ ਨਾਂ 'ਤੇ ਆ ਤੁਹਾਨੂੰ ਵਕੀਲ ਵੀ ਡੈਫੀਨੇਟ ਓਪੀਨੀਅਨ ਨਹੀਂ ਦੇ ਸਕਦਾ ਹੈਗਾ। ਸਭ ਤੋਂ ਪਹਿਲਾ ਕੰਮ ਹੈਗਾ ਅਸੀਂ ਜਿਹੜੀ ਪ੍ਰਾਪਰਟੀ ਆ ਉਹਦੇ ਜਿਹੜੇ ਪੇਪਰ ਹੈਗੇ ਆ ਜਿੱਦਾਂ ਆਪਾਂ ਇੱਥੇ ਲੈਂਡ ਰਜਿਸਟਰੀ ਕਹਿੰਦੇ ਹੈਗੇ ਆ ਉੱਥੇ ਆਪਾਂ ਜ਼ਮੀਨ ਦੇ ਜਿਹੜੇ ਪੇਪਰ ਆ ਉਹਨਾਂ ਨੂੰ ਫਰਦ ਕਹਿੰਦੇ ਆ ਜਿਹੜੀ ਸ਼ਹਿਰੀ ਪ੍ਰਾਪਰਟੀ ਆ ਉਹ ਜਿਹੜੀ ਵੀ ਅਥਾਰਟੀ ਦੇ ਅੰਡਰ ਹੈਗੀ ਆ ਉੱਥੋਂ ਜਾ ਕੇ ਆਪਾਂ ਉਹਦੇ ਪੇਪਰ ਲੈ ਸਕਦੇ ਹਾਂ। ਸਭ ਤੋਂ ਜ਼ਰੂਰੀ ਹੈਗਾ ਸਾਨੂੰ ਪਹਿਲਾਂ ਪੇਪਰ ਲੈਣੇ ਹੈਗੇ ਠੀਕ ਹੈ ਜੀ। ਔਰ ਜਿਹੜੀ ਕੋਈ ਪ੍ਰੋਬਲਮ ਹੈ ਉਸ ਪ੍ਰੋਬਲਮ ਦਾ ਜਿਹੜਾ ਸਮਾਧਾਨ ਉਹ ਡਿਫਰੈਂਟ ਹੈਗਾ। ਔਰ ਜਿਹੜੀ ਕਾਨੂੰਨੀ ਆ ਜੇ ਆਪਾਂ ਕੋਰਟ 'ਚ ਜਾਣ ਦੀ ਗੱਲ ਕਰੀਏ ਤਾਂ ਮੈਂ ਕਹਿੰਦਾ ਇਹ ਸਭ ਨੂੰ ਅਖੀਰੀ ਹਥਿਆਰ ਰੱਖਣਾ ਚਾਹੀਦਾ ਹੈਗਾ। ਉਹ ਤੋਂ ਪਹਿਲਾਂ ਜਿੱਦਾਂ ਅਸੀਂ ਪੰਚਾਇਤੀ ਤੌਰ 'ਤੇ ਵੀ ਕਰ ਸਕਦੇ ਹਾਂ ਭਰਾਵਾਂ ਤੌਰ 'ਤੇ ਸਮਾਜਿਕ ਤੌਰ 'ਤੇ ਵੀ ਕਰ ਸਕਦੇ ਹਾਂ ਸਾਨੂੰ ਪਹਿਲਾਂ ਉੱਦਾਂ ਸਾਰੀਆਂ ਕੋਸ਼ਿਸ਼ਾਂ ਕਰ ਲੈਣੀਆਂ ਚਾਹੀਦੀਆਂ ਵੀ ਜੇ ਕੋਈ ਐਮੀਕੇਬਲ ਉਹਦਾ ਸੋਲੂਸ਼ਨ ਕੋਈ ਛੇਤੀ ਕੋਈ ਉਹਦਾ ਹੱਲ ਨਿਕਲ ਆਉਂਦਾ ਸਾਨੂੰ ਉਹ ਕੋਸ਼ਿਸ਼ ਪਹਿਲਾਂ ਕਰ ਲੈਣੀ ਚਾਹੀਦੀ ਆ। ਔਰ ਕੋਰਟ ਤੇ ਫਿਰ ਸਾਡੇ ਕੋਲ ਹੈ ਇਹ ਅਖੀਰੀ ਹਥਿਆਰ ਆ ਕਿਉਂਕਿ ਇਹ ਪ੍ਰੋਸੈਸ ਥੋੜ੍ਹਾ ਲੰਬਾ ਹੈਗਾ ਤੇ ਇਸ ਕਰਕੇ ਸਭ ਤੋਂ ਪਹਿਲਾਂ ਹੈਗਾ ਤੁਹਾਡੇ ਕੋਲ ਡਾਕੂਮੈਂਟ ਹੋਣ। ਅਸੀਂ ਵੀ ਜਦੋਂ ਤੁਹਾਨੂੰ ਓਪੀਨੀਅਨ ਦੇਣੀ ਆ ਸਾਰੇ ਡਾਕੂਮੈਂਟ ਜਿਹੜੇ ਹੈਗੇ ਆ ਉਹਨਾਂ ਨੂੰ ਪੜ੍ਹ ਕੇ ਫਿਰ ਓਪੀਨੀਅਨ ਦੇ ਸਕਦੇ ਹਾਂ। ਕਈ ਵਾਰੀ ਸਾਡੇ ਕੋਲ ਜ਼ੁਬਾਨੀ ਆਉਂਦੇ ਆ ਸਵਾਲ ਪਰ ਜਦੋਂ ਡਾਕੂਮੈਂਟ ਦੇਖਦੇ ਆ ਉਹ ਕੋਈ ਚੀਜ਼ ਹੋਰ ਹੁੰਦੀ ਆ ਜਿਹੜਾ ਸਾਨੂੰ ਜ਼ੁਬਾਨੀ ਸਵਾਲ ਦੱਸਿਆ ਗਿਆ ਉਹ ਕੁਝ ਹੋਰ ਹੁੰਦਾ ਹੈ। ਇਸ ਕਰਕੇ ਕੋਰਟ ਵਿੱਚ ਵੀ ਅਸੀਂ ਜਾਣਾ ਤੇ ਕੋਰਟ ਨੂੰ ਪਹਿਲਾਂ ਸਾਨੂੰ ਡਾਕੂਮੈਂਟ ਹੀ ਰੱਖਣੇ ਪੈਣੇ ਹੈਗੇ। ਕੋਰਟ ਨੇ ਪਹਿਲਾਂ ਡਾਕੂਮੈਂਟ ਦੇਖ ਕੇ ਉਹਦੇ ਤੇ ਕੋਈ ਆਰਡਰ ਕਰਨਾ ਹੈਗਾ। ਸਭ ਤੋਂ ਪਹਿਲਾਂ ਜਦੋਂ ਵੀ ਅਸੀਂ ਕੁਝ ਕਰਨਾ ਹੈਗਾ ਸਾਨੂੰ ਜਿਹੜੇ ਡਾਕੂਮੈਂਟ ਆ ਉਹ ਸਾਰੇ ਕਲੈਕਟ ਕਰਕੇ ਫਿਰ ਵਕੀਲ ਤੋਂ ਜਾਣਾ ਚਾਹੀਦਾ ਜੀ। ਠੀਕ ਹੈ ਭਾਈ ਸਾਹਿਬ ਜੀ ਹੋਰ ਕੋਈ ਸਵਾਲ ਹੋਊ ਤੇ ਇਹਨਾਂ ਨੂੰ ਆਫ ਦਾ ਏਅਰ ਤੁਸੀਂ ਇਹਨਾਂ ਦੇ ਨਾਲ ਜਿਹੜਾ ਕੰਟੈਕਟ ਨੰਬਰ ਅਸੀਂ ਤੁਹਾਨੂੰ ਅੱਗੇ ਵੀ ਦੱਸਾਂਗੇ ਪਹਿਲਾਂ ਵੀ ਦੱਸ ਚੁੱਕੇ ਹਾਂ ਸੋ ਉਹ ਕਰਕੇ ਤੁਸੀਂ ਆਪ ਪੁੱਛ ਸਕਦੇ ਹੋ। ਧੰਨਵਾਦ ਤੁਹਾਡਾ। ਅਗਲੇ ਕੋਲਰ ਰੈਡੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵਾਹਿਗੁਰੂ ਖਾਲਸਾ ਵਾਹਿ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਕੌਣ ਜੀ ਬੋਲ ਰਿਹਾ ਕਿੱਥੋਂ ਬੋਲ ਰਿਹਾ? ਮੇਰਾ ਨਾਮ ਮੋਹਨ ਹੈ ਜੀ। ਹਾਂਜੀ ਮੋਹਨ ਜੀ ਮੈਂ ਵਕੀਲ ਸਾਹਿਬ ਨਾਲ ਇੱਕ ਗੱਲ ਕਰਨੀ ਮੈਂ ਕਰੋ ਭਾਜੀ ਪੁੱਛੋ ਜੀ। ਮੇਰਾ ਇੱਥੇ ਜਿਹੜੀ ਮੈਂ ਬ੍ਰਿਟਿਸ਼ ਸਿਟੀਜ਼ਨ ਹਾਂ ਜੀ। ਮੇਰਾ ਜਿਹੜੀ ਡੈਡੀ ਦਾ ਤੇ ਮੇਰਾ ਉੱਥੇ ਇੰਡੀਆ ਦੇ ਵਿੱਚ ਜੁਆਇੰਟ ਅਕਾਊਂਟ ਸੀਗਾ ਜੀ। ਮੇਰੇ ਡੈਡੀ ਦੀ 2006 ਦੇ ਵਿੱਚ ਇਹਦਾ ਡੈਥ ਹੋ ਗਈ ਸੀਗੀ ਜੀ ਤੇ ਮੇਰੇ ਜਿਹੜੀ ਬ੍ਰਦਰ ਨੇ ਇੱਥੇ ਰਹਿੰਦਾ ਆ ਉਹਨੇ ਜਾ ਕੇ ਏਦਾਂ ਝੂਠੀ ਆਪਣੇ ਨਾਂ ਦੇ ਉੱਤੇ ਏਦਾਂ ਬੇਲ ਬਣਾ ਕੇ ਏਦਾਂ ਕਿਸੇ ਬੰਦੇ ਨਾਲ ਰੱਖ ਕੇ ਸਭ ਕੋ ਫਰਾਡ ਕਰਕੇ ਉਹਨੇ ਮੇਰੇ ਨਾਂ ਤੇ ਉੱਤੇ ਕੇਸ ਕਰ ਦਿੱਤਾ। ਜਿੱਦਾਂ ਇੱਕ ਤਰਫਾ ਕੇਸ ਨਹੀਂ ਹੋ ਜਾਂਦਾ ਵੀ ਜਿੱਦਾਂ ਮੈਨੂੰ ਪਤਾ ਨਹੀਂ ਲੱਗੇ ਮੇਰੇ ਸੱਟ ਲੱਗ ਗਈ ਸੀ ਮੈਂ ਜਾ ਨਹੀਂ ਸਕਿਆ ਉਹਨੂੰ ਉੱਥੇ ਪੇਪਰ 'ਚ ਵੀ ਕਢਾਤਾ ਜੋ ਵੀ ਆ। ਮੈਨੂੰ ਪਹਿਲਾਂ ਮੈਂ ਨਹੀਂ ਕੰਟੈਕਟ ਰਿਹਾ ਬੈਂਕ ਦੇ ਨਾਲ ਇੱਥੇ ਵੀ ਜੋ ਮੈਨੂੰ ਸਾਵਨ ਕਰਵਾਏ ਮੇਰੇ ਸਹੀ ਐਡਰੈਸ ਤੇ ਨਹੀਂ ਕਰਾਏ ਉਹਨੇ ਸਭ ਕੁਝ ਉਹਨੇ ਗਲਤ ਕਰ ਦਿੱਤਾ। ਮੈਨੂੰ ਜੀ ਬਾਅਦ ਦੇ ਵਿੱਚ ਹੁਣ ਪਤਾ ਲੱਗਾ ਤੇ ਮੈਂ ਉੱਥੇ ਕੋਰਟ 'ਚ ਕੇਸ ਕੀਤਾ ਜੀ। ਮੈਂ ਵੀ ਵਕੀਲ ਕੀਤਾ ਤੇ ਮੈਂ ਹੁਣ ਕੋਰਟ ਦੇ ਵਿੱਚ ਕੇਸ ਕੀਤਾ ਜਿਹੜੀ ਜਾਣੀ ਕਿ ਉਹਦੀ ਪਾਵਰ ਆਫ ਜਿਹੜੀ ਉਹਨੇ ਬਣਾਈ ਸੀ ਵੇਲ ਬਣਾਈ ਨਾ ਉਹ ਕਿਸੇ ਤਹਿਸੀਲਦਾਰ ਦੇ ਨਾਂ ਕਿਤੇ ਕੋਰਟ ਦੇ ਵਿੱਚ ਕਿਤੇ ਵੀ ਰਜਿਸਟਰ ਨਹੀਂ ਸੀਗੀ ਜੀ। ਉਹਨੇ ਨਾ ਜਿਹੜੀ ਸਟੈਂਪ ਵੀ ਬਣਾਈ ਸੀ ਉਹ ਇਹਦਾ ਐਫੀਡੇਵਿਟ ਤੇ ਬਣਾ ਕੇ ਉਹਨੇ ਇੱਕ ਪਿੰਡ ਦੇ ਲੰਬੜਦਾਰ ਦੀ ਉਹਨੇ ਝੂਠੀ ਸਟੈਂਪ ਬਣਾ ਕੇ ਉਹ ਵੀ ਲਾਈ ਸੀ। ਉਸ ਨਾਂ ਦਾ ਸਾਡੇ ਪਿੰਡ ਕੋਈ ਲੰਬੜਦਾਰ ਵੀ ਹੈ ਨਹੀਂਗਾ ਜੀ। ਪਰ ਆਲਰੇਡੀ ਉਹ ਬੰਦਾ ਜਿਹੜਾ ਆ ਮੇਰਾ ਬ੍ਰਦਰ ਆ ਉਹਨੇ ਵੀ ਆਪਣੇ 2 ਪਾਸਪੋਰਟ ਬਣਾਏ ਹੋਏ ਆ ਇੱਥੇ ਰਹਿੰਦਾ ਹੈ। ਦੋਨੇ ਪਾਸਪੋਰਟਾਂ ਦੀ ਮੇਰੇ ਕੋਲ ਦੂਜੇ ਉਹਦੀ ਇਨਫੋਰਮੇਸ਼ਨ ਹੈਗੀ ਦੋਨਾਂ ਦੀ ਕਾਪੀਆਂ ਹੈਗੀਆਂ। ਉਹ ਇੱਕ ਤੇ ਇੱਥੋਂ ਡਿਪੋਰਟ ਹੋ ਗਿਆ ਸੀ ਤੇ ਦੂਜਾ ਪਾਸਪੋਰਟ ਉਹ ਕਿਸੇ ਸਾਡੀ ਮਾਸੀ ਦੇ ਨਾਂ ਦੇ ਪਿੰਡ ਦੇ ਉਹ ਨਾਂ ਐਂਟਰ ਕੀਤਾ ਹੈ ਉਹਦੇ ਵਿੱਚ ਜੀ। ਤੇ ਉਹਦੇ ਵਿੱਚ ਮੈਂ ਹੁਣ ਕੇਸ ਕੀਤਾ ਮੇਰਾ ਉਹਦੇ ਵਿੱਚ ਕੀ ਕਰਨਾ ਚਾਹੀਦਾ ਮੈਨੂੰ ਜੀ ਕੀ ਮੈਨੂੰ ਮੇਰੇ ਤੇ ਉਹ ਕੋਰਟ ਦੇ ਵਿੱਚ ਸਾਡਾ ਉਹਦਾ ਕੇਸ ਚੱਲ ਰਿਹਾ ਹੈ ਉਹ ਭਾਜੀ ਜਿੰਨਾ ਮੈਂ ਮੋਟਾ ਤੁਹਾਡਾ ਕੇਸ ਸਮਝਿਆ ਵੈਲ ਦਾ ਝਗੜਾ ਹੈਗਾ ਵੀ ਤੁਹਾਡੇ ਫਾਦਰ ਸਾਹਿਬ ਦੀ ਡੈਥ ਤੋਂ ਬਾਅਦ ਤੁਹਾਡਾ ਜਿਹੜਾ ਬ੍ਰਦਰ ਸੀਗਾ ਉਹਨੇ ਕੋਈ ਵੈਲ ਜਾਂ ਤੁਹਾਡੇ ਫਾਦਰ ਸਾਹਿਬ ਨੇ ਕੀਤੀ ਆ ਜਾਂ ਤੁਹਾਡੇ ਕਹਿਣ ਦੇ ਮੁਤਾਬਕ ਵੀ ਉਹਨੇ ਫੋਰਜਡ ਵੈਲ ਤਿਆਰ ਕਰ ਲਈ ਹੈਗੀ ਆ ਠੀਕ ਹੈ ਭਾਜੀ। ਜਿਹੜਾ ਇਹ ਮਸਲਾ ਹੈਗਾ ਕੋਰਟ ਦੇ ਵਿੱਚ ਪੈਂਡਿੰਗ ਹੈਗਾ ਅਨਟਿਲ ਅਨਲੈਸ ਜਿੰਨਾ ਚਿਰ ਮੈਂ ਉਹ ਸਟੱਡੀ ਨਹੀਂ ਕਰ ਲੈਂਦਾ ਹੈਗਾ ਵੀ ਕੀ ਕੇਸ ਉਹਨਾਂ ਨੇ ਕੀਤਾ ਹੈਗਾ ਜਾਂ ਤੁਸੀਂ ਉਹਦਾ ਰਿਪਲਾਈ ਕੀ ਕੀਤਾ ਹੈਗਾ ਉਹਨਾਂ ਚਿਰ ਮੈਂ ਤੁਹਾਨੂੰ ਡੈਫੀਨੇਟ ਓਪੀਨੀਅਨ ਨਹੀਂ ਦੇ ਸਕਦਾ ਹੈਗਾ। ਤੁਹਾਡੇ ਲਈ ਬੈਸਟ ਹੈਗਾ ਜੇ ਤੁਸੀਂ ਸਾਡੇ ਕੋਲ ਐਡਵਾਈਸ ਲੈਣੀ ਹੈਗੀ ਆ ਉਹਨਾਂ ਨੇ ਕੀ ਕੇਸ ਕੀਤਾ ਉਹਦੀਆਂ ਕਾਪੀਆਂ ਲਓ ਆਪਾਂ ਰਿਪਲਾਈ ਕੀ ਦਿੱਤਾ ਹੈਗਾ ਕੋਰਟ ਨੇ ਕੀ ਇਸ਼ੂ ਲਾਏ ਹੈਗੇ ਵੀ ਕੀ ਆਪਾਂ ਉਹਦੇ ਵਿੱਚ ਜਿਹੜਾ ਡਿਸਾਈਡ ਕਰਨਾ ਹੈਗਾ ਇਹ ਸਾਰੀਆਂ ਗੱਲਾਂ ਦੇਖ ਕੇ ਔਰ ਉਹ ਜਿਹੜੀ ਵੈਲ ਬਣਾਈ ਉਹਦੀ ਕਾਪੀ ਜ਼ਰੂਰ ਲਓ ਉਹਦੀ ਫੋਟੋ ਕਾਪੀ ਮੈਨੂੰ ਦਿਖਾ ਲਓ। ਇਹ ਸਾਰੇ ਡਾਕੂਮੈਂਟ ਜੇ ਤੁਸੀਂ ਮੈਨੂੰ ਦਿਖਾਓਗੇ ਤਾਂ ਮੈਂ ਤੁਹਾਡੀ ਬਹੁਤ ਹੈਲਪ ਕਰ ਸਕਦਾ। ਮੈਂ ਤੁਹਾਡਾ ਟੈਲੀਫੋਨ ਨੰਬਰ ਕਿੱਥੋਂ ਲੈ ਸਕਦਾ ਜੀ? ਹਾਂਜੀ ਅਸੀਂ ਤੁਹਾਡੇ ਨਾਲ ਜੁੜੇ ਰਹੋ ਤੇ ਸੰਧੂ ਸਾਹਿਬ ਤੁਹਾਨੂੰ ਇਸੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਸਾਡੇ ਸਾਰੇ ਕੰਟੈਕਟ ਨੰਬਰ ਦੱਸਣਗੇ ਤੇ ਤੁਸੀਂ ਉਹਦੇ ਤੇ ਮੇਰੇ ਨਾਲ ਜਿਹੜਾ ਰਾਬਤਾ ਕਾਇਮ ਕਰ ਸਕਦੇ ਭਾਜੀ। ਥੈਂਕ ਯੂ ਵੈਰੀ ਮਚ। ਬਹੁਤ ਧੰਨਵਾਦ ਬਹੁਤ ਧੰਨਵਾਦ। ਹਾਂਜੀ ਓਕੇ ਥੈਂਕ ਯੂ। ਤੁਹਾਨੂੰ ਜੀ ਦੇਖੋ ਕਿੰਨੇ ਸੀਰੀਅਸ ਇਹ ਪ੍ਰੋਬਲਮਾਂ ਹੈਗੀਆਂ ਸਾਡੇ ਭਰਾਵਾਂ ਤੋਂ ਸੋ ਆਪਾਂ ਨੂੰ ਇਹ ਬੜੀ ਕਾਫੀ ਲੋੜ ਹੈਗੀ ਆ ਇਹਨਾਂ ਤੇ ਅਵੇਅਰਨੈਸ ਦੇਣ ਦੀ ਆਪਣੀ ਕਮਿਊਨਿਟੀ ਨੂੰ। ਅਗਲੇ ਕੋਲ ਰੈਡੀ। ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਖਾਲਸਾ ਜੀ ਫਤਿਹ ਜੀ। ਹਾਂਜੀ ਭਾਈ ਸਾਹਿਬ ਜੀ ਕੌਣ ਜੀ ਬੋਲ ਰਿਹਾ ਕਿੱਥੋਂ ਬੋਲ ਰਿਹਾ ਜੀ?
ਮੈਂ ਮੁਖਤਿਆਰ ਸਿੰਘ ਬੋਲਦਾ ਬਿਲਵਹਾਂਗੜ ਤੋਂ। ਜੀ ਮੁਖਤਿਆਰ ਸਿੰਘ, ਸਵਾਗਤ ਤੁਹਾਡਾ, ਕਰੋ ਸਵਾਲ ਵਕੀਲ ਸਾਹਿਬ ਨੂੰ। ਹਾਂਜੀ, ਮੈਂ ਪੁੱਛਣਾ ਚਾਹੁੰਦਾ, ਸਾਡੇ ਨਾ ਪਿੰਡ ਰਾਜਪੁਰੇ ਤਹਿਸੀਲ ਵਿੱਚ ਪੈਂਦਾ। ਹਾਂਜੀ। ਤੇ ਅਸੀਂ ਉੱਥੋਂ ਜ਼ਮੀਨ ਵੇਚ ਦਿੱਤੀ, 30-32 ਸਾਲ ਹੋ ਗਏ ਅਸੀਂ ਯੂਪੀ ਨੂੰ ਚਲੇ ਗਏ ਸੀ ਵੇਚ ਕੇ ਜੀ। ਤੇ ਸਾਨੂੰ ਹੁਣ ਪਤਾ ਲੱਗਾ ਵੀ ਤੁਹਾਡੀ ਉੱਥੇ ਨਾ ਜ਼ਮੀਨ ਕੋਈ ਵੀ ਰਹਿੰਦੀ ਹੈ ਤੇ ਨਾਂ ਤੇ ਬੋਲਦੀ ਆ ਜੀ। ਜੀ ਹੈਲੋ ਹੈਲੋ। ਹਾਂਜੀ 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 ਭਾਈ, ਕੀ ਸਵਾਲ ਕੀ ਪੁੱਛਿਆ ਤੁਸੀਂ? ਮੈਂ ਕਹਿੰਦਾ ਵੀ ਉਹ ਸਾਡਾ ਪਿੰਡ ਰਾਜਪੁਰਾ ਤਹਿਸੀਲ ਵਿੱਚ ਪੈਂਦਾ। ਹਾਂਜੀ। ਅਸੀਂ ਉੱਥੋਂ ਜ਼ਮੀਨ ਵੇਚ ਕੇ ਤੇ ਅਸੀਂ ਯੂਪੀ ਚਲ। ਹਾਂਜੀ ਹਾਂਜੀ ਭਾਜੀ। ਹਾਂਜੀ। 30-32 ਸਾਲ ਹੋ ਗਿਆ। ਠੀਕ ਹੈ ਜੀ। ਸਾਨੂੰ ਹੁਣ ਪਤਾ ਲੱਗਾ ਵੀ ਤੁਹਾਡੀ ਉੱਥੇ ਨਾ ਨਾਂ ਤੇ ਕੋਈ ਜ਼ਮੀਨ ਬੋਲਦੀ ਆ ਜੀ 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 ਜੀ। ਹਾਂਜੀ, ਕਿੱਦਾਂ ਪਤਾ ਲੱਗੂਗੀ ਉਹ ਭਾਜੀ ਤੁਹਾਡਾ ਇੱਥੇ ਕੋਈ ਟੁਕੜਾ ਰਹਿੰਦਾ? ਹਾਂਜੀ, ਜਿੱਦਾਂ ਜਿਹੜੇ ਏਰੀਆ ਦਾ ਪਟਵਾਰੀ ਹੈਗਾ, ਜਿਹੜਾ ਜਿਸ ਏਰੀਆ 'ਚ ਆਪਣਾ ਪੈਂਦਾ ਹੈਗਾ, ਉਹ ਜਿਹੜਾ ਹਲਕਾ ਪਟਵਾਰੀ ਆ, ਉਹਦੇ ਕੋਲ ਤੁਹਾਨੂੰ ਪਤਾ ਲੱਗ ਸਕਦਾ, ਔਰ ਤੁਸੀਂ ਉਹਦੀ ਫਰਦ ਵੀ ਜ਼ਮੀਨ ਦੀ ਲੈ ਸਕਦੇ ਹੈਗੇ ਆ। ਇੱਦਾਂ ਕਈ ਵਾਰੀ ਹੋ ਜਾਂਦਾ ਹੈਗਾ ਵੀ ਸਾਡੇ ਬਜ਼ੁਰਗਾਂ ਨੂੰ ਸਾਰੀ ਜ਼ਮੀਨ ਦਾ ਨਹੀਂ ਪਤਾ ਹੁੰਦਾ ਸੀਗਾ, ਕੁਝ ਕਈ ਵਾਰੀ ਰਹਿ ਜਾਂਦੀ ਹੈਗੀ ਆ, ਪਰ ਉਹ ਤੁਹਾਡੇ ਨਾਂ ਤੇ ਜੇ ਬੋਲਦੀ ਹੈ, ਤੁਸੀਂ ਪਟਵਾਰੀ ਕੋਲੋਂ ਪੇਪਰ ਲੈ ਸਕਦੇ ਆ, ਫਰਦ ਲੈ ਕੇ ਜੀ। ਸਾਡੇ ਬਜ਼ੁਰਗਾਂ ਦੇ ਨਾਂ ਤੇ ਬੋਲਦੀ, ਉਹਨਾਂ ਦੀ ਤਾਂ ਡੈਥ ਹੋ ਗਈ ਆ, 15 ਸਾਲ ਹੋ ਗਏ। ਉਹਦੇ ਤੋਂ ਬਾਅਦ ਤੁਸੀਂ ਉਹ ਆਪਣੇ ਜਿਹੜੇ ਬਜ਼ੁਰਗ ਆ ਉਹਨਾਂ ਦਾ ਡੈਥ ਸਰਟੀਫਿਕੇਟ ਲਾ ਕੇ ਐਪਲੀਕੇਸ਼ਨ ਦੇ ਕੇ ਉਹਦਾ ਜਿਹੜਾ ਇੰਤਕਾਲ ਆ ਆਪਣੇ ਨਾਲ ਕਰਾ ਸਕਦੇ, ਫਿਰ ਉਹ ਪ੍ਰੋਪਰਟੀ ਤੁਹਾਡੇ ਨਾਂ ਤੇ ਆ ਜਾਊਗੀ। ਉਸ ਤੋਂ ਬਾਅਦ ਜਿੱਦਾਂ ਮਰਜ਼ੀ ਤੁਸੀਂ ਉਹਨੂੰ ਮੈਨੇਜ ਕਰ ਸਕਦੇ ਹੈਗੇ ਆ। ਤੁਸੀਂ ਪੇਪਰ ਕੋਈ ਜਿਹੜਾ ਬਹੁੰਦਾ ਹੋਇਆ ਜੇ ਗਰਦੌਰੀ ਉਹਨੇ ਆਪਣੇ ਨਾਲ ਕਰਾਈ ਫਿਰ ਵੇਚ ਸਕਦੇ ਕਿੱਦਾਂ ਹੋਵੇ? ਨਹੀਂ, ਫਿਰ ਦੇਖੋ, ਜੇ ਲਗਾਤਾਰ 12 ਸਾਲ ਗਰਦਾਵਰੀ ਉਸ ਬੰਦੇ ਦੇ ਨਾਂ ਤੇ ਹੋਈ, ਔਰ ਜਦੋਂ ਆਪਾਂ ਜਾ ਕੇ ਕੋਰਟ ਦੇ ਵਿੱਚ ਕੋਈ ਪੋਜੈਸ਼ਨ ਲੈਂਦੇ ਆ ਤੇ ਉਹ ਐਡਵਰਸ ਪੋਜੈਸ਼ਨ ਦੇ ਬੇਸ ਤੇ ਆਪਣੇ ਆਪ ਨੂੰ ਮਾਲਕ ਜ਼ਰੂਰ, ਮਾਲਕੀ ਦਾ ਹੱਕ ਉਹ ਵੀ ਮੰਗੇਗਾ। ਠੀਕ ਹੈ, ਪਰ ਪਹਿਲਾਂ ਤੁਸੀਂ ਦੇਖੋ ਕਈ ਵਾਰੀ ਨਹੀਂ ਹੁੰਦਾ। ਕਈ ਵਾਰੀ ਮੈਂ ਦੇਖਿਆ ਬਹੁਤ ਸਾਰੀਆਂ ਜਿਹੜੀਆਂ ਮੇਰੇ ਕੋਲ ਗਰਦਾਵਰੀਆਂ ਆਉਂਦੀਆਂ, ਉਹਨਾਂ 'ਚ ਖੁਦ ਕਾਸਤ ਹੀ ਚੱਲਦਾ ਹੁੰਦਾ। ਖੁਦ ਕਾਸਤ ਦਾ ਮਤਲਬ ਵੀ ਤੁਸੀਂ ਮਾਲਕ ਆ, ਤੁਸੀਂ ਵਾਹੁਣੇ ਹੈਗੇ ਆ। ਠੀਕ ਹੈ, ਸਭ ਤੋਂ ਪਹਿਲਾ ਕੰਮ ਹੈਗਾ ਤੁਸੀਂ ਪਟਵਾਰੀ ਕੋਲੋਂ ਪੇਪਰ ਲਓ, ਉਹਦੀ ਫਰਦ ਜਮ੍ਹਾਂਬੰਦੀ ਲਓ, ਔਰ ਉਹ ਮੈਨੂੰ ਦਿਖਾ ਲਓ, ਫਿਰ ਤੁਹਾਨੂੰ ਮੈਂ ਦੇਖ ਕੇ ਦੱਸ ਸਕਦਾ ਹੈਗਾ ਵੀ ਆਪਣੀ ਪੋਜੀਸ਼ਨ ਕੀ ਹੈਗੀ ਆ। ਉਹ ਤੋਂ ਬਾਅਦ ਆਪਾਂ ਨੈਕਸਟ ਸਟੈਪ ਚੱਕਾਂਗੇ। ਠੀਕ ਹੈ ਜੀ। ਚਲੋ ਠੀਕ ਹੈ। ਹਾਂ, ਓਕੇ ਭਾਜੀ, ਓਕੇ, ਧੰਨਵਾਦ ਜੀ ਤੁਹਾਡਾ। ਹਾਂਜੀ, ਕਈ ਵਾਰੀ ਟੋਨਾ ਜੀ, ਕਿਉਂਕਿ ਦੇਖਣ ਵਿੱਚ ਜਿੱਦਾਂ ਅਸੀਂ ਵੀ ਆਪਾਂ ਸਾਰੇ ਪੰਜਾਬ ਨੂੰ ਜਾਣਦੇ ਨੇ ਜੀ, ਬਿਲਕੁਲ। ਤੇ ਜਦੋਂ ਪਟਵਾਰੀ ਤੋਂ ਆਪਾਂ ਫਰਦ ਲਈਏ ਤੇ ਬਹੁਤੀ ਵਾਰੀ ਜੀ ਹਰ ਵਾਰੀ ਹੋ ਜਾਂਦਾ ਕੋਈ ਨਾ ਕੋਈ ਉਹ ਵਿੱਚੋਂ ਉਹ, ਕਿਉਂਕਿ ਉਹਨੂੰ ਕਾਹਲੀ ਹੁੰਦੀ ਹੈ, ਮੋਟੇ ਜਿਹੜੇ ਰਕਬੇ ਦੇਖ ਕੇ ਤੇ ਤੁਹਾਨੂੰ ਫਰਦ ਸਾਈਨ ਕਰਕੇ ਕਹਿੰਦਾ ਜੀ ਪੂਰੇ ਰਕਬੇ ਦੀ ਸਾਈਨ ਆ, ਪਰ ਤੁਹਾਨੂੰ ਵੀ ਨਹੀਂ ਪਤਾ ਹੁੰਦਾ ਵੀ ਸਾਡੇ ਕੋਲ ਜ਼ਮੀਨ ਕਿੰਨੀ ਹੈ, ਕਿਉਂਕਿ ਜੇ 2-4 ਕਨਾਲੀ ਇੱਧਰ ਉੱਧਰ ਹੁੰਦੀ ਹੈ ਤੇ ਉਹ ਸਾਨੂੰ ਪਤਾ ਨਹੀਂ ਲੱਗਦਾ, ਪਰ ਉਹ ਕਿਸੇ ਵੇਲੇ ਉਹ ਨਿਕਲੇ ਆਉਂਦੀ ਹੈ। ਸੋ ਇਹ ਇਹੋ ਜਿਹੀ ਸੀਰੀਅਸ ਪ੍ਰੋਬਲਮ ਹੈ। ਹੁਣ ਜਿੱਦਾਂ ਅਗਲੇ ਕੋਲ ਰੈਡੀ ਟੋਨਾ ਜੀ ਲੈ ਲਈਏ ਕੋਲ ਉਹਨਾਂ ਦੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਹਾਂਜੀ ਭਾਈ ਸਾਹਿਬ, ਕੌਣ ਜੀ ਬੋਲ ਰਿਹਾ, ਕਿੱਥੋਂ ਬੋਲ ਰਿਹਾ ਜੀ? ਮੈਂ ਲੈਸਟਰ ਤੋਂ ਬੋਲਦਾ, ਰਜਿੰਦਰ ਭਾਜੀ। ਰਜਿੰਦਰ ਜੀ, ਸਵਾਗਤ ਸਿੱਖ ਚੈਨਲ ਤੇ। ਕਰੋ ਵਕੀਲ ਸਾਹਿਬ ਨੂੰ ਸਵਾਲ। ਮੈਂ ਨਾ ਥੋੜਾ ਜਿਹਾ ਥਾਂ ਆ ਆਪਣੇ ਪਿੰਡ 'ਚ, ਨਹੀਂ ਜਿੱਦਾਂ ਥਾਂ ਹੁੰਦਾ ਜੀ, ਉਹ ਲਿਆ ਆ, ਤੇ ਉਹਦਾ ਜਾਨੀ ਕਿ ਜਿੱਦਾਂ ਆਪਾਂ ਵਸੀਅਤ ਤਾਂ ਨਹੀਂ ਕਰਾਈ, ਜਿੱਦਾਂ ਪਨੋਟ ਕਰਾਉਂਦੇ ਹੁੰਦੇ ਜਾਂ ਕਿੱਦਾਂ ਪੈਸੇ ਦੇ ਕੇ ਪਨੋਟ ਕਰਾ ਲਿਆ ਜੀ, ਤੇ ਉਹ ਜਿਹਦੇ ਕੋਲ ਥਾਂ ਲਿਆ ਸੀਗਾ ਉਹਨਾਂ ਦੀ ਡੈਥ ਹੋ ਗਈ ਆ ਜੀ। ਤੇ ਉਹ ਜਿੱਦਾਂ ਸਾਡੇ ਘਰ ਦੇ ਵਿੱਚ ਸੀਗੇ ਤੇ ਮੇਰੇ ਨਾਲ ਸਾਡੇ ਨਾਲ ਹੀ ਉਹ ਥਾਂ ਲੱਗਦਾ। ਹਾਂਜੀ, ਵਰਤਦੇ ਤਾਂ ਅਸੀਂ ਆ ਬਹੁਤ ਚਿਰ ਦੇ, ਜਿੱਦਾਂ ਹੁਣ 3-4 ਸਾਲ ਹੋ ਗਏ ਉਹਨਾਂ ਨੂੰ ਉਹਨੂੰ ਥਾਂ ਲਏ ਨੂੰ। ਠੀਕ, ਹਾਂਜੀ। ਤੇ 2 ਸਾਲ ਹੋ ਗਏ ਉਹਨਾਂ ਦੀ ਡੈਥ ਹੋਈ ਜਿਹਨਾਂ ਕੋਲ ਲਿਆ ਸੀ ਜੀ। ਤੇ ਉਹਦਾ ਕੀ ਹੋ ਸਕਦਾ ਚੱਕਰ? ਕੁਛ ਪੈਸਾ ਦਾ ਜਾਂ ਕਿੱਦਾਂ? ਇਹ ਭਾਜੀ ਲਾਲ ਲਕੀਰ ਦੇ ਅੰਦਰ ਹੈ ਕਿ ਬਾਹਰ ਹੈ? ਜਿਹੜੇ ਬਾਉਂਡਰੀ ਦੇ ਅੰਦਰ ਹੈ, ਘਰਾਂ ਦੇ ਨਾਲ ਹੈ ਥਾਂ ਜੀ, ਅੰਦਰ ਆ। ਤੇ ਜਿਹੜੇ ਪਹਿਲੇ ਮਾਲਕ ਸੀ ਉਹਨਾਂ ਦੇ ਕੋਲ ਕੋਈ ਰਜਿਸਟਰੀ ਸੀ ਕਿ ਨਹੀਂ ਸੀਗੀ ਭਾਜੀ? ਉਹ ਜੱਦੀ ਚੱਲਿਆ ਹੁੰਦਾ ਸੀ ਸਾਡਾ ਤੋਂ। ਓਕੇ, ਠੀਕ ਹੈ। ਤੁਸੀਂ ਜਿਹੜਾ ਉਹਨਾਂ ਕੋਲ ਪੇਪਰ ਬਣਾਇਆ ਗੋਡਿਆ, ਪਰ ਇਹਨੂੰ ਵਧੀਆ ਵਾ ਜੇ ਤੁਸੀਂ ਉੱਥੇ ਜਾਓ ਤੇ ਜਿਹੜੇ ਪੰਚਾਇਤ ਹੁੰਦੀ ਆ, ਪੰਚਾਇਤ ਦੀ ਇੱਕ ਕਾਰਵਾਈ ਰਜਿਸਟਰ ਹੁੰਦਾ ਜਿਹਦੇ ਵਿੱਚ ਤੁਸੀਂ ਰੈਜੋਲੂਸ਼ਨ ਪਵਾ ਸਕਦੇ ਆ, ਉਹਦਾ ਵੇਰਵਾ ਦੇ ਕੇ ਵੀ ਆ ਇਹਨਾਂ ਕੋਲ ਮੈਂ ਖਰੀਦ ਲਿਆ ਹੈਗਾ ਔਰ ਮੇਰਾ ਕਬਜ਼ਾ ਹੈਗਾ। ਨਾਰਮਲੀ ਕੀ ਹੈਗਾ, ਜ਼ਿਆਦਾ ਪਿੰਡਾਂ ਦੇ ਵਿੱਚ ਜਿਹੜੀਆਂ ਲਾਲ ਲਕੀਰ ਦੇ ਅੰਦਰ ਪ੍ਰਾਪਰਟੀਆਂ ਹੈਗੀਆਂ, ਉਹਦਾ ਅਸੂਲ ਇਹ ਆ ਵੀ ਜਿਹਦਾ ਕਬਜ਼ਾ ਉਹਦੀ ਪ੍ਰਾਪਰਟੀ ਹੈਗੀ ਆ। ਔਰ ਉਹ ਜੇ ਕੋਰਟ ਵਿੱਚ ਜਾਂਦੇ ਆ ਤੇ ਸਿਰਫ ਇੱਕ ਪਿੰਡਾਂ ਦੇ ਵਿੱਚ ਜਿਹੜਾ ਬਿਜਲੀ ਦਾ ਮੀਟਰ ਹੈਗਾ ਉਹ, ਤੇ ਦੂਜਾ ਅਸੀਂ ਉਹਨੂੰ ਔਰ ਜ਼ਬਾਨੀ ਐਵੀਡੈਂਸ ਹੁੰਦਾ ਵੀ ਪਿੰਡ ਦੀ ਪੰਚਾਇਤ ਜਾਂ ਮੋਹਤਵਾਰ ਬੰਦੇ ਆ ਉਹ ਤੁਹਾਡੇ ਹੱਕ ਵਿੱਚ ਜਾ ਕੇ ਗਵਾਹੀ ਦੇ ਦੇਣ ਵੀ ਵਾਕਿਆ ਜੀ ਮੌਕੇ ਤੇ ਇਹਨਾਂ ਦਾ। ਔਰ ਤੀਸਰਾ ਕਈ ਵਾਰੀ ਹੁੰਦਾ ਕੋਰਟ ਲੋਕਲ ਕਮਿਸ਼ਨਰ ਨੂੰ ਅਪੁਆਇੰਟ ਕਰ ਦਿੰਦੀ ਹੈਗੀ ਆ, ਕਿਸੇ ਵਕੀਲ ਸਮਾਨ ਨੂੰ ਜਾਂ ਹੋਰ ਨੂੰ, ਉਹ ਮੌਕੇ ਤੇ ਜਾ ਕੇ ਦੇਖਦਾ ਹੈਗਾ ਵੀ ਇਸ ਤੇ ਕਿਹਦਾ ਕਬਜ਼ਾ ਹੈਗਾ, ਚਾਰਜ ਵੇਰੀ ਬਲਿਆ ਹੋਇਆ ਹੈਗਾ। ਇਹ ਸਾਰੀਆਂ ਗੱਲਾਂ ਕੋਰਟ ਦੇਖਦੀ ਆ। ਪਰ ਜੋ ਆਪਣੀ ਇਸ ਵੇਲੇ ਪੋਜੀਸ਼ਨ ਹੈਗੀ ਆ, ਸਾਨੂੰ ਪਹਿਲਾਂ ਤਾਂ ਉਹਦੀ ਚਾਰਦਵਾਰੀ ਕਰਨੀ ਚਾਹੀਦੀ ਆ। ਜਿਹੜੀ ਆਪਣੀ ਪ੍ਰਾਪਰਟੀ ਆ ਉਹਦੇ ਵਿੱਚ ਉਹਨੂੰ ਮਰਜ ਕਰ ਲੈਣਾ ਚਾਹੀਦਾ ਵੀ ਦੇਖਣ ਤੋਂ ਪਤਾ ਲੱਗ ਜਾਏ ਵੀ ਇਹ ਪ੍ਰਾਪਰਟੀ ਆਪਣੀ ਹੈਗੀ ਆ। ਔਰ ਦੂਸਰਾ ਜਿਹੜੀ ਤੁਹਾਡੇ ਕੋਲ ਰਾਈਟਿੰਗ ਆ ਉਹ ਸਾਂਭ ਕੇ ਰੱਖਣੀ ਚਾਹੀਦੀ ਹੈਗੀ ਆ। ਔਰ ਇਹ ਚਾਹੀਦਾ ਇਹ ਸੀਗਾ ਆਪਾਂ ਤਹਿਸੀਲੇ ਜਾ
ਜਾ ਕੇ ਉੱਥੇ ਅਸਟਾਮ ਤੇ ਕਰਦੇ ਜਾਂ ਜਿਹੜੇ ਅਰਜੀ ਨਵੀਸ ਆ ਉਹਨਾਂ ਕੋਲ ਸਟਾਮ ਤੇ ਲਿਖਾਉਂਦੇ, ਆਪਣੇ ਵਿਟਨਸ ਪਾਉਂਦੇ, ਤਾਂ ਕਿ ਭਾਵੇਂ ਉਹ ਸੇਲ ਡੀਡ ਨਹੀਂ ਪਰ ਫਿਰ ਵੀ ਕਾਨੂੰਨ ਇਸ ਗੱਲ ਨੂੰ ਮੰਨਦਾ। ਔਰ ਹੁਣ ਤੁਸੀਂ ਇਹ ਕਰ ਸਕਦੇ ਆ ਵੀ ਜਿਹੜੀ ਪਿੰਡ ਦੀ ਪੰਚਾਇਤ ਆ ਉਹਦੇ ਕੋਲੋਂ ਕਾਰਵਾਈ ਰਜਿਸਟਰ 'ਚ ਰੈਜੂਲੇਸ਼ਨ ਪਾ ਸਕਦੇ ਆ ਵੀ ਆਹ ਜਿਹੜੀ ਪ੍ਰੋਪਰਟੀ ਸੀਗੀ ਇਸ ਤਰੀਕ ਨੂੰ ਇਸ ਬੰਦੇ ਨੇ ਇਹਨਾਂ ਨੂੰ ਵੇਚ ਦਿੱਤੀ ਆ ਤਾਂ ਹੁਣ ਇਹ ਮਾਲਕ ਹੈਗੇ ਆ, ਉਸ ਨੂੰ ਵੀ ਕੋਰਟਾਂ ਮੰਨਦੀਆਂ ਹੈਗੀਆਂ ਜੀ। ਰਜਿੰਦਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਵਕੀਲ ਸਾਹਿਬ ਦੇ ਨਾਲ ਫਿਰ ਵੀ ਤੁਸੀਂ ਟੈਲੀਫੋਨ ਰਾਹੀਂ, ਮੈਂ ਟੈਲੀਫੋਨ ਦੁਬਾਰਾ ਦੱਸਾਂਗਾ, ਉਹਨਾਂ ਨਾਲ ਰਾਹੀਂ ਕਰਕੇ ਤਾਂ ਹੋਰ ਵੀ ਜਾਣਕਾਰੀ ਲੈ ਸਕਦੇ ਜਾਂ ਇਹਨਾਂ ਨੂੰ ਮਿਲ ਸਕਦੇ ਆਣ ਕੇ। ਆਪਣੇ ਕੋਲ ਅਗਲੇ ਕੋਲ ਰੈਡੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ। ਹਾਂਜੀ, ਕੌਣ ਬੋਲ ਰਿਹਾ ਜੀ? ਬੀਪੀ ਜੀ ਆਪ ਬੋਲਦੀ ਹਾਂ ਤੋਂ ਜੀ। ਸਵਾਗਤ। ਅਸੀਂ ਨਾ ਇੰਡੀਆ ਦੇ ਵਿੱਚ ਅਸੀਂ ਤਾਂ ਜ਼ਮੀਨ ਲਈ ਸੀਗੀ ਜੀ, ਨਾਲੇ ਪਲਾਟ ਖਰੀਦਿਆ ਸੀ ਤਾਂ ਮੇਰੇ ਹਸਬੈਂਡ ਦੇ ਨਾਂ ਤੇ ਸੀਗਾ ਜੀ, ਉਹਨਾਂ ਦੀ ਡੈਥ ਹੋ ਗਈ ਜਿੱਦਾਂ ਜੀ, ਕਿੱਦਾਂ ਜਿਹੜੀ ਰਜਿਸਟਰੀ ਸਾਡੇ ਦੋਨਾਂ ਦੇ ਨਾਂ ਤੇ ਸੀਗੀ ਜੀ, ਉਹ ਕਿੱਦਾਂ ਮੈਂ ਵੇਚ ਸਕਦੀ ਇੰਡੀਆ 'ਚ? ਭੈਣ ਜੀ ਤੁਸੀਂ ਆਪਣਾ ਸ਼ੇਅਰ ਵੇਚ ਸਕਦੇ ਹੈਗੇ ਆ। ਜਦੋਂ ਸਾਧ ਸਾਹਿਬ ਦੀ ਡੈਥ ਹੋਈ ਆ ਉਹਦੇ ਤੋਂ ਬਾਅਦ ਤੇ ਤੁਹਾਡੀ ਸੱਸ ਸਾਹਿਬਾਂ, ਤੁਸੀਂ ਤੇ ਤੁਹਾਡੇ ਸਾਰੇ ਬੱਚੇ, ਤੁਹਾਡੇ ਹਸਬੈਂਡ ਸਾਹਿਬ ਨੇ ਕੋਈ ਵਸੀਅਤ ਕੀਤੀ ਸੀ ਭੈਣ ਜੀ ਕਿ ਨਹੀਂ? ਹਾਂਜੀ, ਨਹੀਂ ਕੀਤੀ ਹੈ ਨਾ। ਤੇ ਜਿਹੜੇ ਨੈਚੁਰਲ ਹੈਗੇ ਆ, ਜਿਹੜੇ ਕਾਨੂੰਨੀ ਵਾਰਸ ਹੈਗੇ ਆ, ਉਹਦੇ 'ਚ ਤੁਹਾਡੀ ਸੱਸ ਜੀ ਆਉਂਦੇ ਆ, ਤੁਸੀਂ ਆਉਂਦੇ ਆ ਔਰ ਤੁਹਾਡੇ ਬੱਚੇ ਅੱਧ ਵਿੱਚ, ਅੱਧੇ ਦੇ ਤੁਸੀਂ ਐਬਸੋਲੂਟ ਮਾਲਕ ਹੈਗੇ ਆ। ਤੇ ਤੁਸੀਂ ਹੈ ਨਾ ਜਦੋਂ ਇੰਡੀਆ ਜਾਓ ਸਾਰ ਸਾਹਿਬ ਦਾ ਜਿਹੜਾ ਡੈਥ ਸਰਟੀਫਿਕੇਟ ਦੇ ਕੇ ਉਹਨਾਂ ਦੀ ਪ੍ਰਾਪਰਟੀ ਜਿਹੜੀ ਹੈ ਗਾਂ ਨਾ ਕਰਾ ਕੇ ਫੇਰ ਸਾਰੀ ਵੇਚ ਸਕਦੇ ਹੋ। ਠੀਕ ਹੈ ਜੀ। ਹਜੇ ਤੁਸੀਂ ਆਪਣੇ ਅੱਧੀ ਵੇਚ ਸਕਦੇ ਹੋ, ਉਹਨਾਂ ਦਾ ਸ਼ੇਅਰ ਨਹੀਂ ਵੇਚ ਸਕਦੇ ਜੀ। ਜੇ ਬੱਚੇ ਸਾਈਨ ਕਰਕੇ ਮੈਨੂੰ ਦੇ ਦੇਣ, ਮੈਂ ਜਿੱਦਾਂ ਵੀ ਸਾਡਾ ਮੰਮੀ ਸਾਡੀ ਜੋ ਕੁਝ ਕਰ ਸਕਦੀ ਆ। ਨਹੀਂ ਭੈਣ ਜੀ ਦੇਖੋ ਪਤਾ ਕੀ ਪੋਜੀਸ਼ਨ ਕੀ ਹੈਗੀ ਆ, ਇਸ ਵੇਲੇ ਅੱਧ ਦੇ ਤੁਸੀਂ ਮਾਲਕ ਆ, ਜਿਹੜੇ ਦੂਜਾ ਅੱਧ ਆ ਉਹ ਤੁਹਾਡੇ ਹਸਬੈਂਡ ਸਾਹਿਬ ਦੇ ਨਾਂ ਤੇ ਹੈਗਾ। ਠੀਕ ਹੈ ਜੀ। ਆਪ ਵੀ ਖਰੀਦੀ ਤਾਂ ਵੀ ਜੇ ਆਪ ਖਰੀਦੀ ਹੈ ਵਿੱਚ ਜਾਨੀ ਕਿ ਬਜ਼ੁਰਗਾਂ ਦੀ ਨਹੀਂ ਹੈਗੀ। ਨਹੀਂ ਭੈਣ ਜੀ ਭਾਵੇਂ ਤੁਸੀਂ ਵੀ ਖਰੀਦੀ ਆ, ਤੁਸੀਂ ਜਿਹੜੀ ਖਰੀਦੀ ਆ, ਤੁਸੀਂ ਜਿਹੜਾ ਅੱਧ ਆ ਉਹਦਾ ਕੋਈ ਡਿਸਪਿਊਟ ਨਹੀਂ। ਜਿਹੜੀ ਤੁਹਾਡੇ ਹਸਬੈਂਡ ਦੇ ਨਾਂ ਤੇ ਪ੍ਰਾਪਰਟੀ ਆ ਪਹਿਲਾਂ ਉਹ ਤੁਹਾਡੇ ਨਾਂ ਤੇ ਤੁਹਾਡੇ ਬੱਚਿਆਂ ਦੇ ਨਾਂ ਤੇ ਆਊਗੀ, ਫੇਰ ਤੁਸੀਂ ਵੇਚ ਸਕਦੇ ਹੋ, ਉਦਾਂ ਨਹੀਂ ਵੇਚ ਸਕਦੇ ਹੈਗੇ। ਹਾਂ, ਪਹਿਲਾਂ ਤੁਸੀਂ ਆਪਣੇ ਨਾਂ ਤੇ ਕਰਾਓਗੇ ਫਿਰ ਵੇਚੋਗੇ। ਇਹਨੂੰ ਆਪਾਂ ਇੰਤਕਾਲ ਕਹਿੰਦੇ ਆ, ਮਿਊਟੇਸ਼ਨ ਕਹਿੰਦੇ ਹੈਗੇ ਆ। ਉੱਥੇ ਕੋਈ ਜ਼ਿਆਦਾ ਖਰਚਾ ਨਹੀਂ ਆਉਂਦਾ, ਤੁਸੀਂ ਉਹਦੇ ਤਸੀਲੇ ਐਪਲੀਕੇਸ਼ਨ ਦੇ ਕੇ ਉਹਦੀ ਕਾਪੀ ਨਾਲ ਲਾ ਕੇ ਕਰਾ ਸਕਦੇ ਨਾਲ। ਮੇਰੇ ਨਾਲ ਸਾਰੀ ਨਹੀਂ ਕਰੂਗੇ, ਅੱਧੀ ਕਰੂਗੇ ਨਾ? ਹਾਂਜੀ, ਅੱਧੀ ਕਰੂਗੇ ਮੇਰੇ ਨਾਂ ਤੇ। ਹਾਂਜੀ, ਅੱਧੀ ਤੇ ਤੁਸੀਂ ਹੈਗੇ ਆ ਮਾਲਕ। ਜਿਹੜੀ ਦੂਜੀ ਅੱਧੀ ਆ ਉਹਦੇ 'ਚ ਤੁਹਾਡੇ ਬੱਚਿਆਂ ਦਾ ਤੇ ਤੁਹਾਡੀ ਸੱਸ ਦਾ ਵੀ ਸ਼ੇਅਰ ਆ ਗਿਆ, ਕਿਉਂਕਿ ਕਾਨੂੰਨੀ ਤੌਰ ਤੇ ਉਹਨਾਂ ਨੂੰ ਜਿਹੜਾ ਕਾਨੂੰਨੀ ਹੱਕ ਹੈਗਾ ਤੁਹਾਡੇ ਹਸਬੈਂਡ ਦੀ ਪ੍ਰਾਪਰਟੀ ਦੇ ਵਿੱਚ ਉਹਨਾਂ ਦਾ ਰਾਈਟ ਬਣਦਾ। ਬੀਬੀ ਜੀ ਠੀਕ ਹੈ। ਤੁਸੀਂ ਹੋਰ ਜਾਣਕਾਰੀ ਵਾਸਤੇ ਟੋਨਾ ਜੀ ਨੂੰ ਇਹਨਾਂ ਦੇ ਦਫ਼ਤਰ ਜਾ ਕੇ ਜਾਂ ਟੈਲੀਫੋਨ ਰਾਹੀਂ ਸੰਪਰਕ ਕਰ ਸਕਦੇ ਹੋ। ਧੰਨਵਾਦ ਤੁਹਾਡੇ ਕੋਲ ਦਾ। ਅਗਲੇ ਕੋਲ ਰੈਡੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਹਾਂਜੀ, ਕੌਣ ਬੋਲ ਰਿਹਾ ਭਾਈ ਸਾਹਿਬ ਜੀ? ਕਿੱਥੋਂ ਬੋਲ ਰਿਹਾ? ਭਾਈ ਜਸਵੀਰ ਸਿੰਘ ਬੋਲ ਰਿਹਾ ਜਰਮਨੀ ਤੋਂ। ਜਸਵੀਰ ਸਿੰਘ ਜੀ ਬਹੁਤ ਸਵਾਗਤ ਤੁਹਾਡਾ ਜਰਮਨ ਵਾਲਿਆਂ ਦਾ। ਹਾਂਜੀ, ਮੈਂ ਇਹਦਾ ਇੱਕ ਕੁਐਸਚਨ ਹੈ ਵੀਰ ਜੀ ਨੂੰ, ਵਕੀਲ ਸਾਹਿਬ ਨੂੰ। ਮੈਂ ਪਿਛਲੇ ਸਾਲ 2 ਪਲਾਟ ਲਏ ਸਨ ਇੱਧਰ ਚੰਡੀਗੜ੍ਹ ਮੋਹਾਲੀ ਜੀ। ਉਹ ਪਲਾਟ ਹੈਗੇ ਜਿਹੜੀ ਤੁਹਾਡੀ ਖਰੜ ਏਰੀਆ ਦੇ ਵਿੱਚ ਨਾ ਸ਼ਿਵਾਲਿਕ ਇਨਫਰਾਸਟਰਕਚਰ ਕੰਪਨੀ ਹੈਗੀ ਕੋਈ ਜੀ। ਉਹ 2 ਪਲਾਟ ਲਏ ਸੀ ਪਿਛਲੇ ਸਾਲ ਮਾਰਚ ਦੇ ਵਿੱਚ। ਪਲਾਟਾਂ ਦੀ ਰਜਿਸਟਰੀ ਵੀ ਹੋ ਗਈ, ਉਹਨਾਂ ਨੇ ਰਜਿਸਟਰੀ ਵੀ ਕਰਾਤੀ, ਇਕਰਾਰਨਾਮਾ ਵੀ ਹੋ ਗਿਆ, ਕੁਛ ਹੋ ਗਿਆ। ਹੁਣ ਉਹ ਇੰਤਕਾਲ ਨਹੀਂ ਹੋ ਰਿਹਾ ਜੀ। ਉਹਨਾਂ ਦੇ ਕੋਲ 10 ਗੇੜੇ ਮਾਰ ਚੁੱਕੇ ਆ, ਜਾਣੇ ਆ, ਹੁਣ ਕਰਾਨੇ ਆ ਜੀ, ਅੱਜ ਕਰਾ ਦਾਂਗੇ, ਹੁਣ ਮਹੀਨੇ ਬਾਅਦ ਹੋ ਜਾਏਗਾ, 4 ਹਫ਼ਤੇ ਬਾਅਦ ਹੋ ਜਾਏਗਾ, ਏਦਾਂ ਡੇਟਾ ਪਾਈ ਜਾਂਦੇ ਆ ਜੀ। ਤੋ ਇੰਤਕਾਲ 2 ਪਲਾਟਾਂ ਦਾ ਨਹੀਂ ਹੋ ਰਿਹਾ। ਉਹ ਮੇਰਾ ਕੰਮ ਵਿੱਚੇ ਫਸਿਆ ਹੋਇਆ ਹੈ ਔਰ ਮੈਨੂੰ ਨਹੀਂ ਸਮਝ ਆਉਂਦੀ ਵੀ ਹੁਣ ਇਹਦੇ ਵਿੱਚ ਕੀ ਬੈਕਗ੍ਰਾਉਂਡ। ਭਾਜੀ ਦੇਖੋ, ਜਿਹੜੀ ਕੰਪਨੀ ਤੋਂ ਆਪਾਂ ਲੈ ਹੈਗੇ, ਜਦੋਂ ਰਜਿਸਟ੍ਰੇਸ਼ਨ ਆਪਣੇ ਨਾਂ ਤੇ ਹੋ ਗਈ ਤੇ ਉਹਨਾਂ ਦਾ ਕੰਮ ਗਿਆ ਮੁੱਕ। ਹੁਣ ਕੰਮ ਰਹਿ ਗਿਆ ਹੈਗਾ ਕਿਹੜੇ ਡਿਪਾਰਟਮੈਂਟ ਆ, ਜੇ ਤੋਂ ਸਬ ਰਜਿਸਟਰਾਰ ਦੇ ਪੈਂਦੀ ਹੈਗੀ ਆ ਤੇ ਫੇਰ ਤਾਂ ਆਪਾਂ ਤਹਿਸੀਲੇ ਜਾ ਕੇ ਉਹ ਜਿਹੜੀ ਰਜਿਸਟਰੀ ਆਪਾਂ ਕਰਾਈ ਆ ਉਹਦੀ ਕਾਪੀ ਆਪਾਂ ਤਹਿਸੀਲਦਾਰ ਸਾਹਿਬ ਨੂੰ ਦੇਣੀ ਹੈਗੀ ਆ, ਨਾਲ ਐਪਲੀਕੇਸ਼ਨ ਦੇਣੀ ਆ। ਉਹਨਾਂ ਨੇ ਇੰਤਕਾਲ ਆਪਣੇ ਨਾਂ ਤੇ ਚਾੜ ਦੇਣਾ ਹੈਗਾ, ਉਹ ਬਾਉਂਡ ਆ, ਉਹਨਾਂ ਨੂੰ ਇੰਤਕਾਲ ਕਰਨਾ ਪੈਣਾ ਹੈਗਾ। ਕਿਉਂਕਿ ਜਦ ਰਜਿਸਟਰੀ ਹੋ ਗਈ ਆ ਪਹਿਲੀ ਘਰ ਤੇਰੇ ਦਾ ਕੰਮ ਮੁੱਕ ਗਿਆ ਹੈਗਾ। ਹਾਂਜੀ, ਰਜਿਸਟਰੀ ਹੋ ਗਈ। ਹਾਂਜੀ, 2 ਰਜਿਸਟਰੀਆਂ ਵੀ ਹੋਈਆਂ, ਸਭ ਕੁਝ ਟੈਕਸ ਵੀ ਪੇ ਕਰਦਾ ਤੇ ਉਹਨਾਂ। ਹੈਲੋ, ਹਾਂਜੀ ਹਾਂਜੀ ਭਾਈ, ਜੇ ਪਲਾਟ ਆ ਤੇ ਫੇਰ ਤੇ ਸਬ ਰਜਿਸਟਰਾਰ ਦੇ ਪੈਂਦੇ ਹੈਗੇ ਆ, ਕਿਉਂਕਿ ਉੱਥੇ ਅਥਾਰਟੀਆਂ ਹੋਰ ਵੀ ਹੈਗੀਆਂ, ਜਿੱਦਾਂ ਦਿੱਲੀ 'ਚ ਡਿਵੈਲਪਮੈਂਟ DDA ਹੈਗੀ ਆ, ਜਾਂ ਪੰਜਾਬ ਦੇ ਵਿੱਚ ਪੁੱਡਾ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ ਆ। ਜੇ ਕਿਸੇ ਹੋਰ ਅਥਾਰਟੀ ਦੇ ਅੰਡਰ ਵੀ ਪੈਂਦਾ ਹੈਗਾ ਤੇ ਉਹਨਾਂ ਨੇ ਵੀ ਤੁਹਾਡੇ ਨਾਂ ਤੇ ਕਰਨਾ। ਪਰ ਸਾਰੀਆਂ ਕੋਈ ਵੀ ਅਥਾਰਟੀ ਆ ਜਦੋਂ ਸੇਲ ਡੀਡ ਤੁਹਾਡੇ ਨਾਂ ਤੇ ਹੋ ਗਈ ਆ ਔਰ ਹਾਂਜੀ ਹਾਂਜੀ ਫਿਰ ਉਹ ਬਾਉਂਡ ਆ ਤੁਹਾਡੇ ਨਾਂ ਤੇ ਕਰਨ ਨੂੰ। ਮੇਰੀ ਇੱਕ ਕੁਐਸਚਨ ਹੋ ਰਿਹਾ, ਮੈਨੂੰ ਹੈਲੋ ਹਾਂਜੀ ਹਾਂਜੀ ਭਾਈ, ਤੁਹਾਡਾ ਸਵਾਲ ਸੁਣਦੇ ਆ। ਹਾਂਜੀ, ਮੈਨੂੰ ਉਹਨਾਂ ਨੇ ਭੇਜਿਆ ਸੀ ਕੰਪਨੀ ਵਾਲਿਆਂ ਨੇ, ਸ਼ਿਵਾਲਿਕ ਵਾਲਿਆਂ ਨੇ ਕਿਹਾ ਸੀ ਕਿ ਤੁਸੀਂ ਜਾਓ ਇਹਨਾਂ ਦੇ ਕੋਲ, ਪਟਵਾਰੀ ਸਾਹਿਬ ਕੋਲ ਚਲ ਜਾਓ। ਪਟਵਾਰੀ ਦੇ ਕੋਲ ਅਸੀਂ ਗਏ ਤੇ ਪਟਵਾਰੀ ਦੇ ਕੋਲ ਜਦ ਅਸੀਂ ਗਏ ਤੇ ਅਸੀਂ ਉਹਨਾਂ ਨੇ ਸਾਡੇ ਕੋਲ ਪੈਸੇ ਵੀ ਲੈ ਲਏ, ਫੀਸ ਵੀ ਲੈ ਲਈ ਤੇ ਸਾਨੂੰ ਕਹਿੰਦੇ ਜੀ ਤੁਸੀਂ 15 ਦਿਨਾਂ ਬਾਅਦ ਆਇਓ। 15 ਦਿਨਾਂ ਬਾਅਦ ਗਏ ਤੇ ਕਹਿੰਦੇ ਜੀ ਇਹਨਾਂ ਦੇ ਖਾਤੇ 'ਚ ਕੋਈ ਜ਼ਮੀਨ ਹੀ ਹੈ ਨਹੀਂ। ਆਹ ਗੱਲ ਹੈ ਨਾ ਭਾਈ, ਜਦੋਂ ਵੀ ਆਪਾਂ ਭਾਜੀ ਕੋਈ ਪ੍ਰਾਪਰਟੀ ਖਰੀਦਣੀ ਆ ਪਹਿਲਾਂ ਆਪਾਂ ਉਹਦੀ ਫਰਦ ਲੈਣੀ ਆ ਜ਼ਮੀਨ ਦੀ, ਵੀ ਉਹਨਾਂ ਦੇ ਨਾਂ ਤੇ ਕੋਈ ਜ਼ਮੀਨ ਬੋਲਦੀ ਹੈ ਕਿ ਨਹੀਂ ਬੋਲਦੀ। ਜੇ ਹੁਣ ਉਹਨਾਂ ਨੇ ਜ਼ਮੀਨ ਤਾਂ ਆਪਾਂ ਨੂੰ ਵੇਚ ਦਿੱਤੀ ਹੈਗੀ ਆ, ਰਜਿਸਟਰੀ ਹੋ ਗਈ ਹੈਗੀ ਆ, ਪਰ ਪਟਵਾਰੀ ਸਾਹਿਬ ਕਹਿੰਦੇ ਆ ਵੀ ਉਹਨਾਂ ਦੇ ਖਾਤੇ 'ਚ ਕੋਈ ਜ਼ਮੀਨ ਹੀ ਨਹੀਂ ਬੋਲਦੀ।
ਠੀਕ ਹੈ, ਇਸ ਸੂਰਤ ਦੇ ਵਿੱਚ ਸਾਨੂੰ ਕੋਰਟ ਵੀ ਜਾਣਾ ਪੈ ਸਕਦਾ ਹੈਗਾ, ਕਿਉਂਕਿ ਜੇ ਉਹਨਾਂ ਰਜਿਸਟਰੀ ਕੀਤੀ ਹੈ ਤਾਂ ਤਹਿਸੀਲਦਾਰ ਦਾ ਵੀ ਫਰਜ਼ ਬਣਦਾ ਪਹਿਲਾਂ ਦੇਖਣ ਵੀ ਉਹਨਾਂ ਦੇ ਨਾਂ ਤੇ ਜ਼ਮੀਨ ਹੈ ਕਿ ਨਹੀਂ, ਉਹਨਾਂ ਰਜਿਸਟਰੀ ਕਿੱਦਾਂ ਕਰ ਦਿੱਤੀ ਹੈਗੀ ਆ, ਗੌਰਮੈਂਟ ਨੇ ਰੈਵਨਿਊ ਲਿਆ ਹੈਗਾ, ਔਰ ਗੌਰਮੈਂਟ ਦੀ ਵੀ ਡਿਊਟੀ ਬਣਦੀ ਹੈ, ਤਹਿਸੀਲਦਾਰ ਦੀ ਵੀ ਡਿਊਟੀ ਬਣਦੀ ਆ ਵੀ ਦੇਖਣਾ ਆਇਆ ਉਹ ਮਾਲਕ ਹੈ ਕਿ ਨਹੀਂ ਮਾਲਕ, ਫੇਰ ਇਸ ਤਰ੍ਹਾਂ ਰਜਿਸਟਰੀ ਕਿਸ ਤਰ੍ਹਾਂ ਹੋ ਗਈ ਹੈਗੀ ਆ। ਇਹ ਮੈਨੂੰ ਹੁਣ ਪਤਾ ਨਹੀਂ ਜੀ ਰਜਿਸਟਰੀ ਕਿੱਦਾਂ ਕਰਾਈ, ਉਹਨਾਂ ਦਾ ਪਾਵਰ। ਤੁਸੀਂ ਭਾਜੀ ਏਦਾਂ ਕਰਿਓ, ਕਿਸੇ ਦਿਨ ਮੇਰੇ ਆਫਿਸ ਅਪੁਆਇੰਟਮੈਂਟ ਬਣਾ ਕੇ ਸਾਰੇ ਪੇਪਰ ਮੇਰੇ ਕੋਲ ਲੈ ਕੇ ਆਇਓ, ਆਪਾਂ ਸਾਰੇ ਪੇਪਰਾਂ ਨੂੰ ਸਿਕਿਉਰਿਟੀ ਨਹੀਂ ਕਰਾਂਗੇ। ਇਹ ਜਰਮਨ ਚ ਰਹਿ ਰਹੇ, ਤੁਸੀਂ ਉੱਥੋਂ ਵੀ ਫੈਕਸ ਕਰ ਸਕਦੇ ਹੈਗੇ ਆਪਾਂ। ਜਸਵੀਰ ਸਿੰਘ ਜੀ, ਤੁਸੀਂ ਇਹਨਾਂ ਦੇ ਨਾਲ ਜੁੜੇ ਰਹੋ ਸਾਡੇ ਨਾਲ, ਪਹਿਲਾਂ ਅਸੀਂ ਟੈਲੀਫੋਨ ਇਹਨਾਂ ਨੂੰ ਦਿੰਦੇ ਆ, ਤੁਸੀਂ ਇਹਨਾਂ ਨਾਲ ਕੰਟੈਕਟ ਕਰਿਓ ਜਾਂ ਤੁਸੀਂ ਇਹਨਾਂ ਨੂੰ ਫੈਕਸ ਰਾਹੀਂ ਪੇਪਰ ਭੇਜ ਦਿਓ, ਤੁਹਾਨੂੰ ਪੂਰੀ ਜਾਣਕਾਰੀ ਦੇਣਗੇ, ਉੱਥੇ ਵਕੀਲ ਦੇਣਗੇ। ਹਾਂਜੀ, ਧੰਨਵਾਦ ਤੁਹਾਡਾ। ਸੋ ਅਗਲੇ ਕੋਲ ਰੈਡੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਕੌਣ ਬੋਲਦੇ ਜੀ? ਮੈਂ ਭਾਜੀ ਰਜਿੰਦਰ ਬੋਲਦਾ, ਮੇਰਾ ਪਿੱਛੇ ਥੋੜਾ ਟੈਲੀਫੋਨ ਘੱਟ ਹੋ ਗਿਆ ਸੀਗਾ ਜੀ। ਠੀਕ ਹੈ, ਠੀਕ ਹੈ। ਜਿਹੜਾ ਨਾ ਮੈਂ ਕਹਿੰਦਾ ਥਾਂ ਲਿਆ ਆ, ਹਾਂਜੀ, ਤੇ ਉਹਦੇ ਚ ਨਾ ਪਹਿਲਾਂ ਹੀ 2 ਮਕਾਨ ਛੱਤੇ ਹੋ ਸੀਗੇ ਤੇ 2 ਵਿਹੜੇ ਜਿੱਦਾਂ ਛੱਤਿਆ ਸੀਗਾ ਉੱਤੇ ਜਿੱਦਾਂ ਲਿਖਿਆ ਆ ਉਹ ਪੇਪਰ ਤੇ। ਠੀਕ ਹੈ ਜੀ। ਤੇ ਤੁਸੀਂ ਕਹਿੰਦੇ ਬਗਲ ਕਰ ਲੈਣ ਦੇ ਪਹਿਲਾਂ 2 ਮਕਾਨ ਛੱਤੇ ਸੀ, ਲਿਖਿਆ 2 ਮਕਾਨ ਆ, ਇੰਨਾ ਰਕਬਾ ਆ ਉਹਦਾ, ਆਹ ਚੀਜ਼ ਆ, ਇੰਨੀ ਪੈਸੇ। ਫੇਰ ਭਾਜੀ ਗੋਡਿਆ ਹੈਗਾ, ਤੁਸੀਂ ਬਿਜਲੀ ਦਾ ਮੀਟਰ ਆਪਣਾ ਕਰਾ ਲਿਆ ਕਿ ਨਹੀਂ? ਉਹਦੇ ਵਿੱਚ ਬਿਜਲੀ ਦਾ ਮੀਟਰ ਉੱਤੇ ਬਿਜਲੀ ਹੈ ਹੀ ਨਹੀਂ ਹਜੇ ਤਾਈਂ ਉਹਦੇ ਵਿੱਚ। ਅੱਛਾ, ਬਿਜਲੀ ਹੈ ਨਹੀਂ ਗੀ, ਪਰ ਜੇ ਆਉਂਦੀ ਹੈਗੀ, ਜੇ ਪਿੰਡ ਵਿੱਚ ਬਿਜਲੀ ਦੀ ਸੁਵਿਧਾ ਹੈਗੀ ਤਾਂ ਤੁਸੀਂ ਬਿਜਲੀ ਦਾ ਮੀਟਰ ਆਪਣੇ ਨਾਂ ਤੇ ਕਰਾ ਲਓ। ਤੇ ਆਮ ਪਿੰਡਾਂ ਵਿੱਚ ਭਾਜੀ ਏਦਾਂ ਹੀ ਆ, ਕਬਜ਼ੇ ਵਿਕਦੇ ਹੈਗੇ ਆ ਜੀ, ਬਹੁਤ ਸਾਰੇ ਪਿੰਡ ਪੰਜਾਬ ਦੇ ਏਦਾਂ ਦੇ ਜਿੱਥੇ ਕਬਜ਼ੇ ਵਿਕਦੇ ਆ। ਭਾਜੀ ਇੱਕ ਹੋਰ ਗੱਲ ਆ, ਜਿੱਦਾਂ ਨਾ ਆਪਣੇ ਨਾਲ ਹੀ ਲੱਗਦਾ ਆ। ਹਾਂਜੀ, ਤੇ ਜਿੱਦਾਂ ਆਪਣੇ ਦੂਜੇ ਘਰ ਬਿਜਲੀ ਹੈਗੀ ਉੱਥੋਂ ਹੀ ਲੈਂਦੀ, ਜਿੱਦਾਂ ਤਾਰਾਂ ਜਿੱਦਾਂ ਚੱਲਦੀਆਂ, ਜਿੱਦਾਂ ਇਕੱਠੀਆਂ ਚੱਲਦਾ, ਜਿੱਦਾਂ ਇੱਕੋ ਥਾਂ। ਭਾਜੀ ਉਹੀ ਭਾਵੇਂ ਮੀਟਰ ਲਵਾ ਕੇ ਉਧਰਲੇ ਬੰਨੇ ਕਰ ਲਓ, ਕਿਉਂਕਿ ਘਰ ਦਾ ਕੋਈ ਡਿਸਪਿਊਟ ਨਹੀਂਗਾ, ਉਸ ਬੰਨੇ ਦਾ ਡਿਸਪਿਊਟ ਪੈ ਸਕਦਾ। ਤੁਸੀਂ ਬਿਜਲੀ ਵਾਲਿਆਂ ਨੂੰ ਕਹਿ ਕੇ ਉਹੀ ਮੀਟਰ ਉਸ ਬੰਨੇ ਲਵਾ ਸਕਦੇ ਆ। ਕੱਲ੍ਹ ਨੂੰ ਜੇ ਸਾਨੂੰ ਲੋੜ ਪਵੇ ਅਸੀਂ ਕੋਰਟ ਤੋਂ ਕਮਿਸ਼ਨ ਪੁਆਇੰਟ ਕਰਾ ਸਕਦੇ ਹਾਂ, ਜਾਂ ਦੇਖੋ ਸਾਡੇ ਨਾਂ ਤੇ ਬਿਜਲੀ ਦਾ ਮੀਟਰ ਲੱਗਾ, ਵੀ ਆਰ ਇਨ ਪੋਜੀਸ਼ਨ, ਉੱਥੇ ਕੋਰਟ 'ਚ ਅਸੀਂ ਇਕੱਲਾ ਕਬਜ਼ਾ ਹੀ ਸਾਬਤ ਕਰਨਾ, ਉਹ ਸਾਡੇ ਲਈ ਬਹੁਤ ਈਜੀ ਫਿਰ ਸਾਬਤ ਹੋ ਜਾਏਗਾ। ਓਕੇ, ਥੈਂਕ ਯੂ ਭਾਜੀ। ਓਕੇ ਰਜਿੰਦਰ ਜੀ, ਠੀਕ। ਸੋ ਟੋਨਾ ਜੀ, ਕਾਫੀ ਸੀਰੀਅਸ ਕੇਸ ਹੈਗੇ ਆ, ਜਿਵੇਂ ਹਾਂਜੀ ਆਪਣੇ ਕੋਲ ਕੋਲ ਰੱਖਦੇ ਵੀ ਰੈਡੀ। ਹਾਂਜੀ, ਪਹਿਲਾਂ ਜ਼ਰੂਰ ਕਰ ਲਵਾਂਗੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਬੋਲਦਾ ਮਲਕੀਨ ਤੋਂ ਜੀ ਜੀ। ਸਾਡੀ ਜ਼ਮੀਨ ਪਿੰਡ ਦੇ ਵਿੱਚ ਉਹ ਸਾਡੇ ਬਾਬੇ ਦੇ ਨਾਂ ਤੇ ਬੋਲਦੀ ਆ, 1937 ਚ ਚਲੇ ਗਿਆ ਜੀ। ਆਪਣੇ ਸੈਟ ਦੀ ਆਵਾਜ਼ ਬੰਦ ਕਰ ਲਓ ਜੀ, ਤਾਂ ਕਿ ਦੁਬਾਰਾ ਸਾਨੂੰ ਕਲੀਅਰ ਆਵਾਜ਼ ਨਹੀਂ ਸੁਣਦੀ। ਤੁਹਾਡਾ ਜਿਹੜਾ ਸਵਾਲ ਦੀ ਆਵਾਜ਼ ਬੰਦ ਕਰੋ, ਟੈਲੀਫੋਨ ਤਾਂ ਹੀ ਗੱਲ ਕਰੋ ਜੀ। ਹਾਂਜੀ, ਕਰੋ ਗੱਲ। ਉਹ ਅਫਰੀਕਾ ਦੇ ਵਿੱਚ ਚਲੇ ਗਏ ਸੀਗੇ, ਤਾਂ ਹੁਣ ਮੁੜ ਕੇ ਸਾਨੂੰ ਪਤਾ ਨਹੀਂ ਸੀ। ਹੁਣ ਜਦ ਸਾਨੂੰ ਪਤਾ ਲੱਗਿਆ ਅਸੀਂ ਥੋੜੇ ਦੁਕਾਨ ਆਏ ਆ, ਤਾਂ ਪੇਪਰ 'ਚ ਲਿਖਦੇ ਆ ਉਹ ਵੀ ਉਹਨਾਂ ਨੇ ਅੱਧੀ ਜ਼ਮੀਨ ਆਪਣੇ ਨਾਮ ਦੇ ਅੱਧੀ ਜ਼ਮੀਨ ਉਹਨਾਂ ਨੇ ਬੂਝ ਬਣੀ ਜੀ। ਲੇਕਿਨ ਐਸੀ ਪਟਵਾਰੀਆਂ ਦੀ ਗੈਸ ਸੀ, ਉਹਨਾਂ ਨੇ ਉਹਨਾਂ ਕਿਤਾਬਾਂ 'ਚ ਹੈਗਾ ਵੀ ਜ਼ਮੀਨ ਜਿਹੜੀ ਉਹਨਾਂ ਨਾਂ ਤੇ ਹੈਗੀ ਆ ਜੀ। ਤਾਂ ਇਹਦਾ ਕੁਛ ਹੋ ਸਕਦਾ ਹੈ? ਦੇਖੋ, ਜੇ ਜ਼ਮੀਨ ਤੁਹਾਡੇ ਬਾਬਾ ਜੀ ਦੇ ਨਾਂ ਤੇ ਹੈਗੀ ਹੈ ਤੇ ਉਹ ਤੁਸੀਂ ਆਪਣੇ ਬਾਬਾ ਜੀ ਦਾ, ਬਾਬਾ ਜੀ ਹੈਗੇ ਆ ਕਿ ਨਹੀਂ ਜੀ? ਨਹੀਂ, ਉਹ ਤਾਂ ਗੁਜ਼ਰ ਗਿਆ। ਹਾਂਜੀ, ਉਹਨਾਂ ਦਾ। ਹਾਂਜੀ, ਦੇਖੋ ਇਸ ਗੱਲ ਨੂੰ 70 ਸਾਲ ਹੋ ਗਏ। ਠੀਕ ਹੈ ਜੀ, ਇਹ ਐਨਸੈਸਟਰਲ ਪ੍ਰਾਪਰਟੀ ਆ, ਜੇ ਅੱਜ ਵੀ ਉਹਨਾਂ ਦੇ ਨਾਂ ਤੇ ਹੈਗੀ ਆ। ਪਹਿਲਾ ਕੰਮ ਤੇ ਇਹ ਹੈਗਾ ਵੀ ਤੁਸੀਂ ਆਪਣੇ ਫਾਦਰ ਸਾਹਿਬ ਤੇ ਗ੍ਰੈਂਡ ਫਾਦਰ ਸਾਹਿਬ ਦਾ ਜਿਹੜਾ ਡੈਥ ਸਰਟੀਫਿਕੇਟ ਦੇ ਕੇ, ਜਿਹੜੇ ਗਾਂ ਉਹਨਾਂ ਦੇ ਵਾਰਸ ਆ, ਉਹਨਾਂ ਦੇ ਨਾਂ ਤੇ ਪਹਿਲਾਂ ਜ਼ਮੀਨ ਕਰਾਓ ਜੀ। ਠੀਕ ਹੈ ਜੀ। ਉਹਦੇ ਤੋਂ ਬਾਅਦ ਫਿਰ ਤੁਸੀਂ ਦੇਖੋ ਵੀ ਜਿਨ੍ਹਾਂ ਦਾ ਕਬਜ਼ਾ ਹੈਗਾ ਗਿਰਦਾਵਰੀ ਉਹਨਾਂ ਦੇ ਨਾਂ ਤੇ ਚੱਲਦੀ ਆ ਕਿ ਇਹ ਜਿਹੜੀ ਗਿਰਦਾਵਰੀ ਖੁਦਕਾਸਤ ਜ਼ਮੀਨ ਵੀ ਤੁਹਾਡੇ ਗ੍ਰੈਂਡ ਫਾਦਰ ਸਾਹਿਬ ਦੇ ਨਾਂ ਤੇ ਅਜੇ ਚੱਲਦੀ ਹੈਗੀ ਆ। ਜੇ ਤਾਂ ਉਹਨਾਂ ਦੇ ਨਾਂ ਤੇ ਗਿਰਦਾਵਰੀ ਆ, ਫਿਰ ਤੁਸੀਂ ਮਾਲਕ ਹੈਗੇ ਆ। ਜੇ ਨਹੀਂ, ਹਾਂਜੀ, ਤੁਹਾਡਾ ਪਹਿਲਾ ਕੰਮ ਹੈਗਾ ਜੀ ਜ਼ਮੀਨ ਦੇ ਪੇਪਰ ਲਾਓ, ਆਪਾਂ ਨੂੰ ਪਤਾ ਲੱਗੇ। ਠੀਕ ਹੈ ਜੀ, ਕੌਣ ਮਾਲਕ ਆ, ਕਿੰਨੀ ਜ਼ਮੀਨ ਹੈ ਤੇ ਕਿਹਦੇ ਨਾਂ ਤੇ ਗਿਰਦਾਵਰੀ ਚੱਲਦੀ ਹੈ, ਫਿਰ ਆਪਾਂ ਉਹ ਤੋਂ ਅੱਗੇ ਚੱਲ ਸਕਦੇ ਹਾਂ ਜੀ। ਓਕੇ, ਧੰਨਵਾਦ ਜੀ। ਤੁਸੀਂ ਇੱਥੇ ਦਫ਼ਤਰ ਦੇ ਵਿੱਚ ਇਹਨਾਂ ਨੂੰ ਟੈਲੀਫੋਨ ਕਰਕੇ ਜਾਂ ਇਹਨਾਂ ਦਾ ਐਡਰੈਸ ਲੈ ਕੇ, ਜਿਹੜਾ ਅਸੀਂ ਦੱਸ ਰਹੇ ਹਾਂ ਸਮਾਪਤੀ ਤੋਂ ਪਹਿਲਾਂ, ਤੇ ਉੱਥੇ ਤੁਸੀਂ ਕੰਟੈਕਟ ਕਰੋ, ਤਾਂ ਕਿ ਤੁਹਾਡੇ ਜਿਹੜੇ ਪੂਰੇ ਪੇਪਰ ਆ ਉਹ ਦੇਖ ਕੇ ਵਕੀਲ ਸਾਹਿਬ ਤੁਹਾਨੂੰ ਅਸਲੀ ਜਿਹੜੀ ਸਹੀ ਜਾਣਕਾਰੀ ਹੈ ਉਹ ਦੇਣਗੇ, ਤਾਂ ਕਿ ਪੇਪਰਾਂ ਦੇ ਹਿਸਾਬ ਦੇ ਨਾਲ ਪਤਾ ਲੱਗੂ, ਤਾਂ ਫੇਰ ਹੀ ਜਾਣਕਾਰੀ ਦੇ ਸਕਦੇ। ਧੰਨਵਾਦ ਤੁਹਾਡਾ ਕਾਲ ਕਰਨ ਦਾ। ਸੋ ਵਕੀਲ ਸਾਹਿਬ ਜੀ, ਆਪਾਂ ਟੋਨਾ ਜੀ, ਕਿਉਂਕਿ ਟਾਈਮ ਆਪਣਾ ਲੱਗੇ, ਕਾਫੀ ਅਜੇ ਜਿਹੜੇ ਮੁਸ਼ਕਲਾਂ ਸੀਗੀਆਂ ਆਪਾਂ ਨੂੰ, ਜਿਹੜੇ ਸਵਾਲ ਆਏ ਆ ਉਹਨਾਂ ਦੇ ਹਜੇ ਵੀ ਕਈ ਜਵਾਬ ਦੇਣ ਵਾਲੇ ਵੀ ਸੀ। ਸੋ ਕਿਉਂਕਿ ਆਪਾਂ ਕਾਲਰ ਨੂੰ ਵੀ ਕਦੇ ਵੀ ਅਵਾਇਡ ਨਹੀਂ ਕਰ ਸਕਦੇ, ਸਾਰਿਆਂ ਨੂੰ ਥੋੜਾ ਟਾਈਮ ਦੇਈਦਾ ਹੈਗਾ। ਹਾਂਜੀ, ਬਿਲਕੁਲ। ਤੇ ਇੱਥੇ ਇੱਕ ਕਾਲਰ ਨੇ ਸਾਨੂੰ ਪੁੱਛਿਆ ਸੀ ਵੀ ਜੇ NRI ਬਿਆਨਾ ਕਰਕੇ ਜ਼ਮੀਨ ਜਾਇਦਾਦ ਦੇ ਪੈਸੇ ਡਿਪੋਜ਼ਿਟ ਲੈ ਕੇ ਉਸ ਦਾ ਇੱਥੇ ਆ ਜਾਵੇ
ਤੇ ਉਹਦਾ ਕੋਈ ਨੁਕਸਾਨ ਨਫਾ ਕੀ ਹੋ ਸਕਦਾ, ਕੀ ਹੈ? ਕਿਉਂਕਿ ਇਹ ਸਵਾਲ ਬੜਾ ਉਹਦੇ, ਕਿਉਂਕਿ ਜਾਂ ਉਹਦੇ ਨਾਲ ਕੋਈ ਪ੍ਰੋਬਲਮ ਆਈ ਹੈ, ਇਸੇ ਤਰ੍ਹਾਂ ਦਾ ਸਵਾਲ ਹੈ। ਸੰਧੂ ਸਾਹਿਬ, ਆਪਾਂ ਪਹਿਲਾਂ ਜਦੋਂ ਪ੍ਰੋਗਰਾਮ ਸ਼ੁਰੂ ਹੀ ਕੀਤਾ ਹੈਗਾ, ਆਪਾਂ ਇਸੇ ਵਿਸ਼ੇ ਦੇ ਅੱਜ ਗੱਲ ਕੀਤੀ ਸੀਗੀ ਵੀ ਉਹਨੂੰ ਕੀ ਨੁਕਸਾਨ ਹੋ ਸਕਦੇ ਆ, ਕੀ ਫਾਇਦਾ ਹੋ ਸਕਦਾ। ਨੋਰਮਲੀ ਕੀ ਹੈਗਾ, ਜਦੋਂ ਮੈਂ ਐਡਵਾਈਜ਼ ਕਰਦਾ ਹੈਗਾ ਵੀ ਜੇ ਕਿਸੇ ਨੇ ਉੱਥੇ ਪ੍ਰੋਪਰਟੀ ਵੇਚਣੀ ਆ, ਜੇ ਉਹ ਐਗਰੀਮੈਂਟ ਨੂੰ ਸੈਲ ਕਰ ਲੈਂਦਾ, ਉਹਦਾ ਨੁਕਸਾਨ ਨਹੀਂ ਹੈਗਾ। ਕਿਉਂ ਨੁਕਸਾਨ ਨਹੀਂ ਹੈਗਾ? ਜੇ ਅਸੀਂ ਐਗਰੀਮੈਂਟ ਸਹੀ ਕਰਦੇ ਹਾਂ, ਉਹਨੂੰ ਪੂਰੀ ਜਾਣਕਾਰੀ ਦੇ ਨਾਲ ਕਰਦੇ ਹੈਗੇ ਆ, ਤੇ ਜੋ ਅਸੀਂ ਉਹਦੇ ਨਾਲ ਮੰਨ ਲਿਆ ਹੈਗਾ, ਸਪੋਜ਼ ਅਸੀਂ 1 ਕਰੋੜ ਦਾ ਸੌਦਾ ਕੀਤਾ ਜੀ, 2 ਖੇਤ ਦਾ ਅਸੀਂ 1 ਕਰੋੜ ਦਾ ਸੌਦਾ ਕਰ ਲਿਆ ਹੈਗਾ, ਅਸੀਂ ਉਹ ਜਿਹੜੇ ਬਾਕੀ ਪੈਸੇ ਲੈਣ ਨਹੀਂ ਵੀ ਜਾਂਦੇ, ਕਿਤੇ ਵੀ ਨਹੀਂ ਜਾਂਦੇ, ਜੋ ਅਸੀਂ ਅਰਨੈਸਟ ਮਨੀ 20 ਲੱਖ 30 ਲੱਖ ਲੈ ਲਿਆ, ਜੇ ਦੂਜੀ ਪਾਰਟੀ ਜਾਂਦੀ ਵੀ ਆ, ਅਸੀਂ ਕੇਸ ਵਿੱਚ ਵੀ ਪੇਸ਼ ਨਹੀਂ ਹੁੰਦੇ, ਤਾਂ ਵੀ ਦੂਜੀ ਪਾਰਟੀ ਨੂੰ ਉਹ ਜਿਹੜਾ ਬਾਕੀ ਪੈਸੇ ਬਚਦੇ ਆ, ਕੋਰਟ ਦੇ ਵਿੱਚ ਸਾਡੇ ਨਾਂ ਤੇ ਜਮ੍ਹਾਂ ਕਰਾਉਣੇ ਪੈਣੇ NRI ਦੇ ਨਾਂ ਤੇ। ਔਰ ਪਲੱਸ ਉੱਦਾਂ ਸ਼ਾਇਦ ਉਹ ਰਜਿਸਟਰੀ ਗੌਰਮੈਂਟ ਪ੍ਰਾਈਸ ਤੇ ਹੋ ਜਾਂਦੀ, ਜੇ ਕਰੋੜ ਦਾ ਸੌਦਾ ਸੀ ਤਾਂ ਉਹ ਬੇਸ਼ੱਕ 50 ਲੱਖ ਤੇ ਵੀ ਰਜਿਸਟਰੀ ਹੋ ਸਕਦੀ ਸੀ। ਫਿਰ ਦੂਜੀ ਪਾਰਟੀ ਨੂੰ ਪਹਿਲਾਂ ਤਾਂ ਕੋਰਟ ਦੇ ਵਿੱਚ ਜਿਹੜੀ ਆ ਉਹਦੀ ਸਟੈਂਪ ਡਿਊਟੀ ਕੋਰਟ ਦੀ ਪੂਰੀ ਕਰਨੀ ਪੈਣੀ ਹੈ, ਦੂਜਾ ਉਹਨੂੰ ਜੇ 50 ਲੱਖ ਦਾ ਉੱਤੇ ਰਜਿਸਟਰੀ ਹੋਣੀ ਸੀ, ਉਹ ਕਰੋੜ ਤੇ ਕਰਾਉਣੀ ਪੈਣੀ ਆ। ਔਰ ਸਾਡੇ ਪੈਸੇ ਸਾਰੇ ਦੇ ਸਾਰੇ ਕੋਰਟ ਦੇ ਵਿੱਚ ਨਾਂ ਤੇ ਜਮ੍ਹਾਂ ਕਰਾ ਕੇ ਫਿਰ ਜੱਜ ਨੇ ਤਹਿਸੀਲਦਾਰ ਨੂੰ ਹੁਕਮ ਕਰਨਾ ਵੀ ਆਹ ਪ੍ਰਾਪਰਟੀ ਇਹਦੇ ਨਾਂ ਤੇ ਟ੍ਰਾਂਸਫਰ ਕਰ ਦਿਓ। ਔਰ ਸਾਡਾ ਨੁਕਸਾਨ ਹੋਣ ਦੇ ਚਾਂਸਸ ਬਹੁਤ ਘੱਟ ਹੈ। ਤੇ ਇਸ ਕਰਕੇ ਮੈਂ ਕਹਿੰਦਾ ਹੁੰਦਾ ਵੀ ਜੇ NRI ਬਿਆਨਾ ਕਰ ਲੈਂਦਾ ਹੈਗਾ, ਪਰ ਉਹਨੂੰ ਜਿਹੜੀਆਂ ਬਿਆਨੇ ਦੀਆਂ ਸਾਰੀਆਂ ਸ਼ਰਤਾਂ ਯਾਦ ਰੱਖਣੀਆਂ ਚਾਹੀਦੀਆਂ ਹੈਗੀਆਂ। ਜਦੋਂ ਸਾਡਾ ਰਜਿਸਟਰੀ ਦਾ ਟਾਈਮ ਹੈ, ਸਾਨੂੰ ਪੈਸੇ ਲੈਣ ਉੱਥੇ ਆਪ ਜਾਣਾ ਚਾਹੀਦਾ ਹੈਗਾ, ਕਿਉਂਕਿ ਮਨੀ ਮੈਟਰ ਆ। ਮੈਂ ਨਹੀਂ ਐਡਵਾਈਜ਼ ਕਰਦਾ ਵੀ ਆਪਾਂ ਕਿਸੇ ਦੇ ਵਿਸ਼ਵਾਸ ਕਰੀਏ, ਕਿਉਂਕਿ ਜਿਹੜੇ ਸਾਡੇ ਕੋਲ ਜ਼ਿਆਦਾ ਕੇਸਿਸ ਹੈਗੇ ਆ ਜਿੱਥੇ ਸਿੱਧਾ ਮਨੀ ਇਨਵੋਲਵ ਹੈਗੀ ਆ, ਉੱਥੇ ਕਈ ਵਾਰੀ ਹੇਰਾਫੇਰੀ ਹੋਣ ਦੇ ਚਾਂਸ ਹੋ ਜਾਂਦੇ ਹੈਗੇ ਆ, ਜਾਂ ਸਾਡੇ ਭੈਣ ਭਰਾ ਆਪ ਖਰਚ ਲੈਂਦੇ ਹੈਗੇ ਆ। ਤੇ ਇੱਥੇ ਵੀ ਉਨੀ ਲੋੜ ਹੈ ਜਿੰਨੀ ਲੋੜ ਉੱਥੇ ਹੈਗੀ ਆ, ਤੇ ਸਾਡੇ ਭੈਣ ਭਰਾਵਾਂ ਨੂੰ ਇਹਦੇ ਬਾਰੇ ਅਵੇਅਰਨੈਸ ਹੋਣੀ ਬਹੁਤ ਜ਼ਰੂਰੀ ਹੈਗੀ ਆ। ਬਿਲਕੁਲ ਸਹੀ ਗੱਲ ਹੈ। ਸੋ ਅਗਲਾ ਵੀ ਕਿਸੇ ਵੀਰ ਦਾ ਸਵਾਲ ਇਹੋ ਜਿਹਾ ਹੀ ਸੀ, ਉਹ ਕਹਿੰਦੇ ਜ਼ਮੀਨ ਜਾਇਦਾਦ ਖਰੀਦਣ ਵਿੱਚ ਬਿਆਨਾ ਕਰਨਾ ਚਾਹੀਦਾ ਜਾਂ ਰਜਿਸਟਰੀ ਕਰਨੀ ਚਾਹੀਦੀ ਹੈ? ਹਾਂ, ਇਹ ਥੋੜਾ ਜਿਹਾ ਸੈਕੰਡ ਪਾਰਟ ਮੈਂ ਤੁਹਾਨੂੰ ਦੱਸਦਾ। ਆਪਾਂ ਪਹਿਲਾਂ ਵੀ ਇੱਕ ਪ੍ਰੋਗਰਾਮ 'ਚ ਇਸੇ ਵਿਸ਼ੇ ਤੇ ਆਪਾਂ ਕੀਤਾ ਸੀਗਾ, ਉਦੋਂ ਵੀ ਇਹ ਅਵੇਅਰਨੈਸ ਦਿੱਤੀ ਸੀਗੀ ਕਿ ਜੇ ਤਾਂ NRI ਨੇ ਪ੍ਰਾਪਰਟੀ ਉੱਥੋਂ ਵੇਚਣੀ ਆ, ਬੇਸ਼ੱਕ ਬਿਆਨਾ ਕਰ ਲਓ। ਜਦੋਂ ਖਰੀਦਣੀ ਹੈਗੀ ਆ, ਮੈਂ ਇਸ ਹੱਕ 'ਚ ਨਹੀਂ ਵੀ ਆਪਾਂ ਬਿਆਨਾ ਕਰੀਏ, ਕਿਉਂਕਿ ਸਾਡੇ ਕੋਲ ਟਾਈਮ ਨਹੀਂ। ਕਈ ਵਾਰੀ ਕੀ ਹੁੰਦਾ, ਅਸੀਂ ਪਾਰਟੀ ਨੂੰ 1 ਕਰੋੜ ਦਾ ਖੇਤ ਆ, ਅਸੀਂ 20 ਲੱਖ ਦੇ ਕੇ ਉਹਨਾਂ ਨਾਲ ਬਿਆਨਾ ਕਰ ਆਂਦਾ, ਠੀਕ ਹੈ ਜੀ, ਉਹਨਾਂ ਸਾਡੇ ਨਾਲ ਬਿਆਨਾ ਕੀਤਾ, ਉਹਨਾਂ ਨੂੰ ਕੱਲ੍ਹ ਨੂੰ 1.5 ਕਰੋੜ ਮਿਲਿਆ, ਉਹਨਾਂ ਚੱਕ ਕੇ ਸਿੱਧੀ ਰਜਿਸਟਰੀ ਦੂਜੀ ਪਾਰਟੀ ਦੇ ਨਾਂ ਤੇ ਕਰ ਦਿੱਤੀ। ਹੁਣ ਸਾਡੇ ਕੋਲ ਰੈਮੀਡੀ ਤਾਂ ਹੈਗੀ ਆ, ਅਸੀਂ ਕੋਰਟ ਵਿੱਚ ਜਾਵਾਂਗੇ। ਇੱਕ ਤਾਂ ਹੈਗਾ ਉਹਨਾਂ ਨੇ ਚੀਟ ਕੀਤਾ ਹੈਗਾ, ਪਹਿਲਾਂ ਸਾਡੇ ਨਾਲ ਐਗਰੀਮੈਂਟ ਕਰ ਲਿਆ, ਦੂਜੀ ਪਾਰਟੀ ਨਾਲ 420 ਬਣਦੀ ਆ, ਪਰ ਸਾਨੂੰ ਕੇਸ ਰਜਿਸਟਰ ਕਰਾਉਣ ਲਈ ਜਾਣਾ ਪਏਗਾ, ਨੰਬਰ 1। ਨੰਬਰ 2 ਤੇ ਆਪਾਂ ਇਹਦਾ ਸਿਵਲ ਵੀ ਦੇਖ ਲਈਏ। ਜੇ ਆਪਾਂ ਸਿਵਲ ਜਾਵਾਂਗੇ ਕੋਰਟ ਦੇ ਵਿੱਚ, ਫਾਰ ਸਪੈਸੀਫਿਕ ਪਰਫਾਰਮੈਂਸ ਜੋ ਐਗਰੀਮੈਂਟ ਕੀਤਾ ਵੀ ਦੂਜੀ ਪਾਰਟੀ ਨਹੀਂ ਪੂਰਾ ਕਰਦੀ, ਅਸੀਂ ਕੋਰਟ ਜਾ ਸਕਦੇ ਹੈਗੇ ਆ। ਜੇ ਅਸੀਂ ਦਾਅਵਾ ਕਰਦੇ ਆ, ਉਹ ਜਿਹੜਾ ਦਾਅਵਾ ਪਹਿਲੀ ਕੋਰਟ ਵਿੱਚ ਹੀ ਸਾਡੇ 3-4 ਸਾਲ ਲੱਗ ਸਕਦੇ ਆ। ਜੀ ਬਿਲਕੁਲ ਹਾਂਜੀ। ਔਰ ਅਸੀਂ ਜਿਹੜੇ ਸਾਡੇ NRI ਭੈਣ ਭਰਾ, ਇਹਨਾਂ ਕੋਲ ਇੰਨਾ ਟਾਈਮ ਨਹੀਂ ਹੁੰਦਾ ਹੈਗਾ, ਇਹ ਫਿਰ ਕਿਸੇ ਤੇ ਡਿਪੈਂਡ ਹੋ ਜਾਂਦੇ। ਅਸੀਂ ਉੱਥੇ ਕੇਸ ਲਈ ਕਹਾਂਗੇ ਭਾਈ ਤੂੰ ਸਾਡੀਆਂ ਤਰੀਕਾਂ ਭੁਗਤ, ਸਾਡੇ ਲਈ ਕਾਫੀ ਮੁਸ਼ਕਲ ਆ। ਇਸੇ ਕਰਕੇ ਮੈਂ ਕਹਿੰਦਾ ਹੁੰਦਾ ਵੀ ਜੇ ਅਸੀਂ ਪ੍ਰੋਪਰਟੀ ਖਰੀਦਣੀ ਹੈ ਤੇ ਸਾਨੂੰ ਉਹਦਾ ਰਜਿਸਟਰੀ ਕਰਾਓ, ਇੰਤਕਾਲ ਕਰਾਓ, ਤੇ ਰਜਿਸਟਰੀ ਦੀ ਕਾਪੀ, ਇੰਤਕਾਲ ਦੀ ਕਾਪੀ ਨਾਲ ਲੈ ਕੇ ਆਓ, ਤੇ ਕਬਜ਼ਾ ਵੀ ਨਾਲ ਲੈ ਲਓ ਉਹਦਾ, ਠੀਕ ਹੈ, ਦੈਨ ਇਟ ਇਜ਼ ਗੁੱਡ ਆ। ਤੇ ਜੇ ਆਪਾਂ ਵੇਚਣੀ ਆ, ਫਿਰ ਭਾਵੇਂ ਆਪਾਂ ਐਗਰੀਮੈਂਟ ਕਰ ਲਈਏ। ਇਹ ਫਰਕ ਹੈਗਾ, ਸਾਡੀ ਪੋਜੀਸ਼ਨ ਦੋਹਾਂ 'ਚ ਡਿਫਰੈਂਟ ਆ। ਖਰੀਦਣ ਅਤੇ ਵੇਚਣ ਦਾ ਫਰਕ ਆ, ਕਾਫੀ ਫਰਕ ਹੈਗਾ, ਕਿਉਂਕਿ ਜੇ ਖਰੀਦਣਾ ਹੋਵੇ ਤੇ ਉਹਨੂੰ ਤੁਸੀਂ। ਔਰ ਸੰਧੂ ਸਾਹਿਬ, ਕਈ ਮੈਨੂੰ ਭੈਣ ਭਰਾ ਇਹ ਵੀ ਪੁੱਛਦੇ ਹੈਗੇ ਜੀ, ਅਸੀਂ ਬਿਆਨਾ ਕਰ ਲਿਆ ਹੈਗਾ, ਸਾਨੂੰ ਹੁਣ ਪੈਸੇ ਜ਼ਿਆਦਾ ਮਿਲਦੇ, ਅਸੀਂ ਕਿਸੇ ਕੋਲ ਲੈ ਸਕਦੇ ਹਾਂ। ਔਰ ਜੋ ਮੈਂ ਗੱਲਾਂ ਦੱਸੀਆਂ, ਉਹਨਾਂ ਨੂੰ ਇਹ ਵੀ ਸਮਝ ਲੈਣਾ ਚਾਹੀਦਾ, ਇਹ ਇੱਕ ਕ੍ਰਿਮੀਨਲ ਅਫੈਂਸ ਵੀ ਹੈਗੀ ਆ। ਜੇ ਅਸੀਂ ਇੱਕ ਨਾਲ ਬਿਆਨਾ ਕਰਕੇ ਰਜਿਸਟਰੀ ਦੂਜੇ ਨਾਲ ਕਰਾਉਂਦੇ ਆ, ਸਾਨੂੰ 420 ਦੇ ਅੰਡਰ ਵੀ ਬੁੱਕ ਕੀਤਾ ਜਾ ਸਕਦਾ, ਜਿਹਦੇ ਵਿੱਚ ਸਾਨੂੰ ਜੇ ਅਸੀਂ ਨਹੀਂ ਉੱਥੇ, ਅਸੀਂ ਇੰਗਲੈਂਡ 'ਚ ਬੈਠੇ ਹਾਂ, ਸਾਡੇ ਬ੍ਰਾਂਟ ਵੀ ਨਿਕਲ ਸਕਦੇ, ਸਾਨੂੰ PO ਵੀ ਕੀਤਾ ਜਾ ਸਕਦਾ। ਔਰ ਸਿਵਲ ਕੋਰਟ ਦੇ ਵਿੱਚ ਜੋ ਅਸੀਂ ਬਿਆਨਾ ਲਿਖ ਲਿਆ, ਜੋ ਵੈਲਿਡ ਹੈਗਾ, ਜੋ ਉੱਥੇ ਤਹਿਸੀਲੇ ਜਾ ਕੇ ਕੀਤਾ, ਦੂਜੀ ਪਾਰਟੀ ਉਹਨੂੰ ਥਰੂ ਕੋਰਟ ਵੀ ਇੰਪਲੀਮੈਂਟ ਕਰਾ ਸਕਦੀ ਆ। ਔਰ ਜਦੋਂ ਵੀ ਅਸੀਂ ਕੋਈ ਬਿਆਨਾ ਕਰਨਾ ਹੈਗਾ, ਸਾਨੂੰ ਸੋਚ ਕੇ ਸਮਝ ਕੇ ਕਰਨਾ ਚਾਹੀਦਾ। ਔਰ ਜੇ ਅਸੀਂ ਬੈਕ ਆਊਟ ਕਰਦੇ ਵੀ ਆ, ਜਿਹੜਾ ਕਾਨੂੰਨ ਆ ਸਾਨੂੰ ਭੱਜਣ ਨਹੀਂ ਦਿੰਦਾ ਹੈਗਾ। ਜੇ ਅਸੀਂ ਕੋਰਟ ਵਿੱਚ ਦੂਜੀ ਪਾਰਟੀ ਜਾਂਦੀ ਆ, ਤੇ ਜਿਹੜਾ ਬਿਆਨਾ ਵਾ ਉਹ ਐਂਡ ਬੈਂਡ ਲਾਗੂ ਹੋਣ ਦੇ ਚਾਂਸ ਜਿਹੜੇ 99% ਹੁੰਦੇ ਹੈਗੇ ਆ। ਵਕੀਲ ਸਾਹਿਬ, ਕਿਉਂਕਿ ਟਾਈਮ ਆਪਣੇ ਤੋਂ ਬਹੁਤ ਸੂਈ ਨਹੀਂ ਇਜਾਜ਼ਤ ਦੇ ਰਹੀ ਜੀ, ਟਾਈਮ ਬਹੁਤ ਘੱਟ ਹੈ, ਇਸ ਕਰਕੇ ਥੋੜਾ ਜਿਹਾ ਇੱਕ ਹੋਰ ਜਾਣਕਾਰੀ ਦੇ ਦਿਓ। ਇਹਦੇ ਨਾਲ ਲੱਗਦਾ ਸਵਾਲ ਹੈਗਾ ਜੀ, ਜ਼ਮੀਨ ਕਿਸੇ ਵੀਰਾਂ ਨੇ ਠੇਕੇ ਤੇ ਦੇ ਦਿੰਦੇ ਆ, ਠੇਕੇ ਤੋਂ ਦੇਣ ਤੋਂ ਬਾਅਦ ਜਿਹੜੀ ਆ ਉਹ ਮਾਲਕ ਜਿਹੜਾ ਠੇਕੇਦਾਰ ਆ ਜੀ, ਉਹ ਆਪਦੇ ਨਾਂ ਲਈ ਕਰਾ ਲੈਂਦਾ ਹੈਗਾ, ਗਿਰਦਾਵਰੀ ਵਗੈਰਾ ਜਾਂ
ਇਹੋ ਜਿਹੀਆਂ ਪ੍ਰੋਬਲਮ ਜੇ ਕਿਸੇ ਨੂੰ ਆਉਣ ਤਾਂ ਉਹ ਕੀ ਕੀਤਾ ਜਾਵੇ, ਉਹਦਾ ਕੀ ਹੱਲ ਹੈ? ਦੇਖੋ ਜੀ, ਪਹਿਲਾਂ ਤੇ ਜਦੋਂ ਆਪਾਂ ਐਗਰੀਮੈਂਟ ਕਰਦੇ ਉਹਦੇ ਵਿੱਚ ਹੀ ਲਿਖਣਾ ਚਾਹੀਦਾ ਹੈਗਾ, ਉਹਦੇ ਨਾਲ ਉੱਦਾਂ ਵੀ ਗੱਲ ਕਰ ਲੈਣੀ ਚਾਹੀਦੀ ਹੈਗੀ ਹੈ ਜਿਹੜਾ ਸਾਡਾ ਟੈਨੈਂਟ ਹੈਗਾ ਵੀ ਗਿਰਦਾਵਰੀ ਸਾਡੇ ਨਾਂ ਤੇ ਚੱਲੂਗੀ। ਪਰ ਕਿਉਂਕਿ ਕਾਨੂੰਨੀ ਤੌਰ ਤੇ ਉਹਦੇ ਵਿੱਚੋਂ ਮਾਲਕ ਬੈਠਾ ਹੈਗਾ, ਉਹ ਤਹਿਸੀਲੇ ਐਪਲੀਕੇਸ਼ਨ ਦੇ ਕੇ ਤਹਿਸੀਲਦਾਰ ਨੂੰ ਵੀ ਮੇਰਾ ਮੌਕੇ ਤੇ ਕਬਜ਼ਾ ਹੈਗਾ, ਤਹਿਸੀਲਦਾਰ ਮੌਕੇ ਤੇ ਆਊਗਾ, ਉਹ ਉੱਥੇ ਐਵੀਡੈਂਸ ਕਲੈਕਟ ਕਰੂਗਾ, ਹਾਂਜੀ ਵਾਕਿਆ ਜਿਹੜਾ ਟੈਨੈਂਟ ਹੈ ਉਹ ਕਿਰਾਏਦਾਰ ਵਿੱਚ ਹੈਗਾ ਔਰ ਉਹ ਕਾਨੂੰਨੀ ਤੌਰ ਤੇ ਆਪਣੇ ਨਾਲ ਕਰਾ ਸਕਦਾ ਹੈਗਾ। ਜੇ ਇਹ ਸੂਰਤ ਹੁੰਦੀ ਹੈਗੀ ਆ ਤੇ ਸਾਡਾ ਇਹ ਸਮਝੋ ਵੀ ਉਹ ਕੋਈ ਨਾ ਕੋਈ ਸਾਡੇ ਨਾਲ ਛੇੜਖਾਨੀ ਕਰਨ ਦੀ ਤਿਆਰੀ ਕਰ ਰਿਹਾ, ਕੇਸ ਕਰਨ ਦੀ ਤਿਆਰੀ ਕਰ ਰਿਹਾ ਹੈਗਾ, ਕਿਉਂਕਿ ਜੋ ਗਿਰਦਾਵਰੀ ਕਰ ਰਹੇ ਤਾਂ ਲੀਗਲੀ ਐਨਪੀਐਸ ਆ ਜਾਂਦਾ, ਜੋ ਆਪਾਂ ਨੂੰ ਫੋਰਸੀਬਲੀ ਡਿਸਪੀਐਸ ਨਹੀਂ ਕਰ ਸਕਦੇ, ਅਸੀਂ ਉਹਨੂੰ ਥਰੂ ਕੋਰਟ ਹੀ ਬਾਹਰ ਕੱਢ ਸਕਦੇ ਹੈਗੇ ਆ। ਔਰ ਜਦੋਂ ਇਹ ਸੂਰਤ ਆਉਂਦੀ ਹੈ ਸਾਨੂੰ ਪਹਿਲਾ ਕੰਮ ਹੋਣਾ ਚਾਹੀਦਾ ਵੀ ਅਸੀਂ ਉਹਦੇ ਕੋਲ ਜਿਹੜਾ ਆਪਣਾ ਪਟਾਨਾਮਾ ਜਿਹੜਾ ਜੀ ਕੈਂਸਲ ਕਰੀਏ ਤੇ ਉਹਦੇ ਕੋਲ ਜਿਹੜਾ ਕਬਜ਼ਾ ਲਈਏ, ਠੀਕ ਹੈ ਜੀ। ਤੇ ਉਹਦੇ 'ਚ ਜੇ ਦੁਬਾਰਾ ਗਿਰਦਾਵਰੀ ਕਰਾਉਣੀ ਹੈ, ਇਹ ਪਹਿਲਾ ਕੰਮ ਤੇ ਇਹ ਹੈਗਾ ਵੀ ਉਹ ਤਹਿਸੀਲੇ ਜਾ ਕੇ ਉਹ ਬਿਆਨ ਦੇ ਦੇਵੇ ਵੀ ਜਿਹੜੀ ਗਿਰਦਾਵਰੀ ਆ ਮੈਂ ਇਹਨਾਂ ਦੇ ਹੱਕ ਛੱਡਦਾ, ਕਬਜ਼ਾ ਇਹਨਾਂ ਦੇ ਨਾਂ ਤੇ ਕੀਤੀ ਜਾਵੇ, ਇਹ ਸਭ ਨੂੰ ਸੌਖਾ। ਸੋ ਆਪਣੇ ਕੋਲ ਕੋਲ ਆ, ਜਾਂਦੇ ਕੋਲ ਲੈ ਲੈਣੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਜੀ ਜੀ, ਕੌਣ ਬੋਲ ਰਿਹਾ ਜੀ, ਕਿੱਥੋਂ ਬੋਲ ਰਿਹਾ? ਭਾਜੀ ਮੈਂ ਸਪੇਨ ਤੋਂ ਬੱਗਾ ਬੋਲਣ ਡਿਆ ਜੀ। ਸਪੇਨ ਤੋਂ, ਧੰਨਵਾਦ ਤੁਹਾਡਾ ਸਪੇਨ ਵਾਲੇ ਉਹ ਵੀਰ ਜੀ। ਬੱਗਾ ਜੀ ਕਰੋ ਛੇਤੀ ਸਵਾਲ, ਸਾਡਾ ਟਾਈਮ ਫਿਨਿਸ਼ ਹੋਣ ਵਾਲਾ। ਹਾਂਜੀ ਤੇ ਭਾਜੀ ਮੈਂ ਨਾ ਇੰਡੀਆ ਕੋਠੀ ਖਰੀਦੀ ਸੀ। ਹਾਂਜੀ, ਕੋਠੀ ਖਰੀਦੀ ਸੀ ਸਾਡੇ ਪੈ ਜੀ ਤੇ ਉਹਨਾਂ ਦੀ ਕੋਠੀ ਸੀ ਪੈਸੇ ਤੇ ਹੀ ਚਾਰਜ। ਹੈਲੋ, ਹਾਂਜੀ ਕਰੋ ਗੱਲ। ਤੇ ਉਹਨਾਂ ਨੇ ਨਾ ਜਿਨ੍ਹਾਂ ਦੀ ਕੋਠੀ ਸੀ ਨਾ ਉਹਨਾਂ ਨੇ ਪੈਸੇ ਲਏ ਸੀ ਵਿਆਜ ਤੇ ਮੇਰੇ ਸਾਈਜ਼ ਦੇ ਟੈਕਸ ਦੇ ਕੋਲੋਂ। ਹਾਂਜੀ, ਤੁਸੀਂ ਟੈਲੀ ਦੀ ਆਵਾਜ਼ ਬੰਦ ਕਰੋ ਜੀ, ਟੈਲੀ ਦੀ ਆਵਾਜ਼। ਤੁਹਾਡਾ ਕਲੀਅਰ ਸਵਾਲ ਸਾਨੂੰ ਸੁਣਦਾ ਨਹੀਂ ਭਾਜੀ। ਹਾਂਜੀ, ਮੈਂ ਇੰਡੀਆ ਨਾਲ ਕੋਠੀ ਖਰੀਦੀ ਸੀ। ਜੀ ਤੇ ਭਾਜੀ ਕੋਠੀ ਖਰੀਦੀ ਸੀ ਮੈਂ, ਸਾਡੇ ਪੈ ਜੀ ਦੀ ਲੜਕੀ ਦੇ ਕੋਲ ਨਾ ਜਿੱਦੀ ਕੋਠੀ ਸੀ ਉਹਨਾਂ ਨੇ ਲਏ ਸੀ ਪੈਸੇ ਵਿਆਜ ਤੇ ਜੀ। ਬੱਗਾ ਜੀ ਤੁਸੀਂ 10 ਮਿੰਟ ਬਾਅਦ ਤੁਸੀਂ ਇੱਥੇ ਟੈਲੀਫੋਨ ਕਰ ਲੈਣਾ, ਤੁਹਾਡਾ ਜਵਾਬ ਦੇਣਗੇ, ਕਰਕੇ ਸਾਡੇ ਕੋਲ ਟਾਈਮ ਜਿਹੜਾ ਆ ਉਹ ਲਾਓ ਨਹੀਂ ਕਰਦਾ। ਤੁਸੀਂ ਸਾਡੇ ਮੋਬਾਈਲ ਤੇ ਕਰ ਲਓ, ਮੈਂ ਤੁਹਾਡਾ ਰਿਪਲਾਈ ਕਰਾਂਗਾ। ਤੁਹਾਡਾ ਸਾਰਾ ਕੇਸ ਸੁਣ ਕੇ ਤੁਹਾਨੂੰ ਜਵਾਬ ਦੇਣਗੇ। ਸੋ ਅਸੀਂ ਸਰੋਤਿਆਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿਉਂਕਿ ਟਾਈਮ ਜਿਹੜਾ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ, ਛੇਤੀ ਪ੍ਰੋਗਰਾਮ ਦੀ ਸਮਾਪਤੀ ਵੱਲ ਵੱਧ ਰਿਹਾ ਹੈ। ਸੋ ਆਪ ਜੀਆਂ ਨੂੰ ਪਤਾ ਹੈ ਕਿ ਸਾਡੇ ਬਲਵਿੰਦਰਜੀਤ ਸਿੰਘ ਜੀ ਟੁਰਨਾ ਜੋ ਇੰਡੀਅਨ ਲਾਅ ਦੇ ਮਾਹਿਰ ਵਕੀਲ ਹਨ, ਜਿਹੜੇ ਪਿਛਲੇ 8-7 ਸਾਲ ਤੋਂ ਯੂਕੇ ਦੇ ਵਿੱਚ ਪੱਕੇ ਤੌਰ ਤੇ ਇੱਥੇ ਆਫਿਸ ਦੇ ਵਿੱਚ ਸਾਡੇ NRI ਭਰਾਵਾਂ ਨੂੰ ਯੂਰਪ ਅਤੇ ਯੂਕੇ ਵਿੱਚ ਪੂਰੀ ਇਮਾਨਦਾਰੀ ਦੇ ਨਾਲ ਸਲਾਹ ਮਸ਼ਵਰਾ ਦੇ ਰਹੇ ਹਨ। ਸੋ ਇਹਨਾਂ ਦੇ ਸਲਾਹ ਮਸ਼ਵਰੇ ਲੈਣ ਵਾਸਤੇ ਸਾਡਾ ਕੁਝ ਫਰਜ਼ ਬਣਦਾ ਆਪਣੇ ਡਾਕੂਮੈਂਟ ਦਿਖਾ ਕੇ ਇਹਨਾਂ ਨਾਲ ਸੰਪਰਕ ਕਰਕੇ ਇਹਨਾਂ ਦੇ ਦਫ਼ਤਰ ਤੇ ਆਣ ਕੇ ਜਾਂ ਇਹਨਾਂ ਨੂੰ ਬਾਈ ਪੋਸਟ ਤੁਸੀਂ ਆਪਣੇ ਡਾਕੂਮੈਂਟ ਭੇਜੋ ਤਾਂ ਕਿ ਤੁਹਾਨੂੰ ਸਹੀ ਸਲਾਹ ਇਹ ਦੇ ਸਕਣ ਤੇ ਆਉਣ ਵਾਲੇ ਸਮੇਂ ਵਿੱਚ ਸਾਨੂੰ ਇਹੋ ਜਿਹੀਆਂ ਜਿਹੜੀਆਂ ਮੁਸ਼ਕਲਾਂ ਉਹਨਾਂ ਦਾ ਸਾਹਮਣਾ ਨਾ ਕਰਨਾ ਪਵੇ। ਸੋ ਜਾਣ ਲੱਗਿਆ ਆਪ ਜੀ ਇਹਨਾਂ ਦਾ ਇੱਕ ਵਾਰੀ ਫੇਰ ਟੈਲੀਫੋਨ ਨੋਟ ਕਰੋ ਜੀ, ਔਰ ਇਹਨਾਂ ਦਾ ਐਡਰੈਸ ਹੈ 19 ਹਾਈ ਸਟਰੀਟ ਵੈਸਟ ਬ੍ਰਾਮਿਚ। ਇਹ ਬਰਮਿੰਘਮ ਦੇ ਵਿੱਚ ਬਾਹਰਲੇ ਯੂਰਪ ਵਾਲਿਆਂ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਬਰਮਿੰਘਮ ਦੇ ਲਾਗੇ ਵਿੱਚ ਹੀ ਹੈ। ਸੋ ਵੈਸਟ ਬ੍ਰਾਮਿਚ ਦਾ ਸ਼ਹਿਰ ਛੋਟਾ ਜਿਹਾ, ਉੱਥੇ ਇਹਨਾਂ ਦਾ ਦਫ਼ਤਰ ਹੈ ਔਰ ਇਹਨਾਂ ਦਾ ਦਫ਼ਤਰ ਹੈ ਦਾ ਨੰਬਰ ਜੋ ਜੀ ਉਹ ਨੋਟ ਕਰੋ 0121 553 5833। ਇਸੇ ਤਰ੍ਹਾਂ ਜਿਹੜਾ ਇਹਨਾਂ ਦਾ ਮੋਬਾਈਲ ਨੰਬਰ ਹੈ ਜੀ 078 7732 8062। ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਿਸੇ ਵੇਲੇ ਵੀ ਕਰ ਸਕਦੇ ਹੋ। ਤੁਹਾਡੇ ਲਈ ਇਹ ਵਕੀਲ ਸਾਹਿਬ ਹਰ ਵੇਲੇ ਤਤਪਰ ਹਨ, ਬਹੁਤ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ। ਸੋ ਧੰਨਵਾਦ ਹੈ ਟੁਰਨਾ ਜੀ ਆਪ ਜੀ ਦਾ, ਔਰ ਸਾਰੀਆਂ ਸੰਗਤਾਂ ਤੋਂ ਮੈਂ ਖਿਮਾ ਵੀ ਮੰਗਾਂਗਾ ਜਿਨ੍ਹਾਂ ਦੀਆਂ ਕੋਲਾਂ ਨਹੀਂ ਲੱਗੀਆਂ, ਜਿਨ੍ਹਾਂ ਦੀਆਂ ਕੋਲਾਂ ਲੱਗੀਆਂ ਉਹਨਾਂ ਦਾ ਧੰਨਵਾਦ ਹੈ। ਟੁਰਨਾ ਜੀ ਤੁਸੀਂ ਜਾਂਦੇ ਕੋਈ ਆਪਣੇ ਸਾਰੇ ਸਰੋਤਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ? ਸਾਹਿਬ ਮੈਂ ਆਪਣੇ ਸਾਰੇ ਸਰੋਤਿਆਂ ਨੂੰ ਦੋਨੇ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਕਿ ਅੱਜ ਅਸੀਂ ਜੇ ਰੂਬਰੂ ਹੈਗੇ ਆ, ਅਸੀਂ ਆਪਣੇ ਸਰੋਤਿਆਂ ਦੇ ਨਾਲ ਜੁੜੇ ਹੈਗੇ ਆ ਤੇ ਸਾਡੇ ਕੋਲ ਇੱਕ ਬਹੁਤ ਸਟਰੋਂਗ ਮੀਡੀਆ ਹੈਗਾ ਜੋ ਪ੍ਰਮਾਤਮਾ ਦੀ ਦੇਣ, ਜੋ ਸਾਡਾ ਸਿੱਖ ਚੈਨਲ ਹੈਗਾ, ਔਰ ਸਿੱਖ ਚੈਨਲ ਦੇ ਹੀ ਕਰਕੇ ਅਸੀਂ ਅੱਜ ਸਾਰੇ ਇੱਕ ਦੂਜੇ ਨਾਲ ਜੁੜੇ ਹੈਗੇ ਆ। ਅਸੀਂ ਥਰੂ ਆਊਟ ਵਰਲਡ 'ਚ ਸਾਰੇ ਆਪਣੇ ਭੈਣ ਭਰਾਵਾਂ ਨਾਲ ਜੁੜੇ ਹੈਗੇ ਆ ਔਰ ਇਹੀ ਚੈਨਲ ਸਾਨੂੰ ਸਵੇਰ ਤੋਂ ਸ਼ਾਮ ਤੱਕ ਗੁਰਬਾਣੀ ਨਾਲ ਜੋੜਦਾ ਹੈਗਾ ਔਰ ਸਾਡਾ ਜਿਹੜਾ ਪਿਛੋਕੜ ਆ ਪੰਜਾਬ ਦੇ ਨਾਲ, ਪੰਜਾਬੀਅਤ ਦੇ ਨਾਲ ਜੋੜਦਾ ਹੈਗਾ, ਗੁਰਬਾਣੀ ਨਾਲ ਜੋੜਦਾ ਹੈਗਾ। ਔਰ ਮੈਂ ਸਾਰੀ ਕਮਿਊਨਿਟੀ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਇਹ ਜਿਹੜਾ ਚੈਨਲ ਹੈਗਾ ਇਹ ਜਿਹੜਾ ਚੈਰਿਟੀ ਨੂੰ ਸਮਰਪਿਤ ਹੈਗਾ, ਸਾਨੂੰ ਸਾਰਿਆਂ ਨੂੰ ਇਹਦੇ ਲਈ ਕੁਛ ਨਾ ਕੁਛ ਜਿਹੜਾ ਹੈਗਾ ਆਪਣੇ 10-9 ਦੀ ਕਿਰਤ ਵਿੱਚੋਂ ਕੱਢਣਾ ਚਾਹੀਦਾ ਹੈਗਾ ਔਰ 2-2 4-4 ਪਾਉਂਡ ਦੇ ਨਾਲ ਹੀ ਸਾਡਾ ਜਿਹੜਾ ਚੈਨਲ ਹੈ ਜੇ ਵੱਧਦਾ ਫੁੱਲਦਾ ਰਹੇ ਤੇ ਸਾਨੂੰ ਇਹ ਉੱਤੇ ਹੋਰ ਮੈਂ ਕਹਿੰਦਾ ਹੋਰ ਕੋਈ ਖੁਸ਼ੀ ਨਹੀਂ। ਸਾਨੂੰ ਸਾਰੇ ਭੈਣ ਭਰਾਵਾਂ ਨੂੰ ਤਨ ਮਨ ਤਨ ਨਾਲ ਸਾਡੇ ਚੈਨਲ ਦੀ ਸੇਵਾ ਕਰਨੀ ਚਾਹੀਦੀ ਹੈ ਤਾਂ ਕਿ ਜਿਹੜਾ ਸਾਡਾ ਸਿੱਖ ਚੈਨਲ ਹੈ ਸਾਡੀ ਇਸੇ ਤਰ੍ਹਾਂ ਹੀ ਸੇਵਾ ਕਰਦਾ ਰਹੇ ਤੇ ਅਸੀਂ ਆਨੰਦ ਮਾਣਦੇ ਰਹੀਏ। ਬਿਲਕੁਲ ਜੀ, ਸਾਰਿਆਂ ਸਰੋਤਿਆਂ ਨੂੰ ਪਤਾ ਲੱਗ ਚੁੱਕਾ ਹੈ ਕਿਉਂਕਿ ਆਪ ਜੀ ਥੋੜਾ ਆਪਦੀ 10-9 ਕਿਰਤ ਵਿੱਚੋਂ 1-1 ਪਾਉਂਡ ਵੀ ਦਿਓ ਤਾਂ ਕਿ ਜਿਹੜੀ ਆਵਾਜ਼ ਹੈ ਸਿੱਖ ਚੈਨਲ ਦੀ ਤੁਹਾਡੀ ਆਪਣੀ ਆਵਾਜ਼ ਹੈ ਚੱਲਦੀ ਰਹੇ।
ਸੋ ਨਾਲ ਦੀ ਨਾਲ ਅਸੀਂ ਇਹ ਵੀ ਬੇਨਤੀ ਕਰਦੇ ਹਾਂ ਕਿ ਪਰਸੋਂ ਨੂੰ ਜੋ ਪੰਜਾਬ ਵਿੱਚ ਵੋਟਾਂ ਪੈ ਰਹੀਆਂ ਹਨ, ਉਹਦੀ ਵੋਟ ਦੇ ਤੁਸੀਂ ਜ਼ਿੰਮੇਵਾਰ ਹੋ, ਕਿੱਥੇ ਪਾਉਣੀ ਹੈ ਤੁਹਾਨੂੰ ਪਤਾ ਹੈ। ਸੋ ਸੋਚ ਸਮਝ ਕੇ ਆਪਣੀ ਵੋਟ ਦਾ ਇਸਤੇਮਾਲ ਕਰੋ ਕਿ ਆਉਣ ਵਾਲੇ 4 ਸਾਲਾਂ ਵਿੱਚ ਸਾਨੂੰ ਪੂਰਾ ਉਮੀਦ ਹੋਵੇ ਕਿ ਸਾਡਾ ਜਿਹੜਾ ਕਾਨੂੰਨ ਹੈ ਉਹ ਸਹੀ ਢੰਗ ਨਾਲ ਚੱਲੇ। ਸੋ ਅੱਜ ਦੇ ਪ੍ਰੋਗਰਾਮ ਕਰਦੇ ਹਾਂ, ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੁਣ ਤਾਈਆਂ ਰਹਿ ਜਾਂਦੀਆਂ। ਤੁਸੀਂ ਸਾਡੇ ਸਾਰੇ ਸੂਝਵਾਨ ਸਰੋਤੇ ਜਿਹੜੇ ਹਨ ਸੁਝਾਅ ਦਿਆ ਕਰੋ, ਸਾਡੀ ਚੰਗੀ ਤੇ ਮਾੜੀ ਗੱਲ ਤਾਂ ਸਾਨੂੰ ਪਿੱਛੇ ਬੈਕ ਫੀਡ ਕਰਿਆ ਕਰੋ, ਤਾਂ ਕਿ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਵੀ ਵਧੀਆ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਸਕੀਏ। ਅੱਜ ਦੇ ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ। ਆਉਣ ਵਾਲੇ ਦਿਨਾਂ ਵਿੱਚ ਫਿਰ ਆਪ ਜੀ ਦੀ ਸੇਵਾ ਵਿੱਚ ਬਲਵਿੰਦਰਜੀਤ ਸਿੰਘ ਜੀ ਟੁਰਨਾ ਨਵੇਂ ਕਾਨੂੰਨਾਂ ਤੋਂ ਜਾਣੂ ਕਰਨ ਲਈ ਹਾਜ਼ਰ ਹੋਣਗੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।